ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਦਾਸ ਬਰਿਹਾਰ ਸਿੰਘ ਰਾਮੇਵਾਲ ਹਰ ਹਫ਼ਤੇ ਦੀ ਤਰ੍ਹਾਂ ਸਿੱਖ ਚੈਨਲ ਦੇ ਜਰੀਏ ਤੁਹਾਡਾ ਆਪਣਾ ਪ੍ਰੋਗਰਾਮ ਕਰੰਟ ਇਸ਼ੂ ਲੈ ਕੇ ਅੱਜ ਫਿਰ ਹਾਜ਼ਰ ਹੋਇਆ। ਸਿੱਖ ਚੈਨਲ ਸਿੱਖਾਂ ਦਾ ਆਪਣਾ ਚੈਨਲ ਤੇ ਇੰਗਲੈਂਡ ਦੀ ਧਰਤੀ ਤੇ ਪਹਿਲਾ ਚੈਨਲ ਜਿਸ ਨੇ ਹਰ ਇੱਕ ਪੰਜਾਬੀ ਦੇ ਹਰ ਇੱਕ ਸਿੱਖ ਦੇ ਦਿਲ ਵਿੱਚ ਆਪਣਾ ਘਰ ਬਣਾਇਆ। ਸੋ ਸਹਿਤ ਸੁਭਾਈ ਜਦੋਂ ਕਿਸੇ ਚੈਨਲਾਂ ਦੀ ਗੱਲ ਕਰਦੇ ਤਾਂ ਸਹਿਤ ਸੁਭਾਅ ਤੁਹਾਡੇ ਮੂੰਹ ਚੋਂ ਨਿਕਲ ਜਾਂਦਾ ਕਿ ਸਿੱਖ ਚੈਨਲ ਸਾਡਾ ਆਪਣਾ ਚੈਨਲ। ਅੱਜ ਕਿਉਂਕਿ ਪੂਰੀ ਦੁਨੀਆ ਮਹਾਮਾਰੀ ਦੇ ਯੁੱਧ ਵਿੱਚ ਜੂਝ ਰਹੀ ਆ, ਮਹਾਮਾਰੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ, ਤੇ ਇੱਥੇ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਚਾਹੇ ਕੋਈ ਅਮੀਰ ਦੇਸ਼ ਹੈ ਚਾਹੇ ਕੋਈ ਗਰੀਬ ਦੇਸ਼ ਹੈ, ਹਰ ਕਿਤੇ ਕਿਸੇ ਨੂੰ ਫਿਕਰ ਲੱਗਾ ਆ ਕਿ ਮੈਨੂੰ ਸਵੇਰਾ ਚੜ੍ਹੇਗਾ ਕਿ ਨਹੀਂ ਚੜ੍ਹੇਗਾ, ਮੇਰੀ ਇਹ ਰਾਤ ਗੁਜ਼ਰ ਜਾਵੇਗੀ ਕਿ ਨਹੀਂ ਗੁਜ਼ਰੇਗੀ, ਮੇਰਾ ਇਹ ਦਿਨ ਲੰਘ ਜਾਵੇਗਾ ਕਿ ਨਹੀਂ ਲੰਘੇਗਾ। ਲੇਕਿਨ ਸਿੱਖ ਚੈਨਲ ਤੁਹਾਨੂੰ ਵੱਖ-ਵੱਖ ਮੁਲਕਾਂ ਚੋਂ ਹਰ ਸਮੇਂ ਦੀ ਹਰ ਪਲ ਦੀ ਖਬਰ ਦੇਣ ਦਾ ਵਚਨਬੱਧ ਹੈ, ਦੇ ਵੀ ਰਿਹਾ ਹੈ ਅਤੇ ਕੋਸ਼ਿਸ਼ ਵੀ ਕਰਾਂਗੇ। ਅਗਰ ਤੁਹਾਡੇ ਕੋਲ ਇਹ ਮਹਾਮਾਰੀ ਦੇ ਦੌਰ ਵਿੱਚ ਕੁਝ ਕਹਿਣ ਲਈ ਹੈ ਸਿੱਖ ਚੈਨਲ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਸਿੱਖ ਚੈਨਲ ਤੇ ਕਰ ਸਕਦੇ ਹੋ, ਤੁਸੀਂ ਮੇਰੇ ਨਾਲ ਖੁਦ ਕਰ ਸਕਦੇ ਹੋ, ਸਾਡੀ ਟੀਮ ਦੇ ਕਿਸੇ ਮੈਂਬਰ ਨਾਲ ਕਰ ਸਕਦੇ ਹੋ। ਸੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਧਰਤੀ ਤੇ, ਜਿੱਥੇ ਕਿਉਂਕਿ ਕਰੋਨਾ ਕੋਈ ਸਮਾਂ ਸੀ ਜਦੋਂ ਪੰਜਾਬ ਦੀ ਧਰਤੀ ਤੇ ਉਹਨਾਂ ਨੇ ਕੰਟਰੋਲ ਕਰ ਲਿਆ, ਲੇਕਿਨ ਅੱਜ ਜੋ ਹਜੂਰ ਸਾਹਿਬ ਤੋਂ ਸੰਗਤ ਆਈ, ਕੀ ਇਹ ਸਰਕਾਰ ਦੀ ਨਲਾਇਕੀ ਹੈ ਕਿ ਉਹਨਾਂ ਨੂੰ ਪਹਿਲਾਂ ਸਿੱਧੇ ਲਿਆ ਕੇ ਘਰੋਂ ਘਰੀ ਬਾੜ ਦਿੱਤਾ ਤੇ ਹੁਣ ਉਹਨਾਂ ਨੂੰ ਸਾਰਿਆਂ ਨੂੰ ਕਰੋਨਾ ਪੋਜ਼ਿਟਿਵ ਕਿਹਾ ਜਾ ਰਿਹਾ। ਇਹਨਾਂ ਤੇ ਵਿਚਾਰਾਂ ਦੀ ਸਾਂਝ ਪਾਵਾਂਗੇ। ਕੀ ਇਹ ਸਿਆਸਤ ਖੇਡੀ ਜਾ ਰਹੀ ਹੈ ਕਿ ਜੋ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਹਿਮ ਭੂਮਿਕਾ ਨਿਭਾਈ ਪਰਮਿਸ਼ਨਾਂ ਲੈਣ ਦੇ ਲਈ, ਕੀ ਉਹਨਾਂ ਨੂੰ ਨੀਵਾਂ ਦਿਖਾਉਣ ਦੇ ਲਈ ਸਾਰਿਆਂ ਨੂੰ ਕਰੋਨਾ ਪੋਜ਼ਿਟਿਵ ਕਿਹਾ ਜਾ ਰਿਹਾ ਹੈ? ਕੀ ਹਜੂਰ ਸਾਹਿਬ ਦੀ ਧਰਤੀ ਤੋਂ ਆਏ ਹਰਿਆਣੇ ਦੇ ਵਿੱਚ ਜਿੱਥੇ 39 ਸ਼ਰਧਾਲੂ ਆਏ ਹਜੂਰ ਸਾਹਿਬ ਦੀ ਧਰਤੀ ਤੋਂ ਅਤੇ ਉਹ ਸਾਰੇ ਨੈਗੇਟਿਵ ਨੇ, ਕਿਉਂ ਇਹ ਸਿਆਸਤ ਹੋ ਰਹੀ ਪੰਜਾਬ ਦੀ ਧਰਤੀ ਤੇ? ਇਹਨਾਂ ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਇਹਨਾਂ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਮੇਰੇ ਨਾਲ ਆਪੋ ਆਪਣੇ ਘਰਾਂ ਤੋਂ ਜੁੜੇ ਨੇ ਤੁਹਾਡੀਆਂ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ, ਸਰਦਾਰ ਧਨਵੰਤ ਸਿੰਘ ਜੀ ਬਾੜਾ ਸਾਹਿਬ, ਸਰਦਾਰ ਸੰਤੋਖ ਸਿੰਘ ਜੀ ਰੰਧਾਵਾ ਸਾਹਿਬ ਅਤੇ ਸਰਦਾਰ ਜਗਮੋਹਨ ਸਿੰਘ ਜੀ ਲਾਡੀ ਉਰਫ ਲਾਡੀ ਸੰਗਰੂਰ। ਸੋ ਇਸ ਤੋਂ ਪਹਿਲਾਂ ਕਿ ਮੈਂ ਇਹਨਾਂ ਦੇ ਰੂਬਰੂ ਹੋਵਾਂ, ਇੱਥੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਜਿਨ੍ਹਾਂ ਦੀ ਧਰਮ ਪਤਨੀ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ। ਸੋ ਮੈਂ ਜਿੱਥੇ ਆਪਣੇ ਵੱਲੋਂ ਸਿੱਖ ਚੈਨਲ ਦੀ ਪੂਰੀ ਮੈਨੇਜਮੈਂਟ ਵੱਲੋਂ ਅਤੇ ਆਪਣੇ ਪੂਰੇ ਪੈਨਲ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਤੇ ਗੁਰੂ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਬੀਬੀ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਸੋ ਕਿਉਂਕਿ ਜੋ ਦੁਨੀਆ ਤੇ ਆਇਆ ਉਹਨੇ ਜਾਣਾ ਵੀ ਹੈ। ਸੋ ਮੈਂ ਸਭ ਤੋਂ ਪਹਿਲਾਂ ਬਾੜਾ ਸਾਹਿਬ ਜੀ ਨੂੰ ਪੁੱਛਣਾ ਚਾਹਾਂਗਾ, ਬਾੜਾ ਸਾਹਿਬ, ਜੋ ਪੰਜਾਬ ਦੀ ਧਰਤੀ ਤੇ ਹਜੂਰ ਸਾਹਿਬ 'ਚੋਂ ਸੰਗਤ ਆਈ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਸਮੂਹ ਪੈਨਲ ਵੱਲੋਂ ਅਤੇ ਆਪ ਜੀ ਵੱਲੋਂ ਅਤੇ ਸਿੱਖ ਚੈਨਲ ਵੱਲੋਂ ਸਮੂਹ ਦਰਸ਼ਕਾਂ ਨੂੰ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਤੇ ਪਹਿਲਾਂ ਆਪ ਜੀ ਨੇ ਆ ਦੁਖਦਾਈ ਘਟਨਾ ਮੀਨਸ ਦੁਖਦਾਈ ਜਿਹੜੀ ਇਹ ਸੂਚਨਾ ਦਿੱਤੀ ਹੈ ਕਿ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੇ ਧਰਮ ਪਤਨੀ ਜੀ ਮਤਲਬ ਉਹ ਕਾਲ ਚਲਾਣਾ ਕਰ ਗਏ ਨੇ। ਦਿਲ ਦੀਆਂ ਗਹਿਰਾਈਆਂ 'ਚ ਹਮਦਰਦੀ ਤੇ ਅਫਸੋਸ ਜ਼ਾਹਰ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਹੈ, ਕਿਉਂਕਿ ਦੁਨੀਆ ਦੇ 212 ਦੇਸ਼ਾਂ ਦੇ ਵਿੱਚ ਤਕਰੀਬਨ ਤੁਸੀਂ ਇਹ ਕਹਿ ਲਓ ਲਗਭਗ 35 ਲੱਖ ਲੋਕ ਡਾਇਗਨੋਜ਼ ਕੀਤੇ ਗਏ ਆ ਜੀ, ਜਿਹੜੀ ਇਹ ਮਹਾਮਾਰੀ ਬਿਮਾਰੀ ਚੱਲੀ ਹੋਈ ਆ। ਹਾਂਜੀ, ਜਿਸ ਦੇ ਵਿੱਚੋਂ ਮਰਨ ਵਾਲਿਆਂ ਦੀ ਗਿਣਤੀ ਇਹ 2,44,000 ਤੋਂ ਪਾਰ ਲੰਘ ਗਈ ਹੈ ਦੁਨੀਆ ਭਰ ਦੇ ਵਿੱਚ। ਅਤੇ ਨਾਲ ਦੱਸਦੇ ਜਾਈ ਕਿ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੀ ਕਿ ਮੈਂ ਹੁਣ ਨਿਊਜ਼ ਦੇਖ ਰਿਹਾ ਸੀਗਾ, ਉਹ 'ਚ 82,398 ਨਵੇਂ ਕਰੋਨਾ ਦੇ ਕੇਸ ਸਾਹਮਣੇ ਆਏ ਜੀ। ਅੱਛਾ, ਤੇ ਨਾਲ ਉਹਨਾਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ 5,168 ਤੋਂ ਵੀ ਵੱਧ ਗਈ ਆ। ਜਿਹੜਾ ਵਾਧਾ ਹੋਇਆ ਨਾਲ ਕਿੱਥੇ ਪੂਰੀ ਦੁਨੀਆ 'ਚ ਜਾਂ ਭਾਰਤ ਵਿੱਚ? ਨਹੀਂ ਜੀ, ਇਹ ਪੂਰੇ ਵਰਲਡ ਦੀ ਮਤਲਬ ਗੱਲ ਜਿਹੜੀ ਹੈ। ਅੱਛਾ, ਪੂਰੇ ਵਰਲਡ ਦੀ। ਹਾਂਜੀ ਵਰਲਡ ਦੀ। ਹਾਂਜੀ,
ਹਾਂਜੀ। ਇਹਨਾਂ ਚੋਂ ਮਤਲਬ ਜਿਹੜੀ ਮੇਨ ਚੀਜ਼ ਇਹ ਵੀ ਦੱਸਦੇ ਜਾਈਏ, ਇਹਨਾਂ ਵਿੱਚੋਂ 11,08,000 ਲੋਕ ਜਿਹੜੇ ਆ ਇਨਫੈਕਸ਼ਨ ਤੋਂ ਮੁਕਤ ਵੀ ਹੋ ਚੁੱਕੇ ਆ ਜੀ। ਓਕੇ। ਹਾਂਜੀ। ਪਹਿਲੇ ਨੰਬਰ ਤੇ ਅਮਰੀਕਾ ਜਿਹੜਾ ਅਮਰੀਕਾ ਹੈ ਉਹ ਦੁਨੀਆ ਭਰ ਦੇ ਵਿੱਚ 1/4 ਹਿੱਸਾ ਜਿਹੜਾ ਉਹ ਮੌਤ ਦਾ ਉਹਨਾਂ ਦੇ ਅਮਰੀਕਾ ਦੇ ਵਿੱਚ ਆ। ਅਤੇ ਦੂਜੇ ਨੰਬਰ ਤੇ ਸਪੇਨ ਆ ਇਸ ਟਾਈਮ ਜਾ ਰਿਹਾ, ਅਤੇ ਤੀਸਰੇ ਨੰਬਰ ਤੇ ਇਟਲੀ, ਚੌਥੇ ਨੰਬਰ ਤੇ ਯੂਕੇ ਵੀ ਆ ਰਿਹਾ, ਯੂਨਾਈਟਿਡ ਕਿੰਗਡਮ ਵੀ ਆ ਰਿਹਾ ਵਿੱਚ। ਹਾਂਜੀ। ਹਾਂਜੀ। ਜਿਸ ਦੇ ਵਿੱਚ 1,86,000 ਤੋਂ 599 ਡਾਇਗਨੋਜ਼ ਹੋ ਚੁੱਕੇ ਆ, ਜਿਨ੍ਹਾਂ ਚੋਂ ਮੌਤਾਂ ਤਕਰੀਬਨ ਤੇ 28,496 ਹੋ ਚੁੱਕੀਆਂ ਜੀ। ਹਾਂਜੀ। ਮਤਲਬ ਬਹੁਤ ਵੱਡਾ ਅੰਕੜਾ ਜੀ ਇਹ ਵੀ, ਮਤਲਬ ਜੀ ਜਿਹੜਾ ਭਾਰਤ ਆ ਇਸ ਟਾਈਮ ਉਹ 14ਵੇਂ ਨੰਬਰ ਤੇ ਹੈ ਜੀ। ਇਹ ਤਾਂ ਮਤਲਬ ਇਹ ਪੰਛੀ ਝਾਤ ਚ ਥੋੜੀ ਜਿਹੀ ਜਾਣਕਾਰੀ ਦਿੱਤੀ ਵਰਲਡ ਵਾਈਡ ਸੰਗਤਾਂ ਨੂੰ। ਤੇ ਬਾਕੀ ਮੈਂ ਦੱਸਦਾ ਜਾਵਾਂ ਕਿ ਹਜ਼ੂਰ ਸਾਹਿਬ ਤੋਂ ਜਿਹੜੇ ਸ਼ਰਧਾਲੂ ਆਏ ਆ ਜੀ ਜਾਂ ਹਾਂਜੀ। ਲਿਆਂਦੇ ਗਏ ਆ, ਉਹਨਾਂ ਦੇ ਵਿੱਚ ਕੀ ਹੋ ਰਿਹਾ ਹੈ ਕਿ ਉਹਨਾਂ ਦੇ ਨਾਲ ਸਿੱਖਾਂ ਨੂੰ ਇੱਕ ਕਿਸਮ ਦਾ ਬਦਨਾਮ ਕਰਨ ਦੀ ਇਹ ਸਾਜ਼ਿਸ਼ ਆ, ਕੁਝ ਸਾਜ਼ਿਸ਼ ਹੈ ਮਤਲਬ। ਕਿਉਂਕਿ ਬਿਲਕੁਲ ਬਿਲਕੁਲ। ਇਹ ਇਸ ਟਾਈਮ ਸਿੱਖਾਂ ਦਾ ਕਿਰਦਾਰ ਵਰਲਡ ਵਿੱਚ ਟੌਪ ਤੇ ਜਾ ਰਿਹਾ। ਗੋਰੇ ਵੀ ਮੰਨ ਗਏ ਆ, ਸਾਰੇ ਲੋਕੀ ਮੰਨ ਗਏ, ਮੁਸਲਮਾਨ ਵੀ ਮੰਨ ਗਏ ਆ ਵੀ ਜੋ ਸਿੱਖੀ ਸਿਧਾਂਤ ਦੇ ਵਿੱਚ ਸੇਵਾ ਭਾਵਨਾ ਇਹਨਾਂ ਦੇ ਵਿੱਚ ਹੈਗੀ ਆ। ਹਾਂਜੀ। ਤੇ ਨਾ ਕਿਸੇ ਤੋਂ ਮੰਗਣਾ ਤੇ ਨਾ ਕਿਸੇ ਤੋਂ ਲੈਣਾ ਕੁਛ। ਹਾਂ ਠੀਕ ਆ, ਸੌਰੀ ਸ਼ਰਧਾ ਨਾਲ ਦਿੱਤੇ ਲੈਨੇ ਆਪਾਂ, ਸੇਵਾ ਉਹਨਾਂ ਦੀਆਂ ਪਟਾਵਾਂ ਵਿੱਚ ਪਾਉਂਦੇ ਆ, ਪਰ ਲੇਕਿਨ ਹਾਂਜੀ। ਨਿਰਪੱਖ ਹੋ ਕੇ, ਨਾ ਕੋਈ ਜਾਤ, ਨਾ ਕੋਈ ਕਲਰ, ਤੇ ਨਾ ਕੋਈ ਉੱਚਾ ਤੇ ਨਾ ਕੋਈ ਨੀਵਾਂ ਦੇਖ ਕੇ ਇਹ ਗਰੀਬ ਅਮੀਰ ਸਾਰਿਆਂ ਨੂੰ ਇੱਕ ਪੰਕਤ ਦੇ ਵਿੱਚ ਲੰਗਰ ਪਹੁੰਚਾ ਰਹੇ ਨੇ। ਹਾਂਜੀ। ਬਿਲਕੁਲ। ਤੇ ਪੰਜਾਬ ਦੇ ਵਿੱਚ ਜਿਹੜੀ ਚੀਜ਼ ਦੀ ਗੱਲ ਆਪਾਂ ਕਰਦੇ ਕਿ ਉੱਥੋਂ ਜਿਹੜੇ ਸ਼ਰਧਾਲੂ ਇਹ ਆਏ ਹੈਗੇ ਆ ਸਾਰੇ ਉੱਥੋਂ ਲੋਕੀ, ਉਹਨਾਂ ਦੇ ਵਿੱਚੋਂ ਕੀ ਹੋ ਰਿਹਾ ਹੈ ਕਿ ਉਹ ਸਾਰੇ ਜਿਹੜੇ ਆ ਉੱਥੇ ਵੀ ਉਹ ਦੱਸ ਰਿਹਾ ਕਿ 40 ਦਿਨ ਜਿੰਨੀ ਦੇਰ ਉੱਥੇ ਰਹੇ ਆ, ਉੱਥੇ ਬਲਵਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ ਲੰਗਰਾਂ ਵਾਲੇ, ਅਤੇ ਨਾਲ ਨਰਿੰਦਰ ਸਿੰਘ ਜੀ ਅਤੇ ਬਾਬਾ ਕੁਲਵੰਤ ਸਿੰਘ ਜੀ, ਉਹਨਾਂ ਵੱਲੋਂ ਹਰ ਦੂਸਰੀ ਵੀਕ ਹਰ ਇੱਕ ਵੀਕ ਬਾਅਦ 3 ਵੀਕ ਮਤਲਬ 3 ਵਾਰੀ ਉਹਨਾਂ ਦੇ ਟੈਸਟ ਹੋਏ, ਉਹ ਸਾਰੇ ਉੱਥੇ ਉਹਨਾਂ ਦੇ ਨੈਗੇਟਿਵ ਹੀ ਆਏ ਨੇ। ਹਾਂਜੀ। ਤੇ ਨਾਲ ਇਹ ਦੱਸਦੇ ਜਾਈਏ ਕਿ ਵੀ ਜਿਹੜੀਆਂ ਇੱਥੋਂ ਕੋਚਾਂ ਗਈਆਂ, ਬੱਸਾਂ ਗਈਆਂ, ਉਹਨਾਂ ਦੇ ਵਿੱਚੋਂ ਕਈ ਡਰਾਈਵਰਾਂ ਨੂੰ ਵੀ ਆਲਰੇਡੀ ਪਹਿਲਾਂ ਸੀਗਾ, ਜਿਸ ਦੇ ਵਿੱਚੋਂ ਮੇਰੇ ਖਿਆਲ ਜਿਹੜੇ ਰਿਪੋਰਟ ਦੱਸ ਰਹੀ ਆ ਸੋਸ਼ਲ ਮੀਡੀਆ ਤੇ ਮੈਂ ਸੁਣਿਆ ਵੀ 1-2 ਡਰਾਈਵਰਾਂ ਦੀ ਮੌਤ ਵੀ ਹੋਈ ਆ। ਹਾਂਜੀ। ਸੋ ਮਤਲਬ 2 ਡਰਾਈਵਰਾਂ ਦੀ। 2 ਡਰਾਈਵਰਾਂ ਦੀ ਦੱਸ ਜਾਂ ਜੀ। ਹਾਂਜੀ। ਸੋ ਮਤਲਬ ਮੇਰਾ ਕਹਿਣ ਦਾ ਮਤਲਬ ਵੀ ਇਹਦੇ ਵਿੱਚੋਂ ਆਪਾਂ ਕਿਸ ਤੇ ਬਲੇਮ ਦਈਏ, ਤੇ ਕੀ ਪਤਾ ਹੋ ਸਕਦੀ ਹੈ ਕਿ ਵੀ ਮਹਾਰਾਸ਼ਟਰ ਦੇ ਵਿੱਚ ਪਹਿਲਾਂ ਸਾਰਿਆਂ ਨਾਲੋਂ ਜ਼ਿਆਦਾ ਇਸ ਦਾ ਪ੍ਰਭਾਵ ਸੀਗਾ, ਤੇ ਉਹਨਾਂ ਨੇ ਸੋਚਿਆ ਹੋਣਾ ਕਿ ਵੀ ਪੰਜਾਬ ਵਿੱਚ ਵੀ ਜਾਂਦੇ ਹੋ, ਜਾਂ ਤੇ ਉਹਨਾਂ ਦੀਆਂ ਮਸ਼ੀਨਾਂ ਨੇ ਪ੍ਰੋਪਰ ਨਹੀਂ ਚੈੱਕ ਕੀਤਾ, ਕਿਉਂਕਿ ਗਨ ਦੇ ਨਾਲ ਚੈੱਕ ਕਰਕੇ ਬਿਠਾ ਲਏ ਨੇ। ਹਾਂਜੀ। ਤੇ ਜੇ ਤੇ ਫਿਰ ਦੂਸਰੇ ਪਾਸੇ ਆ ਪੰਜਾਬ ਗਵਰਨਮੈਂਟ ਦੀ ਵੀ ਅਤੇ ਸੈਂਟਰ ਗਵਰਨਮੈਂਟ ਦੀ ਵੀ ਇਹ ਹੋਣੀ ਚਾਹੀਦੀ ਸੀ ਕਿ ਜਦੋਂ ਇੱਕ ਸੂਬੇ ਤੋਂ, ਇੱਕ ਸਟੇਟ ਤੋਂ ਦੂਸਰੀ ਸਟੇਟ ਦੇ ਵਿੱਚ ਐਂਟਰ ਹੋ ਰਹੇ ਆ, ਉਹਨਾਂ ਨੂੰ ਇੱਕ ਥਾਂ ਖੜੇ ਕਰਕੇ, ਉਹਨਾਂ ਨੂੰ ਚੈੱਕ ਕਰਕੇ ਫਿਰ ਉਹਨਾਂ ਨੂੰ ਦੇਖਦੇ ਕਿ ਕਿੱਧਰ ਭੇਜਣਾ ਸੀ। ਤੇ ਇਹਨਾਂ ਨੇ ਤਾਂ ਸਿੱਧੇ ਲਿਆ ਕੇ ਉਹਨਾਂ ਨੂੰ ਘਰੋਂ ਘਰ ਪਹੁੰਚਾਤਾ, ਤੇ ਹੁਣ ਉਹ ਆਪਣੇ ਪੰਜਾਬੀ ਦੇ ਕਹਾਵਤਾਂ ਅੰਗਰ ਵੀ ਡੰਗਰਾਂ ਅੰਗਰ ਹੁਣ ਕੱਲਿਆਂ ਨੂੰ ਘਰਾਂ ਚੋਂ ਲੱਭ ਰਹੇ, ਇਕੱਠੇ ਕਰ ਰਹੇ ਆ। ਉਹ ਕਿੰਨਿਆਂ ਨੂੰ ਮਿਲਦੇ ਆ, ਕਿੰਨਿਆਂ ਨੂੰ ਮਿਲੇ ਨੇ, ਉਹ ਬਿਮਾਰੀ ਹੋਰ ਫੈਲਣ ਦੀ ਜ਼ਿਆਦਾ ਖਸਤਾ ਹੈਗੀ ਆ। ਹਾਂਜੀ। ਮਾੜਾ ਸਾਹਿਬ ਇੱਥੇ ਮੈਂ ਤੁਹਾਨੂੰ ਇੱਕ, ਕਿਉਂਕਿ ਤੁਸੀਂ ਜਿਹੜੀ ਗੱਲ ਕੀਤੀ ਆ ਕਿ ਜਿਹੜੀ ਮਹਾਰਾਸ਼ਟਰ ਸਰਕਾਰ ਨੇ ਚੈੱਕ ਕੀਤੇ, ਉੱਥੇ ਹਜੂਰ ਸਾਹਿਬ ਦੇ ਵਿੱਚ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪ੍ਰਬੰਧ ਕਰਦੇ ਆ, ਉੱਥੇ ਉਹਨਾਂ ਨੇ ਕੀਤੇ। ਜੋ ਲੰਗਰ ਵਾਲੇ ਬਾਬੇ ਆ, ਜਿੱਦਾਂ ਤੁਸੀਂ ਵੀ ਦੱਸਿਆ, ਬਾਬਾ ਬਲਵਿੰਦਰ ਸਿੰਘ ਹੋਣੀ, ਉਹਨਾਂ ਦੀ ਟੀਮ ਨੇ ਇਹਨਾਂ ਨੂੰ ਚੈੱਕ ਕੀਤਾ, ਹਰ ਹਫ਼ਤੇ ਚੈੱਕ ਕਰਦੇ ਰਹੇ, ਕਿਸੇ ਨੂੰ ਕਰੋਨਾ ਨਹੀਂ ਨਿਕਲਿਆ। ਲੇਕਿਨ ਜਦੋਂ ਪੰਜਾਬ ਦੀ ਧਰਤੀ ਦੀ, ਜਿੱਦਾਂ ਤੁਸੀਂ ਕਿਹਾ ਕਿ ਕਿਸੇ ਬਾਰਡਰ ਤੋਂ ਦੂਸਰੀ ਸਟੇਟ 'ਚ ਜਾਣਾ, ਇੱਕ ਸਟੇਟ ਤੋਂ, ਉਹ ਸਟੇਟ ਦਾ ਫਰਜ਼ ਬਣਦਾ, ਉਸ ਸੂਬੇ ਦਾ ਫਰਜ਼ ਬਣਦਾ ਕਿ ਜਿਹੜੇ ਬਾਹਰੋਂ ਆਏ ਆ, ਕੋਈ ਵੀ, ਚਾਹੇ ਉਹਨਾਂ ਨੂੰ ਕਰੋਨਾ ਹੈਗਾ ਚਾਹੇ ਨਹੀਂ ਹੈਗਾ, ਉਹਨਾਂ ਨੂੰ ਚੈੱਕ ਕਰਕੇ ਜੇ ਉਹਨਾਂ ਨੂੰ ਲੱਗਦਾ ਮਾੜਾ ਮੋਟਾ ਤੇ ਉਹਨਾਂ ਨੂੰ ਸੈਂਟਰਾਂ 'ਚ ਭੇਜੋ। ਲੇਕਿਨ ਇਹਨਾਂ ਨੇ ਕਿਸੇ ਨੂੰ ਚੈੱਕ ਨਹੀਂ ਕੀਤਾ। ਇੱਥੇ ਧੋਖਾ ਜਿਹਾ ਲੱਗਦਾ। ਲੇਕਿਨ ਆਪਾਂ ਹਜੇ ਇਦੋਂ ਗਾਂਹ ਵੀ ਵਿਚਾਰਾਂ ਦੀ ਸਾਂਝ ਪਾਉਣੀ ਆ। ਰੰਧਾਵਾ ਸਾਹਿਬ, ਕੀ ਪੰਜਾਬ ਦੀ ਸਰਕਾਰ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਚੈੱਕ ਕਰਨਾ, ਤੇ ਚੈੱਕ ਕਰਕੇ ਜੇ ਉਹ ਕਰੋਨਾ ਪੋਜ਼ਿਟਿਵ ਹੁੰਦੇ ਤਾਂ ਉਹਨਾਂ ਨੂੰ ਸੈਂਟਰਾਂ 'ਚ ਭੇਜਣ ਦਾ? ਸਭ ਤੋਂ ਪਹਿਲਾਂ ਸਿੱਖ ਚੈਨਲ ਦੇਖਣ ਵਾਲੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।
ਦੇਖੋ ਜੀ, ਜਿੱਥੇ ਸਿੱਖ ਚੈਨਲ ਇੰਨਾ ਵਧੀਆ ਪ੍ਰੋਗਰਾਮ ਦਿਖਾ ਰਿਹਾ, ਜਿੱਦਾਂ ਕੋਈ ਵੀ ਦੁਰਘਟਨਾ ਹੋਵੇ, ਕਿਤੇ ਕੋਈ ਬਿਮਾਰੀ ਫੈਲੇ ਜਾਂ ਕਿਤੇ ਗਰੀਬੀ ਅਮੀਰੀ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਸਹਾਇਤਾ ਚਾਹੀਦੀ ਆ, ਸਿੱਖ ਚੈਨਲ ਉੱਥੇ ਮੋਹਰੇ ਹੋ ਕੇ ਪਹੁੰਚਦਾ। ਹਾਂਜੀ ਜਿੱਦਾਂ ਕਿ ਆਪਣੇ ਹਰਿੰਦਰ ਸਿੰਘ ਅੱਜ ਮੈਂ ਦੇਖਿਆ, ਉਹ ਸੀਲੀਗਰ ਸਿੱਖਾਂ ਨੂੰ ਉੱਥੇ ਜਾ ਕੇ ਆਪ ਰਾਸ਼ਨ ਦੇ ਰਹੇ ਸੀ। ਉਹ ਵੀ ਸਿੱਖ ਚੈਨਲ ਦੀ ਟੀਮ ਦਾ ਬਹੁਤ ਵਧੀਆ ਸ਼ਲਾਘਾਯੋਗ ਕਦਮ ਆ। ਉਹਦੀ ਵੱਧ ਤੋਂ ਵੱਧ ਸਿੱਖ ਚੈਨਲ ਦੀ ਮਦਦ ਕਰਕੇ ਇੱਦਾਂ ਦੇ ਲੋਕਾਂ ਦੀ ਜਿਹੜੀ ਸੇਵਾ ਆ ਇੰਡੀਆ ਦੇ ਵਿੱਚ ਕਰਨੀ ਚਾਹੀਦੀ ਆ। ਇਹ ਬਹੁਤ ਵਧੀਆ ਕਦਮ ਹਾਂਜੀ ਆ ਸਿੱਖ ਚੈਨਲ ਦੀ। ਦੂਜੇ ਪਾਸੇ ਹੁਣ ਆਪਾਂ ਜਿੱਦਾਂ ਬਿਮਾਰੀ ਦੀ ਗੱਲ ਕਰਦੇ ਹਾਂ, ਵੀ ਇਹ ਬਿਮਾਰੀ ਦੇਖੋ ਬੜੀ ਖਤਰਨਾਕ ਬਿਮਾਰੀ ਆ। ਜਿੱਦਾਂ ਹੁਣ ਇਹਨਾਂ ਨੇ ਸ਼ਰਧਾਲੂ ਉੱਥੋਂ ਲਿਆਂਦੇ, ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਇਹ ਚਾਹੀਦਾ ਸੀ ਵੀ ਸ਼ਰਧਾਲੂਆਂ ਨੂੰ ਜਦੋਂ ਉੱਥੋਂ ਹੀ ਚੈੱਕ ਕਰਕੇ ਚੜਾਇਆ ਸੀ, ਤੇ ਇਹਨਾਂ ਨੂੰ ਇੱਥੇ ਵੀ ਇਹ ਇੱਕ ਸੈਂਟਰ ਬਣਾਉਂਦੇ ਜਿੱਥੇ ਸਾਰੀਆਂ ਬੱਸਾਂ ਪਹੁੰਚਦੀਆਂ। ਬੱਸਾਂ ਪਹੁੰਚ ਕੇ ਉੱਥੇ ਸਾਰਿਆਂ ਨੂੰ ਚੈੱਕ ਕੀਤਾ ਜਾਂਦਾ, ਕੱਲੇ ਕੱਲੇ ਨੂੰ ਚੈੱਕ ਹਾਂਜੀ ਕਰਦੇ, ਜਿਹੜਾ ਨੈਗੇਟਿਵ ਨਿਕਲਦਾ ਉਹਨੂੰ ਘਰ ਭੇਜ ਦਿੰਦੇ, ਜਿਹੜਾ ਪੋਜ਼ਿਟਿਵ ਨਿਕਲਦਾ ਉਹਦਾ ਇਲਾਜ ਕਰਦੇ। ਇਹਨਾਂ ਨੇ ਇਹਦੀ ਬਜਾਏ ਲਿਆ ਕੇ, ਜਿੱਦਾਂ ਬਾੜਾ ਸਾਹਿਬ ਨੇ ਵੀ ਦੱਸਿਆ, ਵੀ ਘਰੋਂ ਘਰੀ ਪਹੁੰਚਾਤੇ। ਹੁਣ ਘਰੋਂ ਘਰੀ ਜਦੋਂ ਬੰਦੇ ਚਲੇ ਗਏ, ਕੀ ਪਤਾ ਕਿਹਨੂੰ ਮਿਲੇ, ਕੀ ਹੋਇਆ, ਕਿੱਥੇ ਗਏ। ਇਹ ਹੁਣ ਕੱਲੇ ਕੱਲੇ ਬੰਦੇ ਨੂੰ ਕੱਲੇ ਕੱਲੇ ਪ੍ਰਸ਼ਾਸਨ ਵਾਲੇ ਟੋਰ ਰਿਹਾ। ਇਹਨਾਂ ਨੇ ਵੀ ਸਰਕਾਰ ਦੀ ਬੜੀ ਨਾਕਾਮੀ ਆ ਵੀ ਇਹਨਾਂ ਨੇ ਆਪਣੀ ਵਾਹਵਾ ਖੱਟਣ ਲਈ ਪਹਿਲਾਂ ਤਾਂ ਦਵਾ ਦਵ ਲੋਕਾਂ ਨੂੰ ਉੱਥੋਂ ਮੰਗਾ ਕੇ ਆਪਣੇ ਆਪਣੇ ਘਰੀ ਪਹੁੰਚਾਤਾ। ਹੁਣ ਜਦੋਂ ਕਰੋਨਾ ਨਿਕਲਣਾ ਸ਼ੁਰੂ ਹੋਇਆ ਤਾਂ ਇਹਨਾਂ ਨੂੰ ਮੁੜ ਕੇ ਕੰਟਰੋਲ ਕਰਨਾ ਔਖਾ ਹੋ ਗਿਆ। ਹੁਣ ਤੁਸੀਂ ਲਾਓ ਵੀ ਹਾਂਜੀ 1100 ਤੋਂ ਵੱਧ ਬੰਦੇ ਜਿਹੜੇ ਇਸ ਵੇਲੇ ਪੰਜਾਬ ਦੇ ਵਿੱਚ ਪ੍ਰਭਾਵਿਤ ਹੋਏ ਆ, ਜਿਹਦੇ ਵਿੱਚ 607 ਸ਼ਰਧਾਲੂ ਕਹਿੰਦੇ ਆ ਵੀ ਸ਼ਰਧਾਲੂ ਆ। ਦੂਜੀ ਗੱਲ, ਜਿੱਥੇ ਉਹਨਾਂ ਨੂੰ ਰੱਖਿਆ ਗਿਆ ਲਿਆ ਕੇ, ਉਹ ਬੜੀਆਂ ਗੰਦੀਆਂ ਜਗ੍ਹਾ ਸੀ। ਸਕੂਲਾਂ, ਸਰਕਾਰੀ ਸਕੂਲਾਂ ਦੇ ਵਿੱਚ ਰੱਖਿਆ ਗਿਆ ਜਾਂ ਕੋਈ ਉੱਦਾਂ ਬਿਲਡਿੰਗਾਂ ਦੇ ਵਿੱਚ ਰੱਖਿਆ ਗਿਆ। ਹੁਣ ਸਰਕਾਰੀ ਸਕੂਲ ਕਿੰਨੇ ਚਿਰ ਤੋਂ ਬੰਦ ਪਏ ਆ, ਨਾ ਕੋਈ ਉੱਥੇ ਸਫਾਈ ਦਾ ਪ੍ਰਬੰਧ, ਨਾ ਪਾਣੀ ਦਾ ਪ੍ਰਬੰਧ। ਹੁਣ ਸਰਕਾਰੀ ਬਿਲਕੁਲ ਸਕੂਲਾਂ ਦੇ ਵਿੱਚ ਇੱਕ ਟਾਇਲਟ ਹੁੰਦੀ ਹੈ ਜਾਂ ਦੋ ਟਾਇਲਟਾਂ ਹੋਣਗੀਆਂ, ਨਹਾਉਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ, ਕਿਉਂਕਿ ਬੱਚੇ ਕਿਹੜੇ ਸਕੂਲਾਂ 'ਚ ਜਾ ਕੇ ਨਹਾਉਂਦੇ, ਜਾਂ ਨਾ ਟੀਚਰ ਉੱਥੇ ਆਣ ਕੇ ਨਹਾਉਂਦੇ ਆ। ਨਹਾਉਣ ਦਾ ਕੋਈ ਹਾਂਜੀ ਪ੍ਰਬੰਧ ਨਹੀਂ। ਉੱਥੇ ਲੋਕ ਬੈਠੇ ਬਿਲਕਣ ਡਏ ਵੀ ਸਾਨੂੰ ਇਹਦੇ ਨਾਲ ਤਾਂ ਸਾਡੇ ਘਰ ਹੀ ਬਹਾਲ ਕੇ ਸਾਨੂੰ ਅੰਦਰ ਹੀ ਜਿੰਦੇ ਲਾ ਦਿਓ, ਅਸੀਂ ਆਪਣੇ ਘਰ ਨਹਾ ਤਾਂ ਲਈਏ ਜਾ ਕੇ। ਇੱਕ ਬੀਬੀ ਫਗਵਾੜੇ ਤੋਂ ਸਰਕਾਰੀ ਹਸਪਤਾਲ ਦੇ ਵਿੱਚ ਬੈਠੀ ਸੀ, ਉਹ ਕਹਿਣ ਡਈ ਅਸੀਂ ਹਜੂਰ ਸਾਹਿਬ ਦਾ ਇਸ਼ਨਾਨ ਕੀਤਾ, ਹਾਲੇ ਤੱਕ ਅਸੀਂ ਆਪਣੇ ਕੱਪੜੇ ਵੀ ਨਹੀਂ ਚੇਂਜ ਕੀਤੇ। ਦੱਸੋ ਇਹ ਅੱਛਾ ਜੀ ਸਰਕਾਰਾਂ ਦੀਆਂ ਨਾਕਾਮੀਆਂ ਨਹੀਂ ਤੇ ਹੋਰ ਕੀ ਆ। ਇਹਦੇ ਨਾਲੋਂ ਤਾਂ ਬੁੱਚੜਖਾਨੇ ਚੰਗੇ ਹੁੰਦੇ ਆ ਵੀ ਉੱਥੇ ਹੀ ਲੋਕਾਂ ਨੂੰ ਛੱਡ ਦਿੰਦੇ, ਫਿਰ ਕੀ ਫਾਇਦਾ, ਇਹਨਾਂ ਨੂੰ ਲਿਆਉਣ ਦਾ ਕੀ ਫਾਇਦਾ ਹੋਇਆ। ਦੂਜੇ ਪਾਸੇ ਜਦੋਂ ਉੱਥੋਂ ਸ਼ਰਧਾਲੂ ਚੜੇ ਸਹੀ ਸਲਾਮਤ, ਇਹਨਾਂ ਨੇ ਲਗਜ਼ਰੀ ਬੱਸਾਂ ਉੱਥੇ ਨੂੰ ਭੇਜ ਦਿੱਤੀਆਂ, ਜਿਹੜੀਆਂ ਕਿ ਵੋਲਵੋ ਬੱਸਾਂ, ਏਸੀ ਬੱਸਾਂ ਸੀ। ਜਿਹੜਾ ਕਰੋਨਾ ਆ ਉਹ ਏਸੀ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਆ। ਇਹ ਹਾਂਜੀ ਇਹਨਾਂ ਨੂੰ ਸਰਕਾਰ ਨੂੰ ਪਹਿਲਾਂ ਚਾਹੀਦਾ ਸੀ। ਹੁਣ ਕਮੇਟੀਆਂ ਬਣਾਉਣ 'ਚ ਤਾਂ ਅਮਰਿੰਦਰ ਸਿੰਘ ਬੜਾ ਮਾਹਰ ਆ ਵੀ ਮੈਂ ਆਹ ਕਮੇਟੀ ਬਣਾਤੀ, ਮੈਂ ਆਹ ਕਮੇਟੀ ਬਣਾਤੀ। ਇਹਦੇ ਲਈ ਇੱਕ ਡਾਕਟਰਾਂ ਦੀ ਕਮੇਟੀ ਬਣਾਉਂਦਾ, ਵਿੱਚ ਤਕੜੇ ਮਾਹਰ ਆਪਣੇ ਬੰਦੇ ਬਹਾਲਦਾ, ਉਹਨਾਂ ਨੂੰ ਕਹਿੰਦਾ ਵੀ ਮੈਂ ਆਹ ਕੰਮ ਕਰਨ ਲੱਗਾ, ਇਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ। ਇਹਨਾਂ ਨੇ ਏਸੀ ਵਾਲੀਆਂ ਬੱਸਾਂ ਭੇਜਤੀਆਂ, ਵੱਡੇ ਵੱਡੇ ਸ਼ੀਸ਼ੇ ਸੀ, ਕੋਈ ਵਿੰਡਾ ਨਹੀਂ ਸੀ ਖੁੱਲਦਾ, ਕੋਈ ਤਾਕੀ ਬਾਹਰੋਂ ਫਰੈਸ਼ ਹਵਾ ਨਹੀਂ ਸੀ ਜਾਂਦੀ, ਜਿਹੜੀ ਅੰਦਰਲੀ ਹਵਾ ਅੰਦਰ ਹੀ ਘੁੰਮੀ ਜਾਂਦੀ। ਉਹਦੇ ਵਿੱਚ ਜੇ ਇੱਕ ਬੰਦੇ ਨੂੰ ਵੀ ਕਰੋਨਾ ਹੋਵੇ ਤਾਂ ਉਹ ਸਾਰੇ ਬੰਦਿਆਂ ਕੋਲ ਫੈਲ ਜਾਣਾ ਏਸੀ ਦੇ ਨਾਲ, ਕਿਉਂਕਿ ਏਸੀ ਜਿਹੜੇ ਆ ਇਹ ਬਿਮਾਰੀ ਦਾ ਘਰ ਆ। ਇਹ ਏਸੀ ਬੱਸਾਂ ਸੀ ਸਾਰੀਆਂ, ਹੋ ਸਕਦਾ ਇਹ ਇੱਕ ਵੱਡਾ ਕਾਰਨ ਹੋ ਸਕਦਾ, ਏਸੀ ਬੱਸਾਂ ਦੇ ਕਰਕੇ ਵੀ ਜ਼ਿਆਦਾ ਫੈਲ ਸਕਦੀ ਆ। ਦੂਜੇ ਪਾਸੇ ਤੁਸੀਂ ਲਾਓ ਵੀ ਹੁਣ ਜੇ ਤੁਸੀਂ ਆਪਾਂ ਦੇਖਦੇ ਆ ਵੀ ਜਿਹੜੀ ਇਹ ਕਰੋਨਾ ਦੀ ਬਿਮਾਰੀ ਆ, ਇਹਨੂੰ ਇੱਕ ਧਾਰਮਿਕ ਰੰਗਤ ਦਿੱਤੀ ਜਾਂਦੀ ਆ ਵੀ ਇਹ ਇੱਕ ਗੁਰਦੁਆਰੇ ਸਾਹਿਬ ਤੋਂ ਆਏ ਆ, ਤਾਂ ਇਹਨਾਂ ਨੇ ਜੀ ਇਹ ਆਣ ਕੇ ਇੱਥੇ ਕਰੋਨਾ ਖਿਲਾਰਤਾ। ਇਹਨੂੰ ਧਾਰਮਿਕ ਦੇਖੋ, ਜਿਹੜੀ ਇਹ ਬਿਮਾਰੀ ਆ ਕਿਸੇ ਨੂੰ ਵੀ ਹੋ ਸਕਦੀ ਆ। ਕੋਈ ਗੋਰਾ ਨਹੀਂ, ਬਿਲਕੁਲ ਕੋਈ ਕਾਲਾ ਨਹੀਂ, ਕੋਈ ਹੋਰ ਨਹੀਂ, ਇਸ ਦੇਖਦੀ ਕੋਈ ਮੁਸਲਮਾਨ, ਕੋਈ ਹਿੰਦੂ ਨਹੀਂ। ਇਹਨੇ ਜਿਹਨੂੰ ਦੇਖਣਾ, ਇਹਨੇ ਨਹੀਂ ਦੇਖਣਾ ਗੋਰਾ ਕਾਲਾ ਹਿੰਦੂ ਮੁਸਲਮਾਨ, ਕੁਛ ਨਹੀਂ, ਇਹਨੇ ਹਰੇਕ ਨੂੰ ਚੁੰਬੜਨਾ ਹੀ ਚੁੰਬੜਨਾ। ਇਸ ਬਿਮਾਰੀ ਨੂੰ ਲੁਕਾਉਣ ਲਈ ਪੰਜਾਬ ਸਰਕਾਰ ਜਿਹੜੀ ਆ ਇਹ ਟੋਟਲੀ ਫੇਲ ਹੋਈ ਆ। ਇਹ ਆਪਣੀਆਂ ਨਾਕਾਮੀਆਂ ਲੁਕਾਉਣ ਲਈ, ਕੁਛ ਕੇਂਦਰ ਸਰਕਾਰ ਦੀਆਂ ਗਲਤੀਆਂ ਰਹੀਆਂ, ਕੁਛ ਉਹਨਾਂ ਨਾਲ ਸੰਬੰਧਿਤ ਬੰਦੇ ਜਿਹੜੇ ਉਹ ਆਪਣੀਆਂ ਗਲਤੀਆਂ ਛੁਪਾਉਣ ਲਈ ਸਰਕਾਰੀ ਰੋਟੀਆਂ ਸੇਕ ਰਹੇ ਆ। ਇੱਦਾਂ ਦੀਆਂ ਗੱਲਾਂ ਸਾਰੀਆਂ ਨੂੰ ਛੱਡ ਕੇ ਇਹਨਾਂ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਆ, ਜਿਹੜੇ ਲੋਕ ਉੱਥੋਂ ਪ੍ਰਭਾਵਿਤ ਹੋ ਕੇ ਆਏ ਆ, ਔਰ ਲੋਕ ਇੱਥੇ ਆਣ ਕੇ ਹੋਰ ਤੰਗ ਹੋਏ ਆ ਮੋਹਰੇ। ਇਹ ਇੱਦਾਂ ਦੀਆਂ ਗੱਲਾਂ ਕਰਕੇ ਇਹ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਉਹ ਇਹਨਾਂ ਨੇ ਨਿਭਾਈ ਨਹੀਂ। ਆਪਣੇ ਸਿਰੋਂ ਲਾਉਣਾ ਚਾਹੁੰਦੀ ਆ ਸਾਰਾ ਕੁਝ, ਤੇ ਕਿਸੇ ਤਰ੍ਹਾਂ ਵੀ ਸਾਡੇ ਮੋਢਿਆਂ ਤੋਂ ਭਾਰ ਲੈ ਕੇ ਅਸੀਂ ਲੋਕਾਂ ਨੂੰ ਆਪੋ ਆਪਣੇ ਘਰੀ ਪਹੁੰਚਾ ਕੇ ਅਸੀਂ ਫਾਰਗ ਹੋ ਜਾਈਏ ਵੀ ਅਸੀਂ ਜੀ ਦੇਖ ਲਿਆ ਜੀ, ਅਸੀਂ ਆਹ ਕਰਤਾ। ਪਰ ਉਹਦੇ ਵਿੱਚ ਇਹ ਬਿਲਕੁਲ ਆਪ ਹੀ ਉਲਝ ਗਏ ਤਾਣੇ ਦੇ ਵਿੱਚ। ਉਹ ਬਿਲਕੁਲ ਜਿੱਦਾਂ ਕਹਿੰਦੇ ਬਿਲਕੁਲ ਕਹਿੰਦੇ ਹੁੰਦੇ ਨਾ, ਤਾਣੀ ਉਹ ਇੱਕ ਤਾਂ ਹੁੰਦਾ ਧਾਗਾ ਟੁੱਟ ਜਾਣਾ ਤਾਂ ਗੰਢ ਲੈਣਾ, ਇਹ ਤਾਣੀ ਉਲਝ ਗਏ ਹੁਣ। ਹਾਲੇ ਪਤਾ ਨਹੀਂ ਕਿੱਧਰ ਨੂੰ ਜਾਣੀ ਆ। ਅੱਛਾ, ਇਹ ਸ਼ਰਧਾਲੂਆਂ ਦਾ ਨਾਂ ਲਈ ਜਾਂਦੇ ਆ। ਜਿਹੜੀ ਲੇਬਰ ਬਾਹਰੋਂ ਆਈ ਕੰਮ ਕਰਦੀ, ਉਹਦਾ ਕਿਸੇ ਨੇ ਨਾਂ ਨਹੀਂ ਲਿਆ। ਜਿਹੜਾ ਮੱਧ ਪ੍ਰਦੇਸ਼ ਤੋਂ ਇੱਕ ਟਰੱਕ ਆਇਆ ਸੀ, ਬਠਿੰਡੇ ਕੋ ਆਣ ਕੇ ਉਤਰ ਗਏ ਬੰਦੇ, ਉਹਨਾਂ ਦਾ ਕਿਸੇ ਨੇ ਨਾਂ ਨਹੀਂ ਲਿਆ। ਜਿਹੜੇ ਸਟੂਡੈਂਟ ਆਏ ਆ
ਰਾਜਸਥਾਨ ਤੋਂ, ਉਹਨਾਂ ਦਾ ਕਿਸੇ ਨੇ ਨਾਂ ਨਹੀਂ ਲਿਆ। ਇਹ ਸਿੱਖਾਂ ਨੂੰ ਕਿਉਂ ਟਾਰਗੇਟ ਕਰ ਰਹੇ ਆ? ਪਹਿਲਾਂ ਮਰਕਜ਼ ਦੇ ਵਿੱਚ ਬੰਦੇ ਮੁਸਲਮਾਨਾਂ ਨੂੰ ਕਹਿ ਕੇ ਉਹ ਜੀ ਫਲਾਣੇ ਫਲਾਣੇ ਸ਼ਹਿਰ 'ਚ ਪਹੁੰਚ ਗਏ ਜੀ, ਉਹਨਾਂ ਨੇ ਖਿਲਾਰਤਾ। ਹੁਣ ਸਿੱਖ ਜੀ ਜੇ ਧਾਰਮਿਕ ਸਥਾਨਾਂ ਤੋਂ ਆਏ ਆ, ਪਹਿਲੀ ਗੱਲ ਤਾਂ ਲੋਕਡਾਊਨ ਕਰਨ ਤੋਂ ਪਹਿਲਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਸੀ ਕਿਹੜਾ ਬੰਦਾ ਕਿਹੜੀ ਜਗ੍ਹਾ ਪਹੁੰਚਾ ਆ, ਉਹਨਾਂ ਬੰਦਿਆਂ ਨੂੰ ਆਰਡਰ ਦੇਣੇ ਚਾਹੀਦੇ ਸੀ, ਕਹਿਣਾ ਚਾਹੀਦਾ ਸੀ ਤੁਸੀਂ 3-4-5 ਦਿਨਾਂ ਦੇ ਵਿੱਚ ਵਿੱਚ ਘਰ ਆ ਜਾਓ, ਆਪੋ ਆਪਣੇ ਜਿੱਥੇ ਹੀ ਪਹੁੰਚ ਸਕਦੇ ਆ ਤੇ ਅਸੀਂ ਲੋਕਡਾਊਨ ਕਰਨਾ। ਇਹਨਾਂ ਨੇ ਉਹ ਟਾਈਮ ਨਹੀਂ ਦਿੱਤਾ ਲੋਕਾਂ ਨੂੰ, ਲੋਕ ਜਿੱਥੇ ਫਸੇ ਸੀ ਫਸ ਗਏ। ਹੁਣ ਇੱਕ 100 ਸਾਲ ਦਾ ਬਜ਼ੁਰਗ ਵਿਚਾਰਾ, ਕਪੂਰਥਲੇ ਦੀ ਗੱਲ ਆ, ਆਪਣੇ ਰਾਣਾ ਗੁਰਜੀਤ ਸਿੰਘ ਕੱਲ ਉੱਥੇ ਪਹੁੰਚਾ। ਉੱਥੇ ਲੋਕਾਂ ਦੀਆਂ ਗੱਲਾਂ ਉਹਨੂੰ ਸੁਣਨੀਆਂ ਪਈਆਂ, ਜਾ ਕੇ ਉੱਥੇ ਮਾਫੀ ਵੀ ਮੰਗਣੀ ਪਈ ਲੋਕਾਂ ਤੋਂ। ਔਰ ਆਪਣੀ ਸਰਕਾਰ ਦੀਆਂ ਨਾਕਾਮੀਆਂ ਦੇ ਬਾਵਜੂਦ ਸਰਕਾਰ ਨੂੰ ਵੀ ਕਿਹਾ ਕਿ ਸਾਡੀ ਸਰਕਾਰ ਕਾਮਯਾਬ ਨਹੀਂ ਰਹੀ ਕਿਉਂਕਿ ਇਹਨੇ ਪੂਰਾ ਇਲਾਜ ਨਹੀਂ ਕਰ ਸਕੀ। ਇਸ ਕਰਕੇ ਇਹਨਾਂ ਸਰਕਾਰ ਨੇ ਕੁਝ ਦੇਖਿਆ ਹੀ ਨਹੀਂ ਕਿਸੇ ਪਾਸੇ ਨੂੰ ਵੀ। ਇਹਨਾਂ ਨੇ ਫਟਾਫਟ ਲਿਆ ਕੇ ਆਪਣੀ ਵਾਹਵਾ ਖੱਟਣ ਲਈ ਅਮਿਤ ਸ਼ਾਹ ਨੂੰ ਤੂੰ ਵੀ ਦੇਤੀਆਂ ਵਧਾਈਆਂ, ਵੀ ਬੱਲੇ ਬੱਲੇ ਵੀ ਤੁਸੀਂ ਜੀ ਸਾਡੇ ਲਈ ਬਹੁਤ ਵਧੀਆ ਕੰਮ ਕਰਤਾ ਜੀ, ਆਹ ਕਰਤਾ ਜੇ ਕਰਤਾ। ਪਰ ਇਹਨਾਂ ਨੇ ਉਹਦੇ ਲਈ ਰਾਹ ਨਹੀਂ ਬਣਾਇਆ ਕੋਈ ਵੀ, ਮੂਹਰੇ ਬੰਦੇ ਰੱਖਣੇ ਕਿੱਥੇ ਆ, ਕਿੱਦਾਂ ਆਏ ਆ, ਕੀ ਹੈਗਾ ਕੀ ਨਹੀਂ। ਉਹਨਾਂ ਗੱਲਾਂ ਨੂੰ ਸੋਚਣ ਵਿਚਾਰਨ ਦਾ ਇਹਨਾਂ ਦਾ ਕੰਮ ਬਣਦਾ ਸੀ ਪਹਿਲਾਂ, ਫਿਰ ਇਹ ਉਹ ਕਦਮ ਚੱਕਦੇ ਬੰਦੇ ਉੱਥੋਂ ਲਿਆਉਣ ਦਾ। ਪਰ ਇਹਨਾਂ ਨੇ ਸੋਚਣ ਵਿਚਾਰਨ ਕਰਨ ਤੋਂ ਪਹਿਲਾਂ ਬੱਸਾਂ ਭੇਜ ਕੇ ਬੰਦੇ ਉੱਥੇ ਲਿਆ ਕੇ ਪੰਜਾਬ 'ਚ ਢੇਰੀ ਕਰਤੇ, ਤੇ ਜਦੋਂ ਮੁੜ ਕੇ ਹੁਣ ਖਿਲ ਰਿਹਾ ਤਾਂ ਹੁਣ ਮੁੜ ਕੇ ਕੰਟਰੋਲ ਨਹੀਂ ਹੋ ਰਿਹਾ। ਹੁਣ ਇੱਕ ਦੂਜੇ ਦੇ ਉੱਤੇ ਰੋਟੀਆਂ ਸੇਕੀ ਜਾਂਦੇ ਆ, ਰਾਜ ਸੀ ਫਲਾਣੇ ਨਾ ਕਿਹਾ ਸੀ, ਧਮਕੜੇ ਨਾ ਕਿਹਾ ਸੀ। ਇੱਦਾਂ ਨਹੀਂ ਗੱਲਾਂ ਚੱਲਦੀਆਂ, ਗੱਲ ਚੱਲਣੀ ਹੈ। ਰੰਧਾਵਾ ਸਾਹਿਬ ਮੈਂ ਤੁਹਾਡਾ ਰਿਣੀ ਆ, ਮੈਂ ਤੁਹਾਡਾ ਕਿ ਤੁਸੀਂ ਬਹੁਤ ਵਧੀਆ ਆਪਣੇ ਵਿਚਾਰ ਦਿੱਤੇ, ਲੇਕਿਨ ਉਹਦੇ ਵਿੱਚ ਇੱਥੇ ਤੁਸੀਂ ਗੱਲ ਕੀਤੀ ਸਿਆਸਤ ਦੀ। ਸਿਆਸਤ ਉਹਦੇ ਵਿੱਚ ਅੱਜ ਹੋ ਰਹੀ ਹੈ ਪੰਜਾਬ ਦੀ ਧਰਤੀ ਤੇ, ਕਿਉਂਕਿ ਜੇ ਕੇਂਦਰ ਕੋਲੋਂ ਪਰਮਿਸ਼ਨ ਲੈਣ ਦੇ ਲਈ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣਾ ਪੂਰਾ ਜ਼ੋਰ ਲਾ ਕੇ ਪਰਮਿਸ਼ਨ ਲਿਆਂਦੀ, ਉੱਥੋਂ ਲਈ, ਮੁੜ ਕੇ ਪੰਜਾਬ ਸਰਕਾਰ ਬੱਸਾਂ ਦੇਣ ਤੋਂ ਕਾਨਾਕਾਰੀ ਕਰਨ ਲੱਗੀ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਹਿ ਦਿੱਤਾ ਕਿ ਅਸੀਂ ਆਪਣੇ ਵੱਲੋਂ ਬੱਸਾਂ ਭੇਜ ਦਿੰਦੇ ਆ, ਅਸੀਂ ਇੰਤਜ਼ਾਮ ਕਰ ਦਿੰਦੇ, ਫਿਰ ਇਹਨਾਂ ਨੇ ਖੜੇ ਪੈਰ ਬੱਸਾਂ ਭੇਜੀਆਂ। ਜਿਹੜੀ ਤੁਸੀਂ ਵਿੱਚ ਗੱਲ ਕੀਤੀ ਆ ਕਿ ਏਸੀ ਦੀ ਗੱਲ, ਏਸੀ ਦੇ ਨਾਲ ਕਦੀ ਉਹ ਫੈਲੂਗਾ ਜੇ ਡਰਾਈਵਰ ਨੂੰ ਮੂਹਰੇ ਕਰੋਨਾ ਹੋਊਗਾ। ਤੇ ਹੁਣ ਆਪਣੇ ਕੋਲ ਤੇ ਪ੍ਰੂਫ ਹੋ ਗਿਆ ਕਿ 2 ਡਰਾਈਵਰ ਜਿਹੜੇ ਸੀਗੇ ਉਹਨਾਂ ਦੇ ਉਹ ਮਰ ਗਏ ਕਰੋਨਾ ਕਰਕੇ। ਸੋ ਕਰੋਨਾ ਸੀਗਾ, ਇਹਨਾਂ ਨੂੰ ਡਰਾਈਵਰ ਵੀ ਚੈੱਕ ਕਰਕੇ ਭੇਜਣੇ ਚਾਹੀਦੇ ਸੀਗੇ। ਲਾਡੀ ਭਾ, ਤੁਸੀਂ ਜਿਹੜੀਆਂ ਵਿਚਾਰਾਂ ਹੋਈਆਂ ਇਹਨਾਂ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆਪਣੀ ਆਪਣੇ ਵਿਚਾਰ? ਸਭ ਤੋਂ ਪਹਿਲਾਂ ਸਿੱਖ ਚੈਨਲ ਵਾਲੇ ਵੇਖਣ ਵਾਲੇ ਦਰਸ਼ਕਾਂ ਨੂੰ ਪੂਰੇ ਦੇ ਪੂਰੇ ਪੈਨਲ ਵੱਲੋਂ, ਪੂਰੀ ਦੀ ਪੂਰੀ ਟੀਮ ਵੱਲੋਂ ਦੋਨੇ ਹੱਥ ਜੋੜ ਕੇ ਫਤਿਹ ਸਾਂਝ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਸੋ ਐਮਐਲ ਸਾਹਿਬ, ਬਿਲਕੁਲ ਕੁਐਸਚਨ ਤੁਸੀਂ, ਮੈਂ ਸੁਣਿਆ ਵੀ ਇਹ ਰੰਧਾਵਾ ਸਾਹਿਬ ਦਾ ਵੀ ਜੋ ਇਹਨਾਂ ਨੇ ਆਨਸਰ ਦਿੱਤਾ, ਬੜਾ ਸਾਹਿਬ ਨੇ ਵੀ ਜੋ ਆਨਸਰ ਦਿੱਤਾ ਆ। ਸੋ ਮੈਂ ਜ਼ਰੂਰ, ਇਸ ਵਕਤ ਲੋਕ ਰਾਜਨੀਤੀਆਂ ਕਰਦੇ, ਰੋਟੀਆਂ ਸੇਕ ਰਹੇ। ਇਸ ਵਕਤ ਰਾਜਨੀਤੀ ਕਰਨ ਦਾ ਕੋਈ ਟਾਈਮ ਨਹੀਂ ਹੈਗਾ, ਕਿਉਂਕਿ ਬੀਬਾ ਹਰਸਿਮਰਤ ਬਾਦਲ ਉਹਨਾਂ ਨੇ, ਮੈਂ ਇਹ ਗੱਲ ਜ਼ਰੂਰ ਆ ਕਿ ਉਹਨਾਂ ਨੇ ਕੇਂਦਰ ਅੱਗੇ ਡਿਮਾਂਡ ਰੱਖੀ। ਅਮਿਤ ਸ਼ਾਹ ਉਹਨਾਂ ਨੇ ਇਹ ਗੱਲਾਂ ਜ਼ਰੂਰ ਕਹਿਤੀ ਵੀ ਹਾਂ ਠੀਕ ਹੈ, ਜਿਹੜੇ ਤੁਹਾਡੇ ਉੱਥੇ ਸ਼ਰਧਾਲੂ ਫਸੇ ਨੇ, ਇਸ ਗੱਲ ਨਾਲ ਮੈਂ ਰੰਧਾਵਾ ਸਾਹਿਬ ਨਾਲ ਵੀ ਸਹਿਮਤ ਹਾਂ ਕਿ ਲੋਕਡਾਊਨ ਕਰਨ ਤੋਂ ਪਹਿਲਾਂ ਸਾਨੂੰ 2 ਦਿਨ 4 ਦਿਨ ਅਵੇਅਰ ਕਰ ਦੇਣਾ ਚਾਹੀਦਾ ਸੀ ਵੀ ਇਸ ਤਰੀਕ ਨੂੰ ਤੁਹਾਡਾ ਲੋਕਡਾਊਨ ਹੋ ਜਾਣਾ ਜਾਂ ਕਰਫਿਊ ਕਈਆਂ ਥਾਵਾਂ ਤੇ ਲੱਗ ਜਾਣਾ। ਆਪੋ ਆਪਣੀ ਜਗ੍ਹਾ ਤੇ ਜਿੱਥੇ ਕਿਸੇ ਜਿਸ ਇਨਸਾਨ ਨੇ ਪਹੁੰਚਣਾ ਪਹੁੰਚ ਜਾਓ ਭਾਈ। ਹਾਂਜੀ, ਠੀਕ ਹੈ। ਉਸ ਤੋਂ ਬਾਅਦ ਦੇ ਵਿੱਚ ਇੱਕੋ ਇਹ ਲੋਕਡਾਊਨ ਜਿਹੜਾ ਕਿ ਉਸੇ ਅਗਲੇ ਦਿਨ ਲੋਕਡਾਊਨ ਕਰ ਦਿੱਤਾ, ਜਿਹੜੇ ਜਿੱਥੇ ਫਸੇ ਸੀ ਉੱਥੇ ਫਸੇ ਰਹਿ ਗਏ। ਪਰ ਫਿਰ ਵੀ ਇਹ ਗੱਲ ਜ਼ਰੂਰ ਹੋ ਗਈ ਕਿ ਮਹਾਰਾਸ਼ਟਰ ਦੇ ਮੰਤਰੀ ਅਸ਼ੋਕ ਚੌਹਾਨ ਜੀ ਦਾ ਬਿਆਨ, ਸਟੇਟਮੈਂਟ ਉਹਨਾਂ ਦੀ ਆਈ ਸੀ ਕਿ ਤੁਹਾਡੇ ਡਰਾਈਵਰਾਂ ਨੂੰ ਹੀ ਪਹਿਲਾਂ ਮਿਲਦਾ ਤਾਂ ਪੋਜ਼ੀਟਿਵ ਸੀ। ਵੈਸੇ ਤਾਂ ਮੈਂ ਨਹੀਂ ਕਹਿ ਰਿਹਾ, ਨਾ ਮੈਂ ਬਾੜਾ ਸਾਹਿਬ ਨਾਲ ਐਗਰੀ ਹੋਵਾਂਗਾ, ਨਾ ਮੈਂ ਰੰਧਾਵਾ ਸਾਹਿਬ ਨਾਲ ਐਗਰੀ ਹੋਵਾਂ ਕਿ ਅਸ਼ੋਕ ਚੌਹਾਨ ਜੀ ਉਹਨਾਂ ਦੀ ਸਟੇਟਮੈਂਟ ਜਿਹੜੀ ਸੀ ਉਹਨਾਂ ਦੀ ਆ ਚੁੱਕੀ ਆ ਕਿ ਤੁਹਾਡੇ ਡਰਾਈਵਰਾਂ ਨੂੰ। ਹੁਣ ਇਹ ਨਹੀਂ ਪਤਾ ਡਰਾਈਵਰਾਂ ਨੂੰ ਸੀ ਜਾਂ ਜਿਹੜੇ ਉੱਥੋਂ ਸ਼ਰਧਾਲੂ ਉਹਨਾਂ ਦਾ ਰੱਬ ਜਾਣੇ, ਹੋ ਵੀ ਸਕਦਾ। ਜਦੋਂ ਰੰਧਾਵਾ ਸਾਹਿਬ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਉਹ ਲਗਜ਼ਰੀ ਬੱਸਾਂ ਦੇ ਵਿੱਚ ਇੱਕ ਬੱਸ ਦੇ ਵਿੱਚ ਤਕਰੀਬਨ ਕੋਈ 50-52 ਪੈਸੰਜਰ ਬਹਿ ਜਾਂਦੇ ਨੇ ਯਾਤਰੀ, ਬਿਲਕੁਲ ਇੰਨੇ ਕੁ ਬਹਿ ਜਾਣਗੇ, ਫਿਰ ਡਰਾਈਵਰ ਕੰਡਕਟਰ ਵੀ ਹੋਣਗੇ ਜੀ। ਹੁਣ ਲਗਜ਼ਰੀ ਬੱਸਾਂ ਦੇ ਵਿੱਚ ਆਉਣਗੇ ਜੀ, ਜੇ ਇੱਕ ਨੂੰ ਵੀ ਹੋਇਆ ਤਾਂ ਪੂਰੇ 50-52 ਦੇ ਵਿੱਚ ਉਹ ਫੈਲ ਜਾਣਾ। ਕਿ 23 ਤਰੀਕ ਨੂੰ ਇੱਕ ਬੱਸ, ਕੁਛ ਬੱਸਾਂ ਆਈਆਂ ਜੀ ਉੱਥੇ, ਕੁਛ 24 ਤੋਂ ਕੁਛ 25-26 ਨੂੰ ਆ ਗਈਆਂ। ਹੁਣ ਵਾਰੀ ਹੌਲੀ ਹੌਲੀ ਕਰਕੇ ਬੱਸਾਂ ਆਉਂਦੀਆਂ ਗਈਆਂ ਜੀ। ਹੁਣ 2 ਦਿਨ 3 ਦਿਨ ਇੱਕ ਬੱਸ ਦੇ ਵਿੱਚ ਮੁਸਾਫਰ ਰਹਿਣਗੇ। ਹੁਣ ਆਪਾਂ ਵੀ ਵੇਖੋ, ਆਪਾਂ ਕਿਤੇ ਇੱਥੇ ਜਾਂਦੇ ਸ਼ਾਪਿੰਗ ਕਰਨ, ਪਹਿਲਾਂ ਕਹਿੰਦੇ ਭਾਈ 2 ਮੀਟਰ ਦਾ ਡਿਸਟੈਂਸ ਰੱਖੋ, 2 ਮੀਟਰ ਦਾ ਫਰਕ ਰੱਖੋ। ਹੁਣ ਬੱਸ ਲਾਡੀ ਭਾ ਇੱਕ ਮਿੰਟ, ਜਿਹੜੀ ਮੈਂ ਵਿੱਚ ਇੱਕ ਗੱਲ ਐਡ ਕਰਦਾ ਜਾਵਾਂ, ਕਿਉਂਕਿ ਕੱਲਾ ਆਪਾਂ ਹੀ ਨਹੀਂ ਕਹਿੰਦੇ ਪੈਨਲ ਤੇ ਬੈਠ ਕੇ, ਕੱਲਾ ਪੰਜਾਬ ਹੀ ਨਹੀਂ ਕਹਿੰਦਾ, ਕੱਲਾ ਭਾਰਤ ਹੀ ਨਹੀਂ ਕਹਿੰਦਾ, ਪੂਰੀ ਦੁਨੀਆ ਕਹਿੰਦੀ ਆ ਅਗਰ ਇੱਕ ਬੰਦੇ ਤੋਂ ਕਰੋਨਾ ਦੂਜੇ ਬੰਦੇ ਨੂੰ ਹੁੰਦਾ ਤੇ 14 ਦਿਨਾਂ ਬਾਅਦ ਪਤਾ ਲੱਗਦਾ। ਉਹਨਾਂ ਤੋਂ ਹਜੇ ਆਇਆ ਨਹੀਂ, 14 ਦਿਨ ਨਹੀਂ ਹੋਏ। ਹਾਂਜੀ, ਗਾਹਾਂ ਗੱਲ ਕਰੋ। ਬਿਲਕੁਲ, ਉਹ ਜਿਹੜੀਆਂ ਅਸੀਂ ਬੱਸਾਂ ਦੇ ਵਿੱਚ ਜਦੋਂ ਆਏ ਸੀ, ਉਹ ਜੇ ਇੱਕ ਨੂੰ ਹੋਇਆ ਤਾਂ ਬਾਕੀ ਸਾਰੀਆਂ ਬੱਸਾਂ ਦੇ ਵਿੱਚ ਹੋ ਜਾਣਾ ਸੀ। ਇੱਥੇ ਜ਼ਰੂਰ ਇਹ
ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲਾਂ ਆਪਣੇ ਇੱਕ ਜਿਹੜੀ ਕਿ ਬੱਸ ਦੇ ਵਿੱਚ ਆਪਣੇ ਡਾਕਟਰਾਂ ਦੀ ਟੀਮ ਉੱਥੇ ਭੇਜ ਦਿੰਦੀ, ਜਾ ਕੇ ਚੈੱਕਅਪ ਕਰਕੇ ਉੱਥੋਂ ਵੀ ਜੇਕਰ ਉਹਨਾਂ ਨੇ ਸਕੈਨਿੰਗ ਕੀਤੀ ਸੀ, ਇਹ ਗੱਲ ਸਟੇਟਮੈਂਟ ਜ਼ਰੂਰ ਉਹਨਾਂ ਦੀ ਆਈ ਸੀ ਕਿ ਅਸੀਂ ਸਕੈਨਿੰਗ ਜ਼ਰੂਰ ਸਾਡੀ ਹੋਈ, ਕਿ ਸੈਂਪਲ ਟੈਸਟ ਬਿਲਕੁਲ ਨਹੀਂ ਲਏ ਗਏ। ਰੱਬ ਜਾਣੇ ਉਹਨਾਂ ਦੇ ਸੈਂਪਲ ਲਏ ਨਹੀਂ ਲਏ, ਇਹ ਕਿਉਂਕਿ ਕਈ ਵਾਰੀ ਕਈ ਗੱਲਾਂ ਲੋਕ ਵੀ ਛਪਾਉਣ ਲੱਗ ਪੈਂਦੇ ਨੇ ਵੀ ਸਾਨੂੰ ਕਰੋਨਾ ਹੈ ਨਹੀਂ ਜੀ, ਲੋਕ ਲੁਕਣ ਲੱਗ ਪੈਂਦੇ ਨੇ ਜੀ। ਠੀਕ ਹੈ ਜੀ, ਜੇ ਕਿਸੇ ਨੂੰ ਕੋਈ ਹੋਊਗੀ ਉਹ 'ਚ ਕਿਹੜਾ ਕੋਈ ਗੱਲ ਹੈ ਵੀ ਉਹਨੂੰ ਇਕਾਂਤ 'ਚ ਰੱਖਣਗੇ, ਕਿਤੇ 2 ਹਫ਼ਤੇ ਰੱਖਣਗੇ। ਬੰਦਾ ਆਪਣੇ ਆਪ ਨੂੰ ਕਹਿੰਦਾ ਯਾਰ ਇਹ ਕਿਤੇ ਹੋਰ ਮਹਾਮਾਰੀ ਕਿਤੇ ਗਾਹ ਨਾ ਫੈਲ ਜਾਵੇ। ਵੈਸੇ ਲੋਕਾਂ ਦੀ ਵੀ ਬਿਲਕੁਲ। ਮੈਂ ਕਹਿੰਦਾ ਵੀ ਲੋਕ ਵੀ ਸਮਝਦਾਰ ਸਿਆਣੇ ਹੋਣ ਤਾਂ ਉਹ ਇਹ ਗੱਲਾਂ ਕਹਿ ਹੀ ਦੇਣ ਵੀ ਹਾਂ ਠੀਕ ਹੈ ਜੀ। ਹੁਣ ਕਈ ਪਹਿਲਾਂ ਰਾਜਨੀਤੀ ਕੀਤੀ ਗਈ, ਜਿਹੜੇ ਕਿ ਤਬਲੀਗੀ ਜਮਾਤ ਦੇ ਸੀ, ਉਹਨਾਂ ਤੇ ਰਾਜਨੀਤੀ ਕੀਤੀ ਗਈ ਕਈਆਂ ਵੱਲੋਂ ਜੀ, ਉਹਨਾਂ ਵੱਲੋਂ ਹੋ ਗਿਆ। ਚਲੋ ਉਹਨਾਂ ਵੱਲੋਂ ਵੀ ਕੁਛ ਨਾ ਕੁਛ ਥੋੜ੍ਹੇ ਟਾਈਮ ਬਾਅਦ ਉਹਨਾਂ ਨੂੰ ਕਾਬੂ 'ਚ ਕਰ ਲਿਆ ਗਿਆ ਉਸ ਸਮੇਂ ਨੂੰ। ਹੁਣ ਇਸ ਸਮੇਂ ਦੇ ਵਿੱਚ ਕਿ ਲੋਕੀ ਤਾਂ ਜਿਹੜੇ ਰਾਜਨੀਤੀ ਕਰਨ ਵਾਲੇ ਨੇ ਉਹ ਤਾਂ ਮੰਦਿਰ ਮਸਜਿਦ ਨਹੀਂ ਬਖਸ਼ਦੇ ਹੈਗੇ। ਹਾਂਜੀ, ਬਿਲਕੁਲ ਬਾਕੀ ਤਾਂ ਕੀ ਬਿਲਕੁਲ। ਕਰਨਗੇ ਜੀ। ਬਾਕੀ ਜੇ ਕਿਸੇ ਨੇ ਕਹਿੰਦੇ ਨੇ ਰੋਟੀਆਂ ਸੇਕਣੀਆਂ ਨੇ ਜੀ, ਹੁਣ ਆਪਾਂ ਕੀ ਕਰ ਸਕਦੇ ਹਾਂ। ਪਰ ਇਸ ਹਾਂਜੀ ਵਕਤ ਮੈਂ ਲਾਡੀ ਇੱਕੋ ਗੱਲ ਲਾਡੀ ਕਹਾਂ, ਭਾ, ਮੈਂ ਦੁਆਰੇ ਤੁਹਾਡਾ ਲਾਉਣਾ। ਬਾੜਾ ਸਾਹਿਬ ਜੇ ਪਹਿਲਾਂ ਗੱਲ ਕੀਤੀ ਸੀ ਕਿ ਇਟਲੀ ਚੋਂ ਗਿਆ ਜਿਹੜਾ ਬੰਦਾ ਜਿਹੜਾ ਤੁਹਾਡੇ ਹਲਕੇ ਦਾ ਸੀਗਾ ਕੋਈ, ਬਲਦੇਵ ਸਿੰਘ। ਉਹਨੇ ਬਲਦੇਵ ਅਸੀਂ ਹੋ ਕੇ ਇਟਲੀ ਪਹੁੰਚਿਆ, ਉਸ ਤੋਂ ਬਾਅਦ NRIs ਨੂੰ ਇੰਨਾ ਬਦਨਾਮ ਕਰਤਾ ਪੰਜਾਬ 'ਚ ਕਿ ਲੋਕੀ NRIs ਨੂੰ ਬੁਲਾਉਣੋਂ ਹਟ ਗਏ। ਲੇਕਿਨ ਹੁਣ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਹਜੂਰ ਸਾਹਿਬ ਤੋਂ ਆਈ ਸੰਗਤ, ਨਾਲੇ ਤਾਂ ਹਜੂਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਬਦਨਾਮ ਕਰਨ ਦੀ ਪੰਜਾਬ ਸਰਕਾਰ, ਤੇ ਨਾਲੇ ਉੱਥੋਂ ਆਏ ਸ਼ਰਧਾਲੂਆਂ ਨੂੰ ਤੰਗ ਕਰਨ ਡਈ ਆ, ਉਹਨਾਂ ਨਾਲ ਜੋ ਵਤੀਰਾ ਕਰ ਰਹੇ ਆ। ਆਪਾਂ ਮੀਡੀਆ 'ਚ ਵੀ ਦੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਪਿੰਡਾਂ 'ਚੋਂ ਚੱਕ ਕੇ ਲਿਜਾ ਕੇ ਮੁੜ ਕੇ ਗੰਦਿਆਂ ਥਾਵਾਂ ਤੇ ਸਿੱਟਣ ਦੇ। ਕੀ ਇਹ ਪੰਜਾਬ ਸਰਕਾਰ ਨੂੰ ਇਹ ਗੱਲਾਂ ਸੋਭਾ ਦਿੰਦੀਆਂ? ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ। ਤੇ ਜਿਸ ਤਰ੍ਹਾਂ ਰੰਧਾਵਾ ਜੀ ਨੇ ਵੀ ਦੱਸਿਆ, ਲਾਡੀ ਨੇ ਵੀ ਦੱਸਿਆ, ਪੋਲੀਟਿਕਸ ਜਿੱਥੇ ਪੰਜਾਬ ਦੇ ਵਿੱਚ ਇਹ ਕਰ ਰਹੇ ਆ ਰਾਜਨੀਤੀ, ਉੱਥੇ ਭਾਰਤ ਦੇ ਵਿੱਚ ਕਰ ਰਹੇ ਰਾਜਨੀਤੀ। ਹਾਂਜੀ, ਇਸੇ ਤਰ੍ਹਾਂ ਵਰਲਡ ਵਾਈਡ ਵੀ ਮਤਲਬ ਇਹ ਰਾਜਨੀਤੀ ਹੋ ਰਹੀ ਆ ਸਾਰੀ ਜੀ। ਕਿਉਂਕਿ ਜਿਹੜੀ ਕਰੋਨਾ ਵਾਇਰਸ ਦੀ ਗੱਲ ਕਰੀਏ ਨਾ ਜੀ, ਜਿਸ ਤਰ੍ਹਾਂ ਹਾਂਜੀ ਸਾਰੇ ਵਰਲਡ ਦੇ ਵਿੱਚ ਫੈਲੀ ਆ, ਤੇ ਕੁਝ ਕੁ ਕੰਟਰੀਆਂ ਨੂੰ ਗੱਭੇ ਛੱਡ ਕੇ ਐਡੀ ਦੂਰ ਅਮਰੀਕਾ ਜਾ ਕੇ ਫੈਲੀ ਆ, ਚਾਈਨਾ ਤੋਂ ਆਪਣਾ ਇਟਲੀ 'ਚ ਜਾ ਕੇ ਫੈਲੀ ਆ। ਇਹ ਸਾਰੀਆਂ ਜਿਹੜੀਆਂ ਜੀ ਮਤਲਬ ਇਹਦੇ ਪਿੱਛੇ ਰਾਜਨੀਤੀਆਂ ਹੀ ਆ ਖੇਲ ਰਹੇ। ਵਰਲਡ ਵਾਈਜ਼ ਆਪਣੀ ਸ਼ੋਭਾ, ਆਪਣੇ ਆਪ ਨੂੰ ਪਾਵਰ ਦੇ ਵਿੱਚ ਰੱਖਣ ਲਈ ਇਹ ਗੱਲਾਂ ਸਾਰੀਆਂ ਹੋਈਆਂ ਤੇ ਹੋ ਰਹੀਆਂ ਨੇ। ਮੈਂ ਦੱਸਦਾ ਹਾਂਜੀ ਜਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਬਖਸ਼ ਸਿੰਘ ਖਾਲਸਾ ਨਵਾਂਸ਼ਹਿਰ ਤੋਂ ਨੇ। ਹਾਂਜੀ, ਹਾਂਜੀ ਉਹਨਾਂ ਨੇ ਮਤਲਬ ਆਪ ਸੰਗਤਾਂ ਨੂੰ ਦੱਸਿਆ ਕਿ ਜਿਹੜੇ ਤੇਲੰਗਾਨਾ ਤੇ ਮਹਾਰਾਸ਼ਟਰ ਦੇ ਵਿੱਚ ਲੋਕ ਕੰਮ ਕਰਨ ਗਏ ਸੀਗੇ, ਉਹ ਵੀ ਇਹਨਾਂ ਬੱਸਾਂ ਦੇ ਵਿੱਚ ਆਏ ਨੇ। ਬਿਲਕੁਲ ਜੀ ਬਿਲਕੁਲ। ਉਹਨਾਂ ਆਇਆਂ ਨੂੰ ਉਹਨਾਂ ਨੇ ਕਿਤੇ ਨਹੀਂ ਉਹਨਾਂ ਨੇ ਪੁੱਛਿਆ ਕਿ ਇਹ ਕੌਣ, ਕਿੱਥੋਂ ਆਇਆ। ਜਿਹੜੀ ਗੱਲ ਬਿਲਕੁਲ ਇਹ ਆ ਕਿ ਇੱਕ ਤਾਂ ਗੁਰਦੁਆਰਾ ਸਾਹਿਬ ਨੂੰ ਮਤਲਬ ਬਦਨਾਮ ਕਰਨ ਲਈ, ਸਿੱਖਾਂ ਨੂੰ ਬਦਨਾਮ ਕਰਨ ਲਈ, ਹਾਂਜੀ, ਇਹ ਮਿਸ਼ਨ ਇਹਨਾਂ ਨੇ ਚੱਕਿਆ ਕਿ ਵੀ ਆਪਾਂ ਜਿਹੜੀ ਇਹਨਾਂ ਦੀ ਵਾਹਵਾ, ਇਹਨਾਂ ਦਾ ਕਿਰਦਾਰ ਉੱਚਾ ਹੋ ਰਿਹਾ, ਉਹਨੂੰ ਥੱਲੇ ਸਿੱਟਣ ਦੇ ਲਈ ਆਪਾਂ ਕੀ ਕਰ ਸਕਦੇ ਹਾਂ। ਇਹ ਚੀਜ਼ ਬਿਲਕੁਲ ਹੋ ਰਹੀ ਆ। ਦੂਸਰੀ ਮੈਂ ਦੱਸਦਾ ਜਾਵਾਂ, ਕਿਉਂਕਿ ਉਹਨਾਂ ਨੇ ਦੱਸਿਆ ਕਿ ਇਹ 39 ਇਹ ਆਪਣਾ ਬਰਿਆਮ ਬੰਗਿਆਂ ਦੇ ਫਗਵਾੜੇ ਦੇ ਗੱਭੇ ਆ ਜੀ, ਬਰਿਆਮ ਦੇ ਮੈਨੂੰ ਪਤਾ ਮੈਨੂੰ। ਹਾਂਜੀ, ਉੱਥੇ ਦੇ 39 ਦੇ ਵਿੱਚੋਂ ਜਿਹੜੇ ਬਾਹਰੋਂ ਆਏ ਨੇ ਇਹ ਕੰਮ ਕਰਨ ਗਏ, ਉਹਨਾਂ ਦੇ 25 ਨੂੰ ਡਾਇਗਨੋਜ਼ ਹੋਇਆ ਜੀ। ਮਤਲਬ ਉਹ ਚੋਂ ਤੁਸੀਂ ਇਹ ਕਿੱਦਾਂ ਕਹਿ ਲਓਗੇ ਵੀ ਸੰਗਤਾਂ ਆਈਆਂ ਜਿਹੜੀਆਂ ਉਹਨਾਂ ਦੇ ਸਿਰ ਤੇ ਮੜ ਦੇਣਗੇ। ਜਿਹੜੀ ਚੀਜ਼ ਸਾਰਿਆਂ ਨਾਲੋਂ ਵੱਡੀ ਚੀਜ਼ ਇਹ ਹੈ। ਇਸੇ ਤਰ੍ਹਾਂ ਰੈਲ ਮਾਜਰਾ ਆ, ਰੈਲ ਮਾਜਰਾ ਦੇ ਵਿੱਚੋਂ ਵੀ ਮਤਲਬ ਬੰਦੇ ਆਏ ਆ ਜਿਹੜੇ ਕਿ ਡਾਇਗਨੋਜ਼ ਕੀਤੇ ਗਏ ਆ, ਕਿਉਂਕਿ ਉਹਨਾਂ ਨੂੰ ਇਹ ਨਹੀਂ ਪਾਉਂਦਾ ਕਿ ਸਿੱਖਾਂ ਨੇ ਬਿਨਾਂ ਕਿਸੇ ਇਹ ਭੇਦਭਾਵ ਦੇ ਉੱਪਰ ਸਾਰੇ ਵਰਲਡ ਦੇ ਵਿੱਚ, ਇੱਥੋਂ ਤੱਕ ਤਾਂ ਮੈਂ ਤਾਂ ਇਹ ਕਹਾਂਗਾ ਲੋਕਾਂ ਨੇ, ਬਾਹਰਲੀਆਂ ਕੰਟਰੀਜ਼ ਵਾਲਿਆਂ ਨੇ ਵੀ ਮਤਲਬ ਜਿਸ ਤਰ੍ਹਾਂ ਟਰੰਪ ਨੇ ਵੀ ਕਹਿਤਾ ਕਿ ਵਰਲਡ ਵਾਈਡ ਦੇ ਵਿੱਚ ਸਿੱਖਾਂ ਦਾ ਗੁਰਦੁਆਰਾ ਹੋਣਾ ਇਹ ਜ਼ਰੂਰੀ ਆ। ਸਿੱਖਾਂ ਦਾ ਹੋਣਾ, ਇਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ, ਇਹਨਾਂ ਦਾ ਸਿੱਖੀ ਸਿਧਾਂਤ ਜਿਹੜਾ ਹੈਗਾ, ਇਹਨਾਂ ਦੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਪਾਲਿਸੀ ਹੈਗੀ ਆ, 3 ਸਿਧਾਂਤ, ਉਹ ਅਪਣਾ ਕੇ ਬੰਦਾ ਆਪਣੇ ਜੀਵਨ ਨੂੰ ਸੇਧ ਦੇ ਸਕਦਾ। ਹਾਂਜੀ, ਉਹਨਾਂ ਨੇ ਇਹ ਕਿਹਾ, ਇੱਥੇ ਤੱਕ ਵੀ ਕਹਿਤਾ ਉਹਨਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਮੈਨੂੰ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਨਿਊਜ਼ ਆਈ ਆ, ਕਿਉਂਕਿ ਮੈਂ ਕਿਹੜਾ ਜੋ ਲੈਕਚਰ ਸੁਣਿਆ, ਪਰ ਲੇਕਿਨ ਉਹ ਇਹ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਆਪਣੇ ਸਕੂਲਾਂ ਦੇ ਵਿੱਚ ਅਤੇ ਨਾਲ ਕਾਲਜ, ਯੂਨੀਵਰਸਿਟੀਆਂ ਦੇ ਵਿੱਚ ਸਿੱਖ ਸਿਧਾਂਤ ਦਾ ਇਤਿਹਾਸ, ਸਿੱਖ ਇਤਿਹਾਸ ਨੂੰ ਮਤਲਬ ਗੁਰੂਆਂ ਨੂੰ ਉਹਨਾਂ ਦੇ ਵਿੱਚ ਦਰਜ ਕੀਤਾ ਜਾਏਗਾ। ਜਦੋਂ ਕਿ ਇਸ ਦੇ ਉਲਟ ਰਾਜਨੀਤੀ ਦੀ ਗੱਲ ਆਉਣ ਲੱਗੀ ਆ, ਇਸ ਦੇ ਉਲਟ ਪੰਜਾਬ ਦੇ ਵਿੱਚੋਂ ਪੰਜਾਬੀ ਖਤਮ ਕੀਤੀ ਜਾ ਰਹੀ ਆ, ਪੰਜਾਬ ਦੇ ਵਿੱਚੋਂ ਸਿੱਖ ਇਤਿਹਾਸ ਖਤਮ ਕੀਤਾ ਜਾ ਰਿਹਾ, ਪੰਜਾਬ ਦੇ ਵਿੱਚੋਂ
ਗੁਰੂਆਂ ਦੀ ਬਾਣੀ ਨੂੰ ਤੋੜ ਫੋੜ ਕੇ ਮੋਹਰੇ 'ਤੇ ਰੱਖਿਆ ਜਾ ਰਿਹਾ। ਮੈਂ ਹੁਣ ਇੱਕ ਗੱਲ ਹੋਰ ਦੱਸਦਾ ਜਾਵਾਂ, ਵੇਖੋ ਰੈਫਰੈਂਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਰਜ਼ੀ ਸੰਗਤਾਂ ਦੇ ਵਿੱਚੋਂ, ਦਰਸ਼ਕਾਂ ਦੇ ਵਿੱਚੋਂ ਜਦੋਂ ਮਰਜ਼ੀ ਫੋਨ ਕਰਕੇ ਸਿੱਖ ਚੈਨਲ 'ਤੇ ਪੁੱਛ ਸਕਦਾ। ਮੈਂ ਇਹ ਦੱਸ ਸਕਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬੁੱਕਸ ਛਪੀਆਂ ਦੇ ਵਿੱਚ, ਜਿੱਥੇ ਉਹ ਗੁਰਦੁਆਰਾ ਸਾਹਿਬ ਲਿਖਣ ਦੀ ਬਜਾਏ ਮੰਦਿਰ ਦੱਸਦੇ ਆ, ਅਤੇ ਉੱਥੇ ਉਹਨਾਂ ਨੇ ਉੱਥੇ ਦੇ ਗ੍ਰੰਥੀ ਨੂੰ ਉਹ ਪੁਜਾਰੀ ਦੱਸ ਰਹੇ ਆ। ਉਹ ਕਿੱਦਾਂ ਸ਼੍ਰੋਮਣੀ ਵਾਲੇ ਪਾਸ ਕਰ ਰਹੇ ਆ, ਮਤਲਬ ਵੀ ਉਹ ਉਸ ਦੇ ਅੰਡਰ। ਮੇਰੇ ਕਹਿਣ ਦਾ ਕੋਈ ਸਿੱਖੀ ਨੂੰ ਢਾਹ ਲਾਉਣ ਲਈ ਹਰ ਇੱਕ ਬੰਦਾ ਉਤਾਵਲਾ ਹੋਇਆ ਹੈ ਜੀ। ਮਤਲਬ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ, ਮੈਂ ਇੱਕ ਹੋਰ ਗੱਲ ਦੱਸਦਾ ਜਾਵਾਂ ਇਸ ਦੇ ਨਾਲ ਹੀ ਆ, ਕਿ ਜਦੋਂ ਹੁਣ ਆ ਕੰਮ ਕਰਨ ਵਾਲੇ ਬਾਹਰ ਗਏ ਹੋ ਆ, ਜਿਹੜੇ ਉੱਥੋਂ ਆਏ ਆ, ਕਈ 3-3 ਦਿਨ 4-4 ਦਿਨ ਯੂਪੀ ਤੋਂ, ਮਹਾਰਾਸ਼ਟਰ ਤੋਂ ਤੁਰ ਕੇ ਆਏ ਆ, ਪੈਰਾਂ 'ਚ ਉਹਨਾਂ ਦੇ ਛਾਲੇ, ਕਿਸੇ ਨੇ ਰਾਹ 'ਚ ਉਹਨਾਂ ਨੂੰ ਲਿਫਟ ਨਹੀਂ ਦਿੱਤੀ, ਕਿਤੇ ਉਹਨਾਂ ਨੂੰ ਕੋਈ ਰੋਟੀ ਨਹੀਂ ਕਿਤੇ ਖਾਣ ਨੂੰ ਮਿਲਣੀ, ਕਿਤੇ ਵੀ ਪਾਣੀ ਮਿਲਿਆ। ਕਹਿਣ ਦਾ ਮਤਲਬ ਵੀ ਉਹ ਜਿਹੜੇ ਆਏ ਨੇ ਉਹਨਾਂ ਦੀ ਦੇਖਭਾਲ, ਉਹਨਾਂ ਦੀ ਪੁੱਛ ਪੜਤਾਲ ਕੋਈ ਨਹੀਂ ਕਰ ਰਿਹਾ ਕਿ ਕੀ ਹੋਇਆ ਕੀ ਨਹੀਂ ਹੈਗਾ। ਹਾਂਜੀ, ਇਸੇ ਤਰ੍ਹਾਂ ਹੁਣ ਧਰਨਾ ਲਾਇਆ ਸੀਗਾ, ਜਿਹੜੇ ਬਾਹਰੋਂ ਕੰਮ ਕਰਨ ਆਏ ਗਏ ਸੀਗੇ, ਉਹਨਾਂ ਨੇ ਦੱਸਿਆ ਕਿ ਮਸ਼ੀਨਾਂ ਇੱਥੋਂ ਗਈਆਂ ਸੀ, ਅਸੀਂ ਉਹਨਾਂ ਨਾਲ ਕੰਮ ਹੀ ਗਏ ਸੀਗੇ। ਉਹ ਕੰਮਾਂ ਵਾਲਿਆਂ ਨੂੰ ਕੋਈ ਲੰਗਰ, ਕੋਈ ਰੋਟੀ, ਕੋਈ ਉਹਨਾਂ ਨੂੰ ਪਾਣੀ, ਕੋਈ ਉਹਨਾਂ ਨੂੰ ਰਹਿਣ ਦੀ ਸੁਵਿਧਾ ਨਹੀਂ। ਇੱਕ ਸਕੂਲ ਦੇ ਵਿੱਚ ਪਾਇਆ ਆ ਓਕੇ, ਉੱਥੇ ਉਹਨਾਂ ਨੇ ਦੱਸਿਆ ਵੀ ਸਾਡੇ ਨਾਲ ਜਿਹੜੇ ਮਾਲਕ ਵੀ ਮਸ਼ੀਨਾਂ ਵਾਲੇ ਗਏ ਸੀਗੇ, ਉਹ ਤਾਂ ਆ ਕੇ ਘਰਾਂ 'ਚ ਬੈਠੇ ਨੇ, ਤੇ ਉਹਨਾਂ ਦੀ ਪੁੱਛ ਪੜਤਾਲ ਕਿਸੇ ਨੇ ਨਹੀਂ ਕੀਤੀ ਕਿ ਉਹ ਵੀ ਉੱਥੋਂ ਹੀ ਆਏ ਨੇ, ਤੇ ਨਾ ਹੀ ਉਹਨਾਂ ਨੇ ਉਹਨਾਂ ਨੂੰ ਆ ਕੇ ਪੁੱਛਿਆ ਕਾਮਿਆਂ ਨੂੰ ਕਿ ਬਈ ਤੁਹਾਨੂੰ ਹੁਣ ਇੱਥੇ ਕੋਈ ਪ੍ਰੋਬਲਮ ਤਾਂ ਨਹੀਂ ਆਈ, ਪਹੁੰਚ ਗਏ ਆ ਠੀਕ ਠਾਕ, ਖਾਣ ਪੀਣ ਦੀ ਕੁਝ। ਮੇਰਾ ਕਹਿੰਦਾ ਕਿ ਦੁਨੀਆ ਸਾਰੀ ਸੈਲਫਿਸ਼ ਹੋ ਤੁਰੀ ਹੋਆ, ਕਿਸੇ ਨੂੰ ਕਿਸੇ ਦੇ ਨਾਲ ਕੋਈ ਤਲਕਾਤ ਨਹੀਂ ਹੈਗਾ ਜੀ। ਬਿਲਕੁਲ, ਮੈਂ ऋणी ਬਾੜਾ ਸਾਹਿਬ ਤੁਹਾਡਾ, ਲੇਕਿਨ ਆਪਾਂ ਅੱਜ ਜਿਹੜੀ ਗੱਲ ਕਰਦੇ ਆ, ਠੀਕ ਹੈ, ਮੈਂ ਇਹ ਤੁਹਾਡੇ ਜਿਹੜੇ ਤੁਸੀਂ ਵਿੱਚ ਕਈ ਗੱਲ ਕਿ ਬੁੱਕਾਂ ਛਪੀਆਂ ਉਹਨਾਂ ਕਿਹਾ, ਇਹ ਜਿਹੜੀ ਗੱਲ ਆ ਅੱਜ ਇਹ ਕਰੋਨਾ ਦੇ ਨਾਲ, ਚਲੋ ਠੀਕ ਹੈ ਤੁਹਾਡੇ ਹਿਸਾਬ ਨਾਲ ਢੁੱਕਦੀ ਹੋਊਗੀ, ਲੇਕਿਨ ਇਹ ਜਿਹੜੀ ਚੀਜ਼ ਹੈ ਕਰੋਨਾ ਦੇ ਨਾਲ ਜਿਹੜੀ ਅੱਜ ਗੱਲ ਕਰਦੇ ਆ, ਜੇ ਅੱਜ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਜਾਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਦਿੱਲੀ ਵਾਲੀ ਹੋਵੇ ਚਾਹੇ ਪੰਜਾਬ ਵਾਲੀ ਹੋਵੇ, ਦਿੱਲੀ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੂੰ ਕੇਜਰੀਵਾਲ ਸਰਕਾਰ ਨੇ ਕਿਹਾ ਕਿ ਸਾਨੂੰ 1 ਲੱਖ ਬੰਦੇ ਦਾ ਲੰਗਰ ਚਾਹੀਦਾ ਰੋਜ਼, ਐਂਡ ਉਹ ਹਜੇ ਤੱਕ ਦੇ ਰਹੇ ਆ, ਤੇ ਆਉਣ ਵਾਲੇ ਸਮੇਂ 'ਚ ਵੀ ਦੇਣਗੇ। ਤੇ ਮੈਨੂੰ ਲੱਗਦਾ ਬਾੜਾ ਸਾਹਿਬ ਜੀ ਉਹਨਾਂ ਦਾ ਕੱਟ ਹੋ ਗਿਆ, ਹੁਣ ਦੁਆਰੇ ਆਉਣਗੇ ਉਹ ਲਾਈਨ ਤੇ, ਰੰਧਾਵਾ ਸਾਹਿਬ। ਲੇਕਿਨ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਚੀਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੇ ਕਿਹਾ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ, ਹਰਸਿਮਰਤ ਕੌਰ ਬਾਦਲ ਨੇ ਕਿਹਾ, ਮਜੀਠੀਆ ਸਾਹਿਬ ਨੇ ਕਿਹਾ, ਹੋਰ ਅਨੇਕਾਂ ਲੀਡਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ, ਅਗਰ ਤੁਸੀਂ ਜੋ ਸ਼ਰਧਾਲੂ ਆਏ ਆ, ਜੋ 3700 ਜਾਂ 4000 ਜਿੰਨਾ ਵੀ ਸ਼ਰਧਾਲੂ ਆਇਆ ਉੱਥੋਂ, ਅਗਰ ਇਹਨਾਂ ਦੀ ਤੁਸੀਂ ਦੇਖਭਾਲ ਨਹੀਂ ਕਰ ਸਕਦੇ ਤੇ ਸਾਨੂੰ ਤੁਸੀਂ ਇਹਨਾਂ ਨੂੰ ਦੇ ਦਿਓ। ਕਿ ਉਹ ਜੇ ਅਗਰ ਸਰਕਾਰ ਫੇਲ ਹੋਈ ਆ, ਰੰਧਾਵਾ ਸਾਹਿਬ ਤੁਹਾਡੇ ਹਿਸਾਬ ਨਾਲ ਕੀ ਸਰਕਾਰ ਨੂੰ ਉਹ ਸ਼੍ਰੋਮਣੀ ਕਮੇਟੀ ਦੇ ਸਪੁਰਦ ਕਰ ਦੇਣੇ ਚਾਹੀਦੇ ਕਿ ਨਹੀਂ? ਦੇਖੋ ਜੀ, ਐਡੇ ਗੁਰਦੁਆਰੇ, ਐਡੀਆਂ ਸਰਾਵਾਂ ਵਿਹਲੀਆਂ ਪਈਆਂ, ਉਹ ਤਾਂ ਪਹਿਲਾਂ ਹੀ ਸਮਾਂ ਇਹਨਾਂ ਨੂੰ ਤਿਆਰ ਕਰਕੇ ਰੱਖਣੀਆਂ ਚਾਹੀਦੀਆਂ ਸੀ ਸਿੱਖਾਂ ਨੂੰ, ਵੀ ਸਾਡੇ ਸਿੱਖ ਭਾਈਚਾਰਾ ਜਿਹੜੇ ਸਾਡੇ ਭਾਈ ਗਏ ਹੋ ਆ, ਅਸੀਂ ਉਹਨਾਂ ਲਈ ਸਰਾਵਾਂ ਖੋਲ੍ਹਦੇ ਹਾਂ। ਰੰਧਾਵਾ ਸਾਹਿਬ ਮੇਰੀ ਗੱਲ ਤਾਂ ਸੁਣ ਲਓ। ਪਹਿਲਾਂ ਮੈਂ ਦੱਸ ਦਵਾਂ, ਇਹਨਾਂ ਨੇ, ਮੈਂ ਕਿਹਾ ਜਿਹੜੀਆਂ ਸਰਾਵਾਂ ਇਹਨਾਂ ਨੇ, ਸ਼੍ਰੋਮਣੀ ਕਮੇਟੀ ਨਹੀਂ ਮੈਂ ਸੁਣਿਆ, ਮੈਂ ਹਰਪ੍ਰੀਤ ਦਾ ਵੀ ਬਿਆਨ ਸੁਣਿਆ, ਹਰਪ੍ਰੀਤ ਜਹੇਦਾਰ ਸਾਹਿਬ ਦਾ, ਉਹਨਾਂ ਨੇ ਵੀ ਮਗਰੋਂ ਥੋੜਾ ਜਿਹਾ ਬੋਲੇ। ਪਹਿਲਾਂ ਚਾਹੀਦਾ ਸੀ ਬੱਸਾਂ ਜਾਣ ਤੋਂ ਪਹਿਲਾਂ, ਭਾਈ ਸਾਡੀ ਸੰਗਤ ਆਉਣੀ ਆ, ਅਸੀਂ ਇੱਥੇ ਰੱਖਾਂਗੇ, ਕੋਈ ਸਰਕਾਰੀ ਸਕੂਲ 'ਚ ਨਾ ਜਾਵੇ। ਇਹਦੇ ਨਾਲ ਸਰਕਾਰ ਨੂੰ ਵੀ ਚਾਹੀਦਾ ਸੀ, ਦੇਖੋ ਸਰਕਾਰ ਉਹ ਲਾਈਨਾਂ ਦੇ ਨਾਲ ਆਪਣਾ ਅਧਿਕਾਰ ਜਮਾ ਕੇ ਜਿਹੜਾ ਮਰਜ਼ੀ ਹੋਟਲ, ਜਿਹੜੀ ਮਰਜ਼ੀ ਬਿਲਡਿੰਗ, ਜਿਹੜੀ ਮਰਜ਼ੀ ਸਰਾਂ, ਜੋ ਮਰਜ਼ੀ ਲੈ ਸਕਦੀ ਸੀ। ਸਰਕਾਰ ਨੇ ਵੀ ਇਹ ਗੱਲਾਂ ਨੂੰ ਨਹੀਂ ਕੀਤੀਆਂ। ਜਦੋਂ ਪੋਜ਼ਿਟਿਵ ਨਿਕਲਣੇ ਕੇਸ ਸ਼ੁਰੂ ਹੋਏ ਤਾਂ ਹਰਪ੍ਰੀਤ ਸਾਹਿਬ ਦਾ ਬਿਆਨ ਆਇਆ, ਜਹੇਦਾਰ ਸਾਹਿਬ ਦਾ, ਤੇ ਅਸੀਂ ਆਪਣੀ ਸੰਗਤ ਆਪ ਰੱਖਾਂਗੇ, ਸਾਨੂੰ ਦੇ ਦਿਓ। ਹਾਲਾਂਕਿ ਇੱਥੇ ਥੋੜਾ ਜਿਹਾ ਇਹਨਾਂ ਨੇ ਵੀ ਲੇਟ ਬਿਆਨ ਦਿੱਤਾ। ਇਹਨਾਂ ਨੂੰ ਚਾਹੀਦਾ ਸੀ ਪਹਿਲਾਂ ਬਿਆਨ ਦਿੰਦੇ ਵੀ ਭਾਈ ਜਿਹੜੀ ਸੰਗਤ ਆਉਣੀ ਸਾਡੇ ਗੁਰਦੁਆਰਾ ਸਾਹਿਬ 'ਚ ਪਹੁੰਚਾਓ, ਕਿਉਂਕਿ ਆਮ ਇੱਕ ਮਿੰਟ ਬਾੜਾ ਸਾਹਿਬ, ਇੱਕ ਮਿੰਟ, ਜਿਹੜੀਆਂ ਆਮ ਬਿਲਡਿੰਗਾਂ ਹੈ ਨਾ, ਉਹਨਾਂ ਦੇ ਵਿੱਚ ਕੋਈ ਟਾਇਲਟ ਫੈਸਿਲਿਟੀ ਨਹੀਂ ਹੁੰਦੀ, ਕੋਈ ਨਹਾਉਣ ਵਾਲੀਆਂ ਫੈਸਿਲਿਟੀਆਂ ਨਹੀਂ ਹੁੰਦੀਆਂ, ਹੋਟਲਾਂ ਦੇ ਵਿੱਚ ਹੁੰਦੀਆਂ ਜਾਂ ਸਰਾਵਾਂ ਦੇ ਵਿੱਚ ਹੁੰਦੀਆਂ ਜਾਂ ਗੁਰੂ ਘਰਾਂ ਦੇ ਵਿੱਚ ਹੁੰਦੀਆਂ। ਇਹ ਫੈਸਿਲਿਟੀਆਂ ਸਾਰੀਆਂ ਹਰ ਇੱਕ ਬੰਦੇ ਨੂੰ ਚਾਹੀਦੀਆਂ, ਹਰ ਇੱਕ ਬੰਦੇ ਨੇ ਟਾਇਲਟ ਵੀ ਜਾਣਾ, ਨਹਾਉਣਾ ਵੀ, ਕੱਪੜੇ ਬਦਲਣੇ, ਰੋਟੀ ਪਾਣੀ ਵੀ ਸਾਫ਼ ਸੁਥਰੇ ਰਹਿਣਗੇ, ਫਿਰ ਇਹ ਬਿਮਾਰੀ ਤੋਂ ਨਿਜਾਤ ਪਾਈ ਜਾਊਗੀ। ਬਹੁਤ ਵਧੀਆ ਉਪਰਾਲਾ ਸੀ ਇਹਨਾਂ ਦਾ। ਜੇ ਥੋੜ੍ਹਾ ਜਿਹਾ ਪਹਿਲਾਂ ਇਹ ਸ਼੍ਰੋਮਣੀ ਕਮੇਟੀ ਕਹਿੰਦੀ ਇਹ ਭਾਈ ਜੀ ਅਸੀਂ ਸਾਡੀ ਸੰਗਤ ਆ, ਸਾਡੇ ਗੁਰਦੁਆਰੇ ਭੇਜੋ, ਸਾਡੀਆਂ ਸਰਾਵਾਂ ਵਿਹਲੀਆਂ ਪਈਆਂ, ਇਹਨਾਂ ਨੇ ਵੀ ਥੋੜ੍ਹਾ ਜਿਹਾ ਲੇਟ ਕਰਨ ਦੇ ਬਾਵਜੂਦ। ਅੱਛਾ, ਫਿਰ ਦੂਜੀ ਗੱਲ ਤੁਸੀਂ ਦੇਖੋ, ਸਰਕਾਰਾਂ ਜਿਹੜੀਆਂ ਵੀ, ਜਦੋਂ ਵੀ ਮੀਡੀਆ ਬੋਲਦਾ ਨਾਂ ਲੈਂਦਾ ਪੰਜਾਬ ਸਰਕਾਰ,
ਦਿੱਲੀ ਸਰਕਾਰ, ਪੰਜਾਬ ਸਰਕਾਰ, ਦਿੱਲੀ ਸਰਕਾਰ, ਕਿਉਂਕਿ ਦੋਹੀ ਥਹੀਂ ਦੋਨੋਂ ਹੀ ਆਪੋਜੀਟ ਇਹਦੇ ਭਾਜਪਾ ਦੇ ਆਪੋਜੀਟ ਸਰਕਾਰਾਂ ਆ। ਬਾਕੀ ਬਿਲਕੁਲ, ਮੁਲਕ ਬਿਲਕੁਲ। ਦੇ ਸੂਬੇ ਵੀ ਹੈਗੇ ਆ, ਉਹਨਾਂ ਦੀਆਂ ਸਰਕਾਰਾਂ 'ਚ ਕਿਉਂ ਨਹੀਂ ਦੱਸ ਰਿਹਾ ਕਿੰਨੇ ਬੰਦੇ ਮਰ ਰਹੇ ਆ, ਉਹਨਾਂ ਦੀਆਂ ਸਰਕਾਰਾਂ 'ਚ ਕਿਉਂ ਨਹੀਂ ਦੱਸ ਰਿਹਾ। ਮਹਾਰਾਸ਼ਟਰ ਦਾ ਨਾਂ ਹੀ ਨਹੀਂ ਲੈ ਰਿਹਾ, ਮਹਾਰਾਸ਼ਟਰ ਵਿੱਚ ਕਿੰਨੇ ਬੰਦੇ ਇਸ ਗੱਲ ਨਾਲ ਪ੍ਰਭਾਵਿਤ, ਕਿੰਨੇ ਬੰਦੇ ਉੱਥੇ ਮਰੇ ਆ, ਉਹਦੇ ਬਾਰੇ ਰਾਜਸਥਾਨ ਵਿੱਚ ਉਹਦੇ ਬਾਰੇ ਨਹੀਂ ਲਿਆ। ਪੰਜਾਬ ਨੂੰ ਚੱਕੀ ਜਾਂਦੇ ਆ, ਸਿੱਖਾਂ ਨੂੰ ਚੱਕੀ ਜਾਂਦੇ ਆ, ਪਹਿਲਾਂ ਮੁਸਲਮਾਨਾਂ ਨੂੰ ਚੱਕਦੇ ਰਹੇ। ਦਿੱਲੀ, ਕਿਉਂਕਿ ਉਹ ਦਿੱਲੀ ਮਾਰਕੀਟ ਦੇ ਵਿੱਚ ਆਏ ਸੀ, ਉੱਥੇ ਦਿੱਲੀ ਸਰਕਾਰ ਵਿਰੋਧ 'ਚ ਆ, ਉਹਦੇ ਹੱਕ 'ਚ ਉਹਦੇ ਵਿਰੋਧ 'ਚ ਬੋਲਦੇ ਰਹੇ। ਹੁਣ ਪੰਜਾਬ ਸਰਕਾਰ ਦੇ ਵਿਰੋਧ 'ਚ ਬੋਲੀ ਜਾਂਦੇ ਆ। ਇਹਨਾਂ ਨੂੰ ਇਹ ਰਾਜਨੀਤੀ ਤੋਂ ਉੱਪਰ ਉੱਠ ਕੇ ਇਹਦਾ ਇਲਾਜ ਕਰਨਾ ਚਾਹੀਦਾ ਸੀ, ਨਾ ਕਿ ਰਾਜਨੀਤਿਕ ਰੋਟੀਆਂ ਸੇਕਣ ਇਹਨਾਂ ਦੇ ਉੱਤੇ। ਇਹ ਲੋਕ ਭਾਈਚਾਰਾ ਸਾਡਾ ਹੀ ਆ। ਜਦੋਂ ਵੋਟਾਂ ਲੈਣ ਲੋਕਾਂ ਦੇ ਘਰ ਹੀ ਜਾਂਦੇ ਆ ਵੀ ਭਾਈ ਸਾਨੂੰ ਵੋਟ ਦੇ ਦਿਓ, ਅਸੀਂ ਤੁਹਾਡੇ ਘਰ ਆ ਗਏ, ਤਾਂ ਹੁਣ ਦੇਖਣ ਕਿਉਂ ਨਹੀਂ ਗਿਆ ਕੋਈ ਕਾਂਗਰਸੀ ਮੰਤਰੀ, ਕੋਈ ਕਾਂਗਰਸੀ ਲੀਡਰ, ਨਾ ਕੋਈ ਅਮਰਿੰਦਰ ਸਿੰਘ ਕਿਸੇ ਦੇ ਵਿੱਚ ਨਹੀਂ ਗਿਆ। ਹਾਂ, ਬੀਬਾ ਸਿਮਰਤ ਕੌਰ ਬਾਦਲ ਮੈਂ ਦੇਖੀ ਆ, ਕੱਲ ਵੀ ਦਾਣਾ ਮੰਡੀ 'ਚ ਖੜੇ ਸੀ, ਉਹਨਾਂ ਨੇ ਮੂੰਹ ਤੇ ਮਾਸਕ ਲਾਇਆ ਸੀ, ਉਹ ਕਹਿੰਦੀ ਯਾਰ ਮੈਂ 10 ਬੰਦਿਆਂ 'ਚ ਖੜ ਕੇ ਗੱਲ ਕਰ ਸਕਦੀ ਆ, ਤਾਂ ਇਹ ਵੀ ਕਿਉਂ ਨਹੀਂ ਆ ਸਕਦਾ। ਇਹਨੂੰ ਜ਼ਿਆਦਾ ਬਿਮਾਰੀ ਚੁੰਬੜਦੀ ਆ, ਇਹ ਵੀ ਆਣ ਕੇ ਗੱਲ ਕਰੇ ਲੋਕਾਂ ਨੂੰ। ਅੰਦਰ ਬੈਠੇ ਟੈਲੀਫੋਨਾਂ ਤੇ ਟੂਟ ਕਰੀ ਜਾਂਦੇ ਆ, ਆਪਣੇ ਫੇਸਬੁੱਕ ਤੇ ਲਾ ਲੈਂਦੇ ਆ, ਡੀਸੀ ਸਾਹਿਬ ਕਿੱਦਾਂ ਜੀ, ਤੁਹਾਡਾ ਇਲਾਕਾ ਕਿੱਦਾਂ, ਸਭ ਤੋਂ ਵਧੀਆ ਜੀ। ਡੀਸੀ ਨੇ ਸਸਪੈਂਡ ਹੋਣਾ ਜੇ ਕਹਿ ਦੂਗਾ ਬਈ ਅਸੀਂ ਨਹੀਂ ਕੰਟਰੋਲ ਕਰ ਸਕਦੇ। ਬਿਲਕੁਲ, ਜਿੰਨੀਆਂ ਵੀ ਇਦਾਂ ਦੀਆਂ ਗੱਲਾਂ ਹੋਈਆਂ, ਇਹ ਸਾਰੀਆਂ ਸਰਕਾਰ ਦੀ ਨਾਕਾਮੀ ਆ। ਇਹਦੇ ਲਈ ਸਰਕਾਰ ਬਿਲਕੁਲ ਜ਼ਿੰਮੇਵਾਰ ਆ, ਫੇਲ ਸਰਕਾਰ ਹੋਈ ਆ। ਇਹਨਾਂ ਨੇ ਜੇ ਕਦੇ ਕੱਲ ਨੂੰ ਕੋਈ ਜ਼ਿਆਦਾ ਇਦੋਂ ਵੱਡੀ ਹੋਰ ਆਫਤ ਕੀ ਆਉਣੀ ਆ, ਜਿਹੜੀ ਇਹ ਆਫਤ ਹੈ ਇਹ ਤੋਂ ਵੱਡੀ ਹੋਰ ਆਫਤ ਕੀ ਆਉਣੀ ਆ, ਜਦੋਂ ਹੁਣ ਨਹੀਂ ਲੋਕਾਂ ਨਾਲ ਖੜੇ। ਗੁਟਕਾ ਸਾਹਿਬ ਦਾ ਦਿਖਾਲ ਕੇ ਉਧਰ ਨੂੰ ਗੁਰਦੁਆਰਾ ਸਾਹਿਬਾਂ ਨੂੰ ਹੱਥ ਕਰਕੇ, ਦਮਦਮਾ ਸਾਹਿਬਾਂ ਨੂੰ ਹੱਥ ਕਰਕੇ ਵੋਟਾਂ ਲੈ ਲਈਆਂ ਲੋਕਾਂ ਤੋਂ, ਮੈਂ ਆਹ ਕਰ ਦੂੰ, ਮੈਂ ਆਹ ਕਰ ਦੂੰ, ਇੱਕ ਵੀ ਚੀਜ਼ ਕਰਕੇ ਨਹੀਂ ਦਿਖਾਲੀ। ਹਾਲੇ ਤੱਕ 3.5 ਸਾਲ ਲੰਘ ਗਏ, ਹੁਣ ਗਾਂ ਡੇਢ ਸਾਲ ਹੋਰ ਰਹਿੰਦਾ। ਇਹ ਕਹਿੰਦਾ ਮੈਨੂੰ ਕੀ, ਮੈਂ ਲੰਘਾ ਦੇਣਾ ਇਦਾਂ ਹੀ, ਚਲੋ ਠੀਕ ਆ। ਮਤਲਬ ਲੋਕਾਂ ਨੂੰ ਗਾਂ ਸੋਚਣਾ ਚਾਹੀਦਾ ਕਿ ਅਸੀਂ ਗਾਂ ਕੀ ਕਰਨਾ ਆਉਣ ਵਾਲੇ ਸਮੇਂ ਲਈ। ਇਹਨਾਂ ਤੋਂ ਛੁਟਕਾਰਾ ਪਾਉਣਾ ਜਾਂ ਨਹੀਂ ਪਾਉਣਾ। ਜੇ ਨਹੀਂ ਪਾਉਣਾ ਤਾਂ ਫਿਰ ਆਹ ਹੀ ਗੱਲਾਂ ਹੋਣੀਆਂ, ਨਾ ਕਿਸੇ ਨੂੰ ਦਵਾ, ਨਾ ਦਾਰੂ, ਨਾ ਕੋਈ ਹਸਪੀਟਲ, ਨਾ ਵੈਂਟੀਲੇਟਰ। ਤੁਸੀਂ ਇੰਨਾ ਸੂਬਾ ਮਾੜਾ ਵੀ ਦੇਖ ਸਕਦੇ ਜਿਹਦੇ ਵਿੱਚ ਸਰਕਾਰੀ ਹਸਪੀਟਲਾਂ ਦੇ ਵਿੱਚ ਵੈਂਟੀਲੇਟਰ ਵੀ ਹੈ ਨਹੀਂ। 40 ਵੈਂਟੀਲੇਟਰ ਸਾਰੇ ਪੰਜਾਬ ਦੇ ਵਿੱਚ। ਪੰਜਾਬ ਐਡਾ ਵੱਡਾ ਸੂਬਾ, ਦੱਸੋ ਕਿੱਧਰ ਨੂੰ ਜਾਊਗਾ ਪੰਜਾਬ ਦੇ ਲੋਕ। ਪੰਜਾਬ ਦੇ ਲੋਕ ਗੁਰੂਆਂ ਪੀਰਾਂ ਦੀ ਧਰਤੀ ਆ, ਇਹ ਤਾਂ ਪ੍ਰਮਾਤਮਾ ਦੇ ਨਾਂ ਨਾਲ ਬਚੇ ਹੋਏ, ਨਹੀਂ ਤਾਂ ਇਹ ਤਾਂ ਹੁਣ ਨੂੰ ਨਰਕ ਚ ਜਾਣੇ ਚਾਹੀਦੇ ਸੀ। ਇਹ ਜਿਹੜੀਆਂ ਸਰਕਾਰਾਂ ਬਣਾਉਣੀਆਂ ਹੀ ਨਹੀਂ ਚਾਹੀਦੀਆਂ, ਇੱਦਾਂ ਦੀਆਂ ਸਰਕਾਰਾਂ ਕੋਲੋਂ ਖੜਾ ਕੀ ਆ, ਜਦੋਂ ਤੁਸੀਂ ਕਰਨਾ ਹੀ ਕੁਛ ਨਹੀਂ। ਕੀ ਲੋੜ ਆ ਲੋਕਾਂ ਕੋਲੋਂ ਵੋਟਾਂ ਲੈਣ ਦੀ। ਚਲੋ ਰੰਧਾਵਾ ਸਾਹਿਬ, ਦੁਆਰੇ ਤੁਹਾਡੇ ਕੋਲ ਬਾੜਾ ਸਾਹਿਬ ਕੀ ਕਹਿਣਾ ਚਾਹੁੰਦੇ ਸੀ ਵਿੱਚ? ਮੈਂ ਮਤਲਬ ਜਿਹੜੇ ਰੰਧਾਵਾ ਉਹਨਾਂ ਨੇ ਗੱਲ ਕੀਤੀ ਆ, ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਕੋਈ ਵੱਡੀ ਗੱਲ ਨਹੀਂ ਹੈ ਕਿ ਬਹੁਤ ਸੋਹਣੀ ਗੱਲ ਕੀਤੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ, ਅਤੇ ਸ਼੍ਰੋਮਣੀ ਵੀ ਗੱਲ ਕਰਦੀ, ਪਰ ਗੱਲ ਕਰਦੀ ਉਹੀ ਗੱਲ ਕਿ ਵੀ 40 ਦਿਨ ਉਹ ਉੱਥੇ ਰਹੇ ਨੇ ਹਜੂਰ ਸਾਹਿਬ ਨੰਦੇੜ ਵਿਖੇ। ਮਤਲਬ 40 ਦਿਨਾਂ ਦੇ ਵਿੱਚ ਆਉਣ ਦੀ ਗੱਲ ਹੋ ਰਹੀ, ਮੰਗਾਉਣ ਦੀ ਗੱਲ ਹੋ ਰਹੀ, ਕਿਸੇ ਨੇ ਹਾਮੀ ਨਹੀਂ ਭਰੀ। ਕਿਉਂਕਿ ਜਦੋਂ ਮੰਗਾ ਲੈ ਕਰ ਲੈ, ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਉੱਥੇ ਰਾਧਾ ਸਵਾਮੀ ਦੀ ਸ਼ੈੱਡ 'ਚ ਕਿਤੇ ਰੱਖਤਾ ਗਿਆ, ਜਿੱਥੇ ਕਿ ਉਹਨਾਂ ਦੇ ਲੰਗਰ ਵੀ ਨਹੀਂ ਆਪਣਾ ਤਿਆਰ ਕਰਦਾ, ਲੰਗਰ ਵੀ ਉਹ ਬਾਹਰੋਂ ਮੰਗਾ ਦੇ ਲੈਂਦੇ ਨੇ। ਹਾਂਜੀ, ਉੱਥੇ ਤੁਸੀਂ ਦੇਖੋ ਕਿ ਇਹ ਲੇਡੀਜ਼ ਵੀ ਵਿੱਚੇ, ਬੱਚੇ ਵੀ ਵਿੱਚੇ ਤੇ ਆਦਮੀ ਵੀ ਵਿੱਚੇ। ਮਤਲਬ ਮੇਰਾ ਕਹਿੰਦਾ ਵੀ ਹੁਣ ਇਸ ਸਿਚੁਏਸ਼ਨ ਨੂੰ ਦੇਖ ਕੇ ਮਗਰੋਂ ਨਾ ਤਾਂ ਉੱਥੋਂ ਉਠਾਲੇ ਜਾ ਸਕਦੇ ਤੇ ਨਾਲੇ, ਪਰ ਲੇਕਿਨ ਮਗਰੋਂ ਇਹ ਗੱਲ ਕਰਨ ਦੇ ਕਹਿਣ ਦਾ ਫਾਇਦਾ ਨਹੀਂ ਹੈ, ਜਦੋਂ ਕਿ ਪਹਿਲਾਂ ਪਤਾ ਸੀਗਾ ਕਿ ਵੀ ਆਪਾਂ ਉਹਨਾਂ ਨੂੰ ਲਿਆਉਣ ਦੀ ਕੋਈ ਸੁਵਿਧਾ ਕਰਦੇ, ਕੁਛ ਪ੍ਰਤੀਤ ਕਰਦੇ। ਚਲੋ ਜਦੋਂ ਹਰਸਿਮਰਨ ਉਹਨਾਂ ਨੇ ਗੱਲ ਕੀਤੀ ਕਰਕੇ, ਉਹ ਮਤਲਬ ਸ਼੍ਰੋਮਣੀ ਵਾਲਿਆਂ ਨਾਲ ਵੀ ਉਹਨਾਂ ਦੀ ਗੱਲ ਦੇ ਅੰਡਰ ਹੀ ਸੀ ਸਭ ਕੁਝ। ਉਹ ਗੱਲ ਕਰਦੇ ਕਿ ਵੀ ਆਪਾਂ ਲਿਆਉਣ ਲੱਗੇ ਆ, ਵੀ ਆਪਾਂ ਉਹਨਾਂ ਨੂੰ ਫੈਸਿਲਿਟੀਜ਼ ਦੇਣੀਆਂ, ਫਿਰ ਤਾਂ ਮੰਨਦੇ ਆਪਾਂ। ਸ਼੍ਰੋਮਣੀ ਨੇ ਸਟੈਪ ਇੱਕ ਅਹੈਡ ਕੀਤਾ। ਮਤਲਬ ਜਦੋਂ ਹੁਣ ਹੋ ਗਿਆ ਕੰਮ, ਮਗਰੋਂ ਕਹਿ ਦੇਣਾ ਕਿ ਵੀ ਅਸੀਂ ਕਰਨ ਨੂੰ ਤਿਆਰ ਹਾਂ। ਕਿਉਂਕਿ ਨਿਰਮਲ ਸਿੰਘ ਉਹਨਾਂ ਦੀ ਜਿਹੜੀ ਆਪਣੀ ਹੈਗੀ ਆ ਮੌਤ ਤੋਂ ਬਾਅਦ ਇਹ ਜਿਹੜੀਆਂ ਗੱਲਾਂ ਮਗਰੋਂ ਨਿਕਲਦੀਆਂ ਕਿ ਜੀ ਅਸੀਂ ਵੀ ਥਹਿ ਦੇਣ ਲੱਗੇ ਸੀ, ਅਸੀਂ ਵੀ ਐ ਕਰਨੇ ਸੀ, ਪਰ ਲੇਕਿਨ ਉਹ ਜਿਹੜੀ ਉਹਦੇ ਪਿੱਛੇ ਵੀ ਰਾਜਨੀਤੀ ਰਹੀ ਆ ਕਿ ਜਿੰਨੀ ਦੇਰ ਉਹ ਸ਼੍ਰੋਮਣੀ ਦੇ ਵਿੱਚ ਰਹੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹਨਾਂ ਦੇ ਸਲਾਹਕਾਰ, ਉਹਨਾਂ ਦੇ ਉਹ ਜੋ ਰਾਗੀ ਜਥੇ ਨੂੰ ਰੱਖਣ ਦੇ ਵਿੱਚ ਕਮੇਟੀ 'ਚ ਰਹੇ ਆ, ਤੇ ਜਦੋਂ ਉਹਨਾਂ ਨੇ ਇਹ ਗੱਲ ਕਹਿਤੀ ਕਿ ਵੀ ਸਾਨੂੰ ਫੋਨ ਆ ਜਾਂਦੇ ਆ ਵੀ ਐਸੇ ਜਥੇ ਨੂੰ ਰੱਖੋ, ਕਿ ਜਦੋਂ ਕਿ ਉਹ ਉਸ ਜਥੇ ਦਾ ਉਹਦੀ ਤਾਂ ਉਨੀ ਕਾਬਲੀਅਤ ਨਹੀਂ ਹੁੰਦੀ। ਪਰ ਫਿਰ ਜਦੋਂ ਇਦਾਂ ਦੀ ਗੱਲ ਆ ਜਾਂਦੀ ਆ, ਫਿਰ ਉੱਥੇ ਰਾਜਨੀਤੀ ਹੀ ਖੇਲੀ ਜਾਂਦੀ ਹੈ ਜੀ। ਚਲੋ ਮੈਂ ਇੱਕ ਗੱਲ ਹੋਰ ਦੱਸਦਾ ਜਾਵਾਂ, ਨਹੀਂ ਮੈਂ ਇੱਕ ਗੱਲ ਹੋਰ ਦੱਸਦਾ ਜਾਵਾਂ ਕਿ ਮਤਲਬ ਤੁਸੀਂ ਇਹ ਦੇਖੋ, ਅੰਮ੍ਰਿਤਸਰ ਦੇ ਵਿੱਚ ਹੁਣ ਮਤਲਬ ਇੱਕ ਆਪਣੀ ਉਹਦਾ ਨਾਂ ਹੈਗਾ ਜੀ ਵੈਬਕੁਲਾ ਮਹਿੰਦਰੂ, ਕੋਈ ਡਾਕਟਰ ਆ, ਉਹ ਮਤਲਬ 40 ਦਿਨ ਤੋਂ ਮਤਲਬ ਉਹ ਰੈਗੂਲਰ ਚੈੱਕ ਕਰ ਰਹੀ ਹੈ ਸਾਰੇ, ਜਿੱਥੇ ਵੀ ਭੇਜਦੇ ਸੀਗੇ ਕਰੋਨਾ ਦਾ, ਮਤਲਬ ਉਹਨੂੰ
ਹੁਣ ਆਪ ਵੀ ਕਿਹਾ ਕਿ ਵੀ ਮੈਨੂੰ ਮਤਲਬ ਤੁਸੀਂ ਇਹ ਚੈੱਕ ਕਰੋ, ਮੇਰਾ ਵੀ ਚੈੱਕ ਕਰਵਾ ਦਿਓ, ਤੇ ਮਤਲਬ ਮੈਂ ਹਰ ਟਾਈਮ ਕਰ ਰਹੀ ਹਾਂ ਕੰਮ ਇਹ। ਐਨੀਵੇ ਉਹ ਦਿਨ ਰਾਤ ਲੱਗੀ ਰਹੀ ਆ, ਪਰ ਲੇਕਿਨ ਜਦੋਂ ਇਹ ਸ਼ਰਧਾਲੂ ਆਏ ਆ, ਉਹਨਾਂ ਨੂੰ ਉੱਥੇ ਉਹਦੀ ਡਿਊਟੀ ਲਾਈ ਆ, ਉੱਥੇ ਉਹ ਉਸ ਤਰ੍ਹਾਂ ਕਿਤੇ ਬੇਹੋਸ਼ ਹੋ ਗਈ। ਉੱਥੇ ਉਹਨਾਂ ਨੇ, ਪ੍ਰਸ਼ਾਸਨ ਨੇ ਤੇ ਜਾਂ ਉਹਨਾਂ ਦੇ ਹੈਲਥ ਵਾਲੇ ਨੇ ਇਹ ਕਿਹਾ ਕਿ ਡਿਊਟੀ ਕਰਨ ਦੀ ਮਾਰੀ ਵੀ ਡਰਾਮਾ ਕਰ ਰਹੀ ਆ। ਤੁਸੀਂ ਇਹ ਦੇਖੋ, ਜਦੋਂ ਤੁਹਾਡੀ ਥਿੰਕਿੰਗ ਡਾਕਟਰਾਂ ਦੇ ਬਿਹਾਵ, ਨਰਸਾਂ ਦੇ ਬਿਹਾਵ ਤੇ ਇਹ ਹੋ ਜਵੇ ਤਾਂ ਫਿਰ ਕੀ ਗੱਲ ਆ। ਉਹਨੂੰ ਡਾਕਟਰ ਨੂੰ ਹੁਣ ਰੱਖਿਆ ਗਿਆ ਆ। ਹੁਣ ਜਦ ਡਰਾਮੇ ਦੀ ਗੱਲ ਹੋਈ ਨਾ, ਉਹ ਕਹਿੰਦੀ ਮੇਰਾ ਸਵੇਰ ਨੂੰ ਨੈਗੇਟਿਵ ਆ ਜਾਵੇ, ਮੈਂ ਆਪਣੀ ਡਿਊਟੀ ਤੇ ਚਲੀ ਜਾਂਦੀ ਹਾਂ। ਮਤਲਬ ਮੇਰੇ ਕਹਿਣ ਦਾ ਵੀ ਕੋਈ ਸੇਮ ਆ ਸਾਡੀ ਪੰਜਾਬ ਸਰਕਾਰ, ਸੇਮ ਆ ਸਾਡੇ ਉੱਥੇ ਦੇ ਸਿੱਖ ਕਰਿੰਦੇ ਵੀ, ਮਤਲਬ ਜਿਹੜੇ ਵੀ ਆ ਉਹਨਾਂ ਨੂੰ, ਮਤਲਬ ਮੈਂਬਰ ਸਾਰੇ, ਕਿਉਂਕਿ ਵਿੱਚ ਹੀ ਆਪਾਂ ਅਕਾਲੀ ਵੀ, ਆਮ ਪਾਰਟੀ ਦੇ ਵੀ, ਸੰਗਰੂਰ ਵੀ, ਮਾਨ ਸਾਹਿਬ ਵੀ ਗੱਲਾਂ ਕਰਦੇ ਨੇ। ਮਤਲਬ ਉਹ ਉਹਨਾਂ ਨੂੰ, ਪ੍ਰਸ਼ਾਸਨਾਂ ਨੂੰ ਕਹਿ ਕੇ ਦਿਖਾਲਦੇ ਮਿਲਦੇ, ਕੋਈ ਪ੍ਰਸ਼ਾਸਨ ਦਾ ਬੰਦਾ, ਕੋਈ ਐਮਐਲਏ, ਕੋਈ ਐਮਪੀ ਨਹੀਂ ਨਿਕਲ ਕੇ ਮਿਲਦੇ ਕਿ ਬਈ ਅਸੀਂ ਉਹਨਾਂ ਨੂੰ ਦੇਖੀਏ ਕਿ ਵੀ ਉਹਨਾਂ ਨੂੰ ਕੀ ਕੁਝ ਮਿਲ ਰਿਹਾ, ਕੀ ਕੁਝ ਨਹੀਂ ਮਿਲ ਰਿਹਾ। ਜਿੰਨੇ ਡੀਐਸਪੀ ਤੇ ਐਸਪੀ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਆ, ਇਹਨਾਂ ਨੂੰ ਮਤਲਬ ਉਹ ਆਪਣੇ ਏਰੀਏ 'ਚ ਦੇਖ ਲਿਆ। ਪਰ ਲੇਕਿਨ ਜਿਸ ਦਿਨ ਡਾਕਟਰ ਵੀ ਆਪਣੇ, ਨਰਸਾਂ ਵੀ ਆਪਣੇ ਘਰਾਂ 'ਚ ਬਹਿ ਗਈਆਂ, ਮਤਲਬ ਬਿਮਾਰ ਹੋ ਕੇ, ਤਾਂ ਫਿਰ ਇੰਡੀਆ ਦਾ, ਪੰਜਾਬ ਦਾ ਰੱਬ ਹੀ ਵਾਸਤਾ ਕਰ, ਕੋਈ ਉਹੀ ਇਹਨਾਂ ਦੀ ਨਿਪਟਾਰਾ ਕਰ ਸਕਦਾ। ਫਿਰ ਇੱਥੇ ਕੋਈ ਚਾਰਾ ਨਹੀਂ, ਕਿਉਂਕਿ ਜਿੰਨੇ ਕਰੋੜ ਆਬਾਦੀ ਆ ਉੱਥੇ ਦਾ, ਜਿੱਦਾਂ ਰੰਧਾਵਾ ਸਾਹਿਬ ਨੇ ਦੱਸਿਆ ਕਿ 40 ਵੈਂਟੀਲੇਟਰ ਮਤਲਬ ਪੰਜਾਬ ਦੇ ਵਿੱਚ ਆ। ਕੀ ਕਰੋਗੇ ਫਿਰ ਤੁਸੀਂ ਜੀ? ਫੰਡ ਲੈ ਜੇਬਾਂ 'ਚ ਪਾਈ ਜਾ ਰਹੇ ਆ, ਫੰਡ ਬੜਾ ਲੈ ਕੇ ਖਾਈ ਜਾ ਰਹੇ ਸਾਹਿਬ, ਨੇ। ਇੱਕ ਮਿੰਟ। ਚਲੋ ਮੈਂ ਇਸ ਤੋਂ ਪਹਿਲਾਂ ਲਾਡੀਅਲ ਜਾਵਾਂ। ਜਿਹੜੀ ਤੁਸੀਂ ਗੱਲ ਕਰਦੇ ਕਿ ਸਰਕਾਰ ਦਾ ਫਰਜ਼ ਬਣਦਾ ਸਭ ਤੋਂ ਪਹਿਲਾਂ, ਇਸ ਤੋਂ ਪਹਿਲਾਂ ਵੀ ਸਰਕਾਰਾਂ ਸੀ, ਅਕਾਲੀ ਦਲ ਦੀ ਸਰਕਾਰ ਸੀ। ਜੇ ਆਪਾਂ ਦਿੱਲੀ ਦੇ ਵਿੱਚ ਅਲਾਮਾ ਦਿੰਦੇ ਹਾਂ ਕੇਜਰੀਵਾਲ ਸਰਕਾਰ ਨੂੰ, ਕਿਉਂਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਚਲਾਉਂਦੀ, ਕੇਂਦਰ ਵਿੱਚ ਨਹੀਂ, ਦਿੱਲੀ ਦੇ ਵਿੱਚ। ਲੇਕਿਨ ਜੇ ਉੱਥੇ ਮੁਸਲਮਾਨਾਂ ਦੇ ਉਹ ਨਿਕਲੇ ਮਸਜਿਦ ਵਿੱਚੋਂ, ਤੇ ਸਾਰਿਆਂ ਨੇ ਕੇਜਰੀਵਾਲ ਦੀ ਸਰਕਾਰ ਨੂੰ ਅਲਾਮਾ ਦਿੱਤਾ। ਇੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਤਾ। ਲੇਕਿਨ ਅੱਜ ਜਿੱਦਾਂ ਰੰਧਾਵਾ ਸਾਹਿਬ ਨੇ ਵੀ ਕਿਹਾ, ਬਾੜਾ ਸਾਹਿਬ ਮੈਂ ਤੁਹਾਨੂੰ ਸਵਾਲ ਪਹਿਲਾਂ ਪੁੱਛਿਆ ਸੀ, ਹੁਣ ਚਲੋ ਠੀਕ ਆ, ਤੁਸੀਂ ਜੋ ਆਪਣੇ ਹਿਸਾਬ ਨਾਲ ਦਿੱਤਾ ਜਵਾਬ। ਹੁਣ ਤੁਸੀਂ ਮੈਨੂੰ ਦੱਸੋ, ਸਭ ਤੋਂ ਪਹਿਲਾਂ ਫਰਜ਼ ਬਣਦਾ ਸੀ ਸਰਕਾਰਾਂ ਦਾ, ਲੇਕਿਨ ਸਭ ਤੋਂ ਪਹਿਲਾਂ ਇੰਤਜ਼ਾਮ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਜਦੋਂ ਦੀ ਬੱਸਾਂ ਰੈਡੀ ਕੀਤੀਆਂ, ਜਦੋਂ ਦੀ ਟੈਂਪੂ ਟਰੈਵਲ ਰੈਡੀ ਕੀਤੇ, ਤੇ ਉਦੋਂ ਸਰਕਾਰ ਨੇ ਖੜੇ ਪੈਰ ਆਪਣੀਆਂ ਬੱਸਾਂ ਭੇਜਤੀਆਂ, ਪੀਟੀਆਰ ਦੀਆਂ ਵਧੀਆ ਬੱਸਾਂ। ਚਲੋ ਇਹ 'ਚ ਨਹੀਂ ਕੋਈ ਸ਼ੱਕ ਵੀ ਮਾੜੀਆਂ ਬੱਸਾਂ ਭੇਜੀਆਂ, ਵਧੀਆ ਬੱਸਾਂ ਭੇਜੀਆਂ, ਲੇਕਿਨ ਆਪਣੇ ਡਰਾਈਵਰਾਂ ਨੂੰ ਚੈੱਕ ਨਹੀਂ ਕੀਤਾ। ਉੱਥੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਲਾਮਾ ਨਹੀਂ ਦੇ ਸਕਦੇ ਕਿ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਕੀਤਾ। ਉਹਨਾਂ ਨੇ ਤਾਂ ਪਹਿਲ ਕਦਮੀ ਕੀਤੀ ਕਿ ਅਸੀਂ ਆਪਣੇ ਸ਼ਰਧਾਲੂਆਂ ਨੂੰ ਅਸੀਂ ਲੈ ਕੇ ਆਉਂਦੇ ਹਾਂ, ਅਸੀਂ ਆਪਣੇ ਸ਼ਰਧਾਲੂ ਨੂੰ ਆਪਣੀਆਂ ਬੱਸਾਂ 'ਚ ਲਿਆਵਾਂਗੇ, ਅਸੀਂ ਆਪਣੀਆਂ ਸਰਾਵਾਂ 'ਚ ਰੱਖਾਂਗੇ, ਅਸੀਂ ਆਪਣੇ ਤੌਰ ਤੇ ਇਲਾਜ ਕਰਾਵਾਂਗੇ, ਜਦੋਂ ਠੀਕ ਹੋਣਗੇ ਅਸੀਂ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਭੇਜਾਂਗੇ। ਲੇਕਿਨ ਸਰਕਾਰ ਨੇ ਦੇਖਿਆ ਕਿ ਇਹਦੇ ਨਾਲ, ਜਿੱਦਾਂ ਤੁਸੀਂ ਵੀ ਬੜਾ ਸਾਹਿਬ ਪਹਿਲਾਂ ਕਿਹਾ, ਕਿ ਉਹਨਾਂ ਦਾ ਵਕਾਰ ਉੱਪਰ ਉੱਠ ਜਾਣਾ ਸੀ, ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਸਿਰਫ ਉਹ ਵਕਾਰ ਨੂੰ ਢਾਹ ਲਾਉਣ ਦੇ ਲਈ ਖੜੇ ਪਰ ਬੱਸਾਂ ਭੇਜੀਆਂ। ਹਰਸਿਮਰਤ ਕੌਰ ਬਾਦਲ, ਜਿੱਦਾਂ ਰੰਧਾਵਾ ਸਾਹਿਬ ਨੇ ਕਿਹਾ, ਹਰ ਰੋਜ਼ ਮੰਡੀਆਂ 'ਚ ਜਾਂਦੀ ਆ। ਮਜੀਠੀਆ ਸਾਹਿਬ ਹਰ ਰੋਜ਼ ਮੰਡੀਆਂ 'ਚ ਜਾਂਦਾ। ਸੁਖਬੀਰ ਸਿੰਘ ਬਾਦਲ ਹਰ ਰੋਜ਼ ਮੰਡੀਆਂ 'ਚ ਜਾਂਦਾ। ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਬਿਮਾਰ ਹੋ ਗਈ, ਇਸ ਦੁਨੀਆ ਤੋਂ ਚਲ ਗਈ, ਲੇਕਿਨ ਫਿਰ ਵੀ ਉਹ ਮੰਡੀਆਂ 'ਚ ਆਪਣੇ ਹਲਕੇ ਨਹੀਂ ਜਾਂਦੇ। ਲਾਡੀ ਬਿੱਠਾ ਮੇਰੇ ਨਾਲ ਤੁਹਾਨੂੰ ਦੱਸ ਦੂ। ਲੇਕਿਨ ਕਾਂਗਰਸ ਦਾ, ਜਿੱਦਾਂ ਰੰਧਾਵਾ ਸਾਹਿਬ ਨੇ ਕਿਹਾ, ਕੋਈ ਮਿਨਿਸਟਰ ਨਹੀਂ ਕਿਹਾ। ਮੈਂ ਬੜਾ ਸਾਹਿਬ ਇੱਥੇ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਮੈਂ ਤੁਹਾਨੂੰ ਹੀ ਕਹਿੰਦਾ, ਮੈਂ ਸੁਣਾਉਂਦਾ ਜੋ ਆਪਾਂ ਨੂੰ ਸੁਣ ਰਿਹਾ ਉਹਨਾਂ ਨੂੰ, ਕਿ ਪੰਜਾਬ ਸਰਕਾਰ ਦੇ ਵਿੱਚ ਜਿੰਨੇ ਮਿਨਿਸਟਰ ਆ, ਇੱਕ ਮਿੰਟ ਬੜਾ ਸਾਹਿਬ, ਕੈਪਟਨ ਸਾਹਿਬ ਆਪਣੇ ਫਾਰਮ ਹਾਊਸ ਤੇ ਬੈਠੇ ਆ। ਜਿੱਦਾਂ ਰੰਧਾਵਾ ਸਾਹਿਬ ਨੇ ਕਿਹਾ ਕਿ ਉਹ ਵੀਡੀਓ ਕਾਲਾਂ ਲਾ ਲੈਂਦੇ ਆ, ਫੇਸਬੁੱਕ ਤੇ ਆ ਜਾਂਦੇ ਆ ਕਿ ਹਾਂਜੀ ਡੀਸੀ ਸਾਹਿਬ ਤੁਹਾਡਾ ਜ਼ਿਲ੍ਹਾ ਕਿੱਦਾਂ, ਡੀਸੀ ਨੇ, ਜਿੱਦਾਂ ਰੰਧਾਵਾ ਸਾਹਿਬ ਨੇ ਕਿਹਾ ਡੀਸੀ ਨੇ ਮਰਨਾ। ਇਹ ਜਿਹੜੀਆਂ ਚੀਜ਼ਾਂ ਆ, ਆਪਾਂ ਨੂੰ ਜਿਹੜਾ ਪੱਖ ਜਿਹਨੇ ਕੀਤਾ ਉਹਦਾ ਵਧਾਈ ਬਣਦੀ ਆ। ਜੇ ਸ਼੍ਰੋਮਣੀ ਕਮੇਟੀ ਲੰਗਰ ਲਾ ਲਈ ਪੰਜਾਬ ਦੀ ਧਰਤੀ ਤੇ, ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਵਿੱਚ ਲੰਗਰ ਭੇਜ ਰਹੀ, ਹੋਰ ਗੁਰਦੁਆਰਿਆਂ ਤੋਂ ਹੋਰ ਸ਼ਹਿਰਾਂ 'ਚ ਲੰਗਰ ਭੇਜ ਰਹੀ, ਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਭੇਜ ਰਹੀ, ਆਪਣਾ ਫਰਜ਼ ਬਣਦਾ ਉਹਨਾਂ ਨੂੰ ਉਹਨਾਂ ਦੇ ਸ਼ਾਬਾਸ਼ ਦੇਣੀ ਆਪਣਾ। ਜੇ ਉਹਨਾਂ ਨੇ ਵਿਚਾਰਿਆਂ ਨੇ ਕਹਿ ਦਿੱਤਾ ਕਿ ਸਾਨੂੰ ਰਾਸ਼ਨ ਸਾਡੇ ਕੋਲ ਮੁੱਕ ਨਾ ਜਾਵੇ, ਤੁਸੀਂ ਸਾਨੂੰ ਰਾਸ਼ਨ ਵੀ ਭੇਜੋ, ਜਦੋਂ ਇੰਨੇ ਲੱਖਾਂ ਪ੍ਰਾਣੀਆਂ ਦਾ ਲੰਗਰ ਰੋਜ਼ ਜਾ ਰਿਹਾ, ਪਿੱਛੋਂ ਰਸਦਾਂ ਆ ਰਹੀ ਰਹੀਆਂ, ਉਹਨਾਂ ਨੇ ਮੰਗਣਾ ਜਿੱਦਣ ਮੁੱਕ ਜੂ ਉਦਣ ਮੰਗਣਾ। ਲਾਡੀ ਭਾ, ਜੋ ਇਹ ਘਟਨਾਕ੍ਰਮ ਹੋ ਰਿਹਾ, ਜੋ ਤੁਸੀਂ ਸੁਣਿਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਹਾਂ ਬਿਲਕੁਲ ਰਾਮੇਲ ਸਾਹਿਬ, ਮੈਂ ਧੰਨਵਾਦ ਬਾੜਾ ਸਾਹਿਬ ਦਾ ਵੀ ਕਰਦਾ, ਰੰਧਾਵਾ ਸਾਹਿਬ ਦਾ ਵੀ ਕਰਦਾ। ਗੱਲਾਂ ਮੈਂ ਸਾਰੀਆਂ ਨਾਲ ਇਹਨਾਂ ਦੇ ਸਹਿਮਤ ਹਾਂ। ਮੈਂ ਉੱਥੋਂ ਫਿਰ ਉਸੇ ਜਗ੍ਹਾ ਤੋਂ ਸਟਾਰਟ ਕਰ ਰਿਹਾ ਨਾ, ਕਿ ਜਿਹੜੇ ਹਜ਼ੂਰ ਸਾਹਿਬ ਤੋਂ ਸ਼ਰਧਾਲੂ ਆਏ ਸੀ, ਇਹ ਤਾਂ ਪੰਜਾਬ ਦੇ ਸੀ ਨਾ, ਤੇ ਆਉਣੇ ਵੀ ਪੰਜਾਬ 'ਚ ਹੀ ਸੀ। ਹੁਣ ਬੰਗਲਾਦੇਸ਼ ਨੂੰ ਤਾਂ ਭੇਜਣ ਨਹੀਂ ਸੀ ਲੱਗੇ ਹੈਗੇ, ਉਹ ਆਉਣੇ ਵੀ ਪੰਜਾਬ ਦੇ ਵਿੱਚ ਹੀ ਸੀ। ਜੇ ਉਹ ਪੰਜਾਬ ਦੇ ਵਿੱਚ ਆ ਗਏ, ਇੱਥੇ ਜ਼ਰੂਰ ਆ
ਕਿ ਇੱਥੇ ਸਭ ਤੋਂ ਪਹਿਲਾਂ ਉਹਨਾਂ ਨੂੰ ਪਹਿਲਾਂ ਆਉਣ ਸਾਰੇ ਸਟ੍ਰੇਟ ਦੇ ਵਿੱਚ ਵੜਨ ਤੋਂ ਪਹਿਲਾਂ ਉਹਨਾਂ ਨੂੰ ਕਿਤੇ ਇਕਾਂਤਵਾਸ 'ਚ ਰੱਖਿਆ ਜ਼ਰੂਰ ਜਾਂਦਾ ਤਾਂ ਉਹਨਾਂ ਨੂੰ ਇਹ ਦੇਖਦੇ ਵੀ ਜਦੋਂ ਉਹਨਾਂ ਨੂੰ ਪਹਿਲਾਂ ਟੈਸਟ ਕੀਤੇ ਜਾਂਦੇ, ਜੇ ਉਹ ਨੈਗੇਟਿਵ ਆਉਂਦੇ ਤਾਂ ਉਹਨਾਂ ਨੂੰ ਭਾਈ ਆਪਾਂ ਆਪਣੇ ਘਰਾਂ 'ਚ ਭੇਜ ਦਿੰਦੇ, ਜੇ ਪੋਜ਼ਿਟਿਵ ਆਉਂਦੇ ਤਾਂ ਉਹਨਾਂ ਨੂੰ ਭਾਈ ਉੱਥੇ 14 ਦਿਨ ਜਾਂ 21 ਦਿਨ ਰੱਖਦੇ। ਉੱਥੇ ਜਿੰਨਾ ਟਾਈਮ ਉਹ ਬਿਲਕੁਲ ਤੰਦਰੁਸਤ ਦਰੁਸਤ ਨਹੀਂ ਸੀ ਹੁੰਦੇ ਹੈਗੇ, ਉਹਨਾਂ ਦਾ ਪਹਿਲਾਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ। ਹੁਣ ਮੈਂ ਇਸ ਗੱਲ ਨਾਲ ਬਿਲਕੁਲ। ਸਹਿਮਤ ਹਾਂ ਕਿ ਐਮਐਲਏ ਸਾਹਿਬ, ਮੈਂ ਸਰਕਾਰ ਕਿਸੇ ਦਾ ਨਾਂ ਨਹੀਂ ਲੈਂਦਾ, ਨਾ ਮੈਂ ਕਾਂਗਰਸ ਸਰਕਾਰ ਦਾ, ਨਾ ਮੈਂ ਅਕਾਲੀ ਸਰਕਾਰ ਦਾ। ਸਰਕਾਰ ਬੇਸ਼ੱਕ ਪਹਿਲਾਂ ਕਾਂਗਰਸ ਦੀ ਵੀ ਰਹੀ ਆ, ਪਹਿਲਾਂ ਅਕਾਲੀਆਂ ਦੀ ਵੀ ਸਰਕਾਰ ਰਹੀ ਹੈ, ਸੈਂਟਰ 'ਚ ਵੀ ਰਹੀਆਂ ਨੇ ਸਰਕਾਰਾਂ, ਬੀਜੇਪੀ ਦੀਆਂ ਵੀ ਰਹੀਆਂ ਨੇ। ਕਿ ਪੰਜਾਬ ਦੇ ਵਿੱਚ ਬਿਲਕੁਲ ਇਹ ਗੱਲ ਜ਼ਰੂਰ ਹੈ ਕਿ ਕਿੰਨੀਆਂ ਬਿਲਕੁਲ ਹਸਪੀਟਲ ਵੀ ਬਹੁਤ ਥੋੜੇ ਨੇ, ਵੈਂਟੀਲੇਟਰ ਕਿੱਟਾਂ ਵੀ ਬਹੁਤ ਥੋੜੀਆਂ ਨੇ। ਸਰਕਾਰਾਂ ਤਾਂ ਸਾਰੀਆਂ ਹੁੰਦੀਆਂ ਦੇਣਗੀਆਂ ਇਹਨਾਂ ਨੂੰ, ਪਹਿਲਾਂ ਕੁਛ ਟਾਈਮ ਪਹਿਲਾਂ ਜਿਹੜਾ ਸਰਕਾਰਾਂ ਗਈਆਂ ਉਹਨਾਂ ਨੂੰ ਵੀ ਚਾਹੀਦਾ ਸੀ, ਹੁਣ ਸਰਕਾਰਾਂ ਉਹਨਾਂ ਨੂੰ ਵੀ ਚਾਹੀਦਾ ਸੀ। ਜਦੋਂ ਵੋਟਾਂ ਆਉਂਦੀਆਂ ਨੇ, ਘਰੋਂ ਘਰ ਤੁਹਾਡੇ ਪਰਚੀਆਂ ਪਹੁੰਚ ਜਾਂਦੀਆਂ ਨੇ, ਵੋਟਾਂ ਦੀਆਂ ਪਰਚੀਆਂ ਪਹੁੰਚ ਬਿਲਕੁਲ। ਜਾਂਦੀਆਂ ਨੇ, ਫਿਰ ਤੁਸੀਂ ਘਰੋਂ ਘਰ ਸੈਨੀਟਾਈਜ਼ਰ ਜਾਂ ਮਾਸਕ ਜਾਂ ਮੰਨ ਲਓ ਠੀਕ ਹੈ ਰਾਸ਼ਨ ਕਾਰਡ ਨਹੀਂ ਪ੍ਰੋਵਾਈਡ ਕਰਦੇ ਹੈਗੇ। ਹੁਣ ਅੰਦਰਾਂ 'ਚ ਬੈਠੇ ਸਾਡੇ ਐਮਐਲਏ, ਬੇਸ਼ੱਕ ਐਮਪੀ ਨੇ, ਚਾਹੇ ਆਪਣੇ ਰਾਜ ਸਭਾ ਮੈਂਬਰ ਨੇ, ਹੋਰ ਤਾਂ ਹੋਰ ਤੁਸੀਂ ਇਹ ਵੀ ਗੱਲ ਦੱਸੋ ਨਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਾਂ ਬਲਾਕ ਸਮਿਤੀ ਮੈਂਬਰ ਲੜਨ ਵਾਸਤੇ ਵੀ ਤੇਰੇ ਮੇਰੇ ਵਰਗੇ ਬਹੁਤ ਬਣ ਜਾਂਦੇ ਨੇ। ਨਹੀਂ ਜੀ ਅਸੀਂ ਜਥੇਦਾਰ ਹਾਂ ਇਸ ਇਲਾਕੇ ਦੇ, ਉਹ ਕਹਿੰਦਾ ਜੀ ਬੇਸ ਪਿੰਡ ਦਾ ਮੈਂ ਜਥੇਦਾਰ ਹਾਂ। ਪਰ ਉਹਨਾਂ ਨੂੰ ਹੁਣ ਅੱਗੇ ਆਉਣਾ ਚਾਹੀਦਾ ਸੀ, ਅੱਗੇ ਕਿਉਂ ਨਹੀਂ ਆ ਰਹੇ ਹੈਗੇ? ਲੋਕ ਵਿਚਾਰੇ ਤਰਾਸ ਕਰਨ ਦੇ ਕਈ ਵਾਰੀ ਇੱਕਾ ਦੁੱਕਾ ਥਾਵਾਂ ਤੇ। ਕਈਆਂ ਨੇ, ਮੈਂ ਵੇਖਿਆ ਪਿੱਛੇ ਜੇ 2-4 ਦਿਨਾਂ ਦੀ ਗੱਲ ਹੈ, ਇੱਕ ਪੱਟੀ ਏਰੀਆ ਦੇ ਵਿੱਚ ਕਿਸੇ ਬੀਬਾ ਨੇ ਐਮਐਲਏ ਸਾਹਿਬ ਨੂੰ ਫੋਨ ਲਾ ਕੇ ਗੱਲਬਾਤ ਕੀਤੀ, ਉਹ ਐਮਐਲਏ ਸਾਹਿਬ ਨਾਲ ਵੀ ਕੋਈ ਤੂੰ ਮੈਂ ਉਹਨਾਂ ਦੀ ਹੋ ਗਈ। ਹਾਲਾਂਕਿ ਬਿਲਕੁਲ। ਭਾਵੇਂ ਸਰਕਾਰ ਕਿਸੇ ਦਾ ਐਮਐਲਏ ਹੋਵੇ, ਐਮਐਲਏ ਚਾਹੇ ਕਾਂਗਰਸ ਦਾ ਹੋਵੇ ਚਾਹੇ ਅਕਾਲੀ ਦਲ ਦਾ ਹੋਵੇ, ਆਪਣੇ ਸਰਕਲ 'ਚ ਆਪਣੇ ਹਲਕੇ 'ਚ ਤਾਂ ਜਾਣ ਦਾ ਫਰਜ਼ ਬਣਦਾ ਆ। ਅੱਜ ਨਹੀਂ ਜਾਵਾਂਗੇ ਫਿਰ ਕਦੋਂ ਜਾਵਾਂਗੇ? ਮੈਂ ਕਹਿੰਦਾ ਹੁਣ ਲੋਕ ਸੋਸ਼ਲ ਮੀਡੀਆ ਨੇ ਚੰਗੀ ਤਰ੍ਹਾਂ ਅਵੇਅਰ ਕਰ ਦਿੱਤੇ। ਜੇ ਅੱਜ ਐਮਐਲਏ ਸਾਹਿਬ ਜਾਂ ਐਮਪੀ ਸਾਹਿਬ ਲੋਕਾਂ ਨੂੰ ਕਹਿ ਰਹੇ ਨੇ ਹਾਂ ਜੀ ਆਵਾਂਗੇ ਠੀਕ ਹੈ, ਗਏ ਨਹੀਂ ਹੈਗੇ, ਕੱਲ ਨੂੰ ਫਿਰ ਲੋਕ ਵੀ ਇਸੇ ਤਰ੍ਹਾਂ ਸ਼ੀਸ਼ਾ ਵਿਖਾ ਦੇਣਗੇ। ਆਉਣ ਵਾਲੇ ਸਮੇਂ 'ਚ ਵੋਟਾਂ ਤਾਂ ਆਈਆਂ ਲੋ, ਕਿਹੜਾ ਉਹ ਦੂਰ ਨਹੀਂ ਹੈਗੀ, ਵੋਟਾਂ ਦੂਰ ਨਹੀਂ, ਹੋ ਸਾਲ 1.5 ਸਾਲ 2 ਸਾਲ ਤੱਕ ਰਹਿ ਗਿਆ, ਕਿੰਨਾ ਕੁ ਸਮਾਂ ਰਹਿ ਗਿਆ? ਸਰਕਾਰਾਂ ਦਾ ਫਰਜ਼ ਬਣਦਾ ਆ ਸਾਡਾ, ਜੇ ਕਿਤੇ ਵੀ ਗੱਲ ਹੈ ਕਿ ਸਾਡੇ ਜਿਹੜੇ ਹਜ਼ੂਰ ਸਾਹਿਬ ਦੇ ਸ਼ਰਧਾਲੂ ਸੀ ਉਹ ਸਾਡੇ ਸੀ, ਪੰਜਾਬੀ ਸੀ, ਜਾਣਾ ਵੀ ਪੰਜਾਬ ਸੀ, ਨਾ ਬੰਗਲਾਦੇਸ਼ ਨੂੰ ਜਾਣਾ ਸੀ ਉਹਨਾਂ ਨੇ, ਜਿਹੜੇ ਕਿ ਹੁਣ ਉੱਥੇ ਇੰਗਲੈਂਡ ਦੇ ਵਸਨੀਕ ਜਿਹੜੇ ਇੰਡੀਆ ਦੇ ਵਿੱਚ ਫਸੇ ਆ। ਜਿੱਦਣ ਫਲਾਈਟਾਂ ਚੱਲ ਗਿਆ, ਆਈ ਥਿੰਕ ਸੋ, ਮੇਰਾ ਖਿਆਲ ਹੈ ਕਿ ਫਲਾਈਟਾਂ ਚੱਲ ਪੈਣਗੀਆਂ 1-2 ਦਿਨਾਂ ਤੱਕ। ਮੇਰੇ ਕੋਲ ਆ ਗਈ ਰਿਪੋਰਟ ਕਿ ਇਹ ਅੰਤਰਰਾਸ਼ਟਰੀ ਜਿਹੜੀਆਂ ਉਡਾਨਾਂ ਚੱਲ ਪਈਆਂ ਨੇ, ਮੈਨੂੰ ਲੱਗਦਾ 18 ਮਈ ਤੋਂ ਮੇਰੇ ਖਿਆਲ ਦੇ ਵਿੱਚ ਕਿ ਬੁਕਿੰਗ ਉਹਨਾਂ ਦੀ ਸ਼ੁਰੂ ਮਹਾਰਾਜ ਹੋਣੀ ਜੀ, ਹੋ ਗਈ। ਇੰਗਲੈਂਡ ਵਾਲਿਆਂ ਨੇ ਆਪਣੇ ਪੈਸੇਂਜਰ ਲੈ ਜਾਂਦੇ ਆ। ਨਹੀਂ ਕੁਛ ਰਹਿੰਦੇ, ਮੈਂ ਇੰਗਲੈਂਡ ਵਾਲੇ ਨੇ ਲਿਆ ਤੇ ਆਉਣਾ ਤਾਂ ਉਹਨਾਂ ਨੇ ਇੰਗਲੈਂਡ 'ਚ ਹੀ ਸੀ ਨਾ। ਤੇ ਜੇ ਹੁਣ ਕੱਲ ਨੂੰ ਇੱਥੇ ਇੰਗਲੈਂਡ ਵਾਲੇ ਕਹਿ ਦੇਣ ਆ ਕੇ ਵੀ ਇਹਨਾਂ ਨੇ ਕੀਤਾ, ਜਿਹੜੇ ਆ ਕੇ ਉਹ ਹੈ ਤਾਂ ਇੰਗਲੈਂਡ ਦੇ ਸੀ, ਆਉਣਾ ਹੀ ਸੀ ਉਹਨਾਂ ਨੇ ਉੱਥੇ, ਅੱਜ ਨਾ ਉਹਦੇ ਹੋਰ 14 ਦਿਨਾਂ ਨੂੰ ਆ ਜਾਂਦੇ। ਹੁਣ ਜੇ ਪੰਜਾਬ ਵਾਲੇ ਇਹ ਰਾਜਨੀਤੀ ਕਰਨ ਦੇ ਆ, ਲਾਡੀ ਓਕੇ, ਪੰਜਾਬ ਵਾਲੇ ਇਹ ਰਾਜਨੀਤੀ ਕਰਨ ਦੇ ਆ, ਬਿਲਕੁਲ ਜੀ। ਬਾੜਾ ਜੀ ਲਾਡੀ ਭਾਈ ਇੱਕ ਮਿੰਟ, ਹਾਂਜੀ। ਬਾੜਾ ਸਾਹਿਬ, ਇੱਕ ਹਾਂਜੀ। ਪਰਿਵਾਰ ਆਇਆ ਹਜੂਰ ਸਾਹਿਬ ਤੋਂ, ਜੀ ਦਿੱਲੀ ਦੇ ਵਸਨੀਕ ਆ, ਲੇਕਿਨ ਉਹਨਾਂ ਨੂੰ ਪੰਜਾਬ ਦੀਆਂ ਬੱਸਾਂ 'ਚ ਉੱਥੋਂ ਚੜਾ ਕੇ ਪੰਜਾਬ 'ਚ ਹੀ ਲੈ ਆਂਦਾ। 6 ਮੈਂਬਰ ਆ ਪਰਿਵਾਰ ਦੇ, ਜੀ 6 ਮੈਂਬਰਾਂ ਦੇ ਵਿੱਚੋਂ 5 ਨੂੰ ਕੱਢਿਆ ਨੈਗੇਟਿਵ, ਤੇ ਇੱਕ ਛੋਟੀ ਹਾਂ, ਜਿਹੀ ਇੱਕ ਨੂੰ ਬੱਚੀ ਆ ਬੱਚੀ- ਆਪਣੀ ਮਾਂ ਦੇ ਕੁੱਛੜ, ਉਹਨੂੰ ਕੱਢਿਆ ਪੋਜ਼ਿਟਿਵ। ਇਹ ਤੁਸੀਂ ਗੱਲ ਇਹ ਮੰਨਦੇ ਆ ਹੋਊਗੀ? ਮਾਂ ਨੂੰ ਨਹੀਂ ਕਿਉਂ ਮੈਂ ਹੋਇਆ? ਮੈਂ ਨਹੀਂ ਇਦਾਂ ਕਿਦਾਂ ਹੋ ਮੈਂ- ਜੂ? ਕੱਲ ਇੰਨੇ ਚਿਰ ਉਹ ਨਾਲ ਖੇਲਦੀ ਰਹੀ 1.5 ਮਹੀਨਾ। ਆਹੋ, ਨਿਹਾਲ ਸਿੰਘ ਜੀ, ਮੈਂ ਦੱਸਦਾ ਉਹਦੇ ਵਿੱਚ ਕੀ ਆ। ਉਹਦੇ ਵਿੱਚ ਇਹ ਚੀਜ਼ਾਂ ਆ ਵੀ ਜਿਹੜੀ ਆਪਣੀ ਇਹਨਾਂ ਦੀਆਂ ਮਸ਼ੀਨਾਂ ਆ ਨਾ ਜੀ, ਪੀਪੀ ਕਿੱਟ ਆ ਜਾਂ ਜਿਹੜੀ ਚੈੱਕ ਕਰਨ ਦਾ ਇਹਨਾਂ ਦਾ ਹੈਗਾ ਆ, ਉਸ ਦੇ ਵਿੱਚ ਐਰਰ ਹੈਗਾ, 2% ਐਰਰ ਹੈਗਾ। ਇਹ ਤੁਸੀਂ 40,000 ਦੇ ਵਿੱਚੋਂ ਸੌਰੀ 4,000 ਨੂੰ ਚੈੱਕ ਕਰੋਗੇ, ਉਹਦੇ ਵਿੱਚੋਂ 80 ਪੋਜ਼ਿਟਿਵ ਆਣੇ ਨੇ। ਭਾਵੇਂ ਨਾਰਮਲ ਬੰਦੇ ਨੂੰ ਦੇਖ ਲਓ ਕਰਕੇ। ਉਹਦਾ ਰੀਜ਼ਨ ਕੀ? ਕਿ ਮਸ਼ੀਨਾਂ ਵੀ ਨਹੀਂ ਠੀਕ। ਪਿੱਛੇ ਜੇ ਦੇਖੋ ਤਾਂ ਜਲੰਧਰ ਦੇ ਵਿੱਚ 3 ਬੰਦਿਆਂ ਨੂੰ ਉਹਨਾਂ ਨੂੰ ਛੱਡਤਾ ਕਿ ਬਈ ਇਹ ਤੁਸੀਂ ਠੀਕ ਹੈ ਜੀ, ਜਾਓ ਘਰਾਂ ਨੂੰ। ਉਹ ਜਦ ਘਰਾਂ ਜਾ ਕੇ ਮਿਲੇ, ਉਹਨਾਂ ਦਾ ਫੁੱਲਾਂ 'ਚ ਪੱਗ ਸਿੱਟ ਕੇ, ਹਾਰ ਪਾ ਕੇ, ਗੱਲ ਲਾ ਕੇ ਮਿਲੇ, ਦੂਜੀ ਰਾਤ ਰਹੇ, ਸਵੇਰ ਨੂੰ ਉਹਨਾਂ ਨੂੰ ਇਕੱਠੇ ਕਰਨ ਲੱਗ ਪਏ ਜੀ, ਨਹੀਂ ਤੁਹਾਡੀ ਰਿਪੋਰਟ ਜਿਹੜੀ ਆ ਉਹ ਨੈਗੇਟਿਵ ਆ, ਪੋਜ਼ਿਟਿਵ ਹਨਾ। ਸੋ ਮੇਰੇ ਕਹਿਣ ਦਾ ਮਤਲਬ ਬਈ ਜਿੱਥੇ ਬੰਦੇ ਵੀ ਗਲਤ ਆ, ਉੱਥੇ ਮਸ਼ੀਨਾਂ ਵੀ ਗਲਤ ਨੇ। ਮਸ਼ੀਨਾਂ ਦਾ ਵੀ ਤੁਸੀਂ ਐਕੂਰੇਟ ਨਹੀਂ ਦੱਸ ਸਕਦੇ। ਮੈਂ ਤੁਹਾਨੂੰ ਦੱਸਦਾ ਕਿ ਇੱਕ ਸਟੇਸ਼ਨ ਦੇ ਉੱਪਰ ਉਤਰਦੇ ਆ, ਟ੍ਰੇਨ ਦੇ ਉੱਪਰ ਪੁਲਿਸ ਵਾਲਾ ਇੱਕ ਪਾਸੇ ਫੋਨ ਤੇ ਲੱਗਿਆ, ਦੂਸਰੇ ਪਾਸੇ ਬੰਦੇ ਲੰਘ ਰਹੇ ਆ, ਉਹ ਗਨ ਜੀ ਉਦਾਂ ਇੱਥੋਂ ਮੱਥੇ ਤੋਂ ਵੀ ਕਿਤੇ 1.5 ਫੁੱਟ ਪਿੱਛੇ ਰੱਖ ਕੇ ਆਇਆ ਕਰਕੇ ਨਿਗਾਈ ਜਾਂਦਾ ਆ। ਉਹ ਹੁਣ ਉੱਥੇ ਪ੍ਰਸ਼ਾਸਨ ਨੂੰ ਦੇਖਣ ਵਾਲਾ ਕੌਣ ਆ ਕਿ ਵੀ ਇਹ ਕੀ ਕੰਮ ਕਰ ਰਹੇ ਨੇ? ਮੇਰੇ ਕਹਿਣ ਦਾ ਕੋਈ ਹਰ ਪਹਿਲੂ ਤੋਂ ਇਹ ਹੁਣ ਦੇਖੋ, ਇਹਨਾਂ ਨੇ ਪੰਜਾਬ ਸਰਕਾਰ ਨੇ ਕੀ ਕੀਤਾ, ਇਹਨਾਂ ਨੇ ਜ਼ਿਆਦਾ ਜ਼ੋਰ ਦੁਕਾਨਾਂ ਖੋਲ੍ਹਣ ਤੇ ਕੀਤਾ। ਦੁਕਾਨਾਂ ਖੋਲ੍ਹਣ ਤੋਂ ਵੀ ਪਹਿਲਾਂ ਉਹਨਾਂ ਨੇ ਠੇਕਿਆਂ ਨੂੰ ਪਹਿਲ ਦਿੱਤੀ ਆ, ਵੀ ਠੇਕੇ ਖੁੱਲ੍ਹਣੇ ਚਾਹੀਦੇ ਆ, ਸ਼ਰਾਬ ਖੁੱਲ੍ਹਣੀ ਚਾਹੀਦੀ ਆ। ਜਦੋਂ ਕਿ ਮੈਂ ਇਹ ਕਹਿ ਰਿਹਾ, ਇਹਨਾਂ 40 ਦਿਨਾਂ ਦੇ ਵਿੱਚ
ਜਿੰਨੀਆਂ ਵਾਰਦਾਤਾਂ ਇਹ ਮਰਨ ਮਰਾਨ ਦੀਆਂ ਪੁਲਿਸ ਵੱਲੋਂ ਵੀ ਹੋਈਆਂ, ਉਸ ਤੋਂ ਮਰਨ ਮਰਾਨ ਦੀਆਂ ਵਾਰਦਾਤਾਂ ਬੰਦਿਆਂ ਵੱਲੋਂ ਵੀ ਹੋਈਆਂ। ਹਾਂਜੀ, ਉਹ ਜਿਹੜੀਆਂ ਘਟਨਾਵਾਂ ਨੇ ਨਾ, ਉਹਨਾਂ ਨੂੰ ਸਾਰੇ ਅਖੋਲੇ ਕਰੀ ਜਾ ਰਹੇ ਆ, ਜਿਨ੍ਹਾਂ ਦੇ ਵਿੱਚ ਜਿਨ੍ਹਾਂ ਬੰਦਿਆਂ ਦਾ ਹੱਥ ਹੈ ਉਹਨਾਂ ਨੂੰ ਮਤਲਬ ਕੋਈ ਚੈੱਕ ਨਹੀਂ ਕਰ ਰਿਹਾ, ਕੋਈ ਦੇਖ ਨਹੀਂ ਰਿਹਾ, ਕੋਈ ਉਹਨਾਂ ਦੇ ਨਾਲ FIR ਦਰਜ ਨਹੀਂ ਹੋ ਰਹੀ। ਜਿਸ ਤਰ੍ਹਾਂ ਹੁਣ ਮੈਂ ਡਾਕਟਰ ਦੀ ਗੱਲ ਕੀਤੀ ਆ, ਡਾਕਟਰ ਨੇ ਹੈਲਥ ਵਾਲਿਆਂ ਨੂੰ ਦੱਸਿਆ, ਉਹਨੇ ਪ੍ਰਸ਼ਾਸਨ ਨੇ ਦੱਸਿਆ, ਪ੍ਰਸ਼ਾਸਨ ਨੇ ਕਿਸੇ ਨੇ ਵੀ ਆ ਕੇ ਉਹਨੂੰ ਨਹੀਂ ਦੇਖਿਆ ਕਿ ਬਈ ਤੂੰ ਠੀਕ ਆ, ਤੂੰ ਕਿੱਦਾਂ ਰਿਹਾ, ਤੂੰ ਹੋਰ ਠਹਿਰ ਲਾ, ਠਹਿਰ ਕੇ ਫਿਰ ਕੰਮ ਤੇ ਆਈ ਜਾਂ ਜਿੱਦਾਂ ਮਰਜੀ। ਪਰ ਉਹਨਾਂ ਨੂੰ ਇਹ ਕਿਹਾ ਕਿ ਵੀ ਸਾਡੀਆਂ ਜਿਹੜੀਆਂ ਮਸ਼ੀਨਾਂ ਉਹ ਵੀ ਨਹੀਂ ਕੰਮ ਕਰ ਰਹੀਆਂ, ਸਾਡੇ ਕੋਲ ਇਹ ਕਿਟਸ ਵੀ ਹੈ ਨਹੀਂ, ਸਾਡੇ ਕੋਲ ਮਾਸਕ ਵੀ ਹੈ ਨਹੀਂ, ਗਲਵਜ਼ ਵੀ ਹੈ ਨਹੀਂ। ਹਾਂਜੀ, ਤੇ ਉਹਨਾਂ ਚੀਜ਼ਾਂ ਲਈ ਉਹ ਕਹਿੰਦੇ ਉਹਦੇ ਬਾਰੇ ਕਹਿੰਦੇ ਕਿ ਅਸੀਂ ਜਾਂਚ ਕਰਾਂਗੇ ਵੀ ਕੀ ਹੋਇਆ। ਉਹ ਜਿਹੜੀ ਜਾਂਚ ਬਿਠਾ ਲਈ, ਕਮੇਟੀ ਬਿਠਾ ਲਈਆਂ, ਜਦ ਤੱਕ ਬੰਦੇ ਦਾ ਕੁਝ ਨਾ ਕੁਝ ਨਿਕਲ ਜਾਂਦਾ, ਜਾਂ ਰਹਿ ਜਾਊਗਾ ਤੇ ਜਾਂ ਚੱਲ ਜਾਊਗਾ। ਬਾਕੀ ਜਿਹੜੀ ਰਾਜਨੀਤੀ ਕਰ ਰਹੇ ਆ, ਜਿੱਦਾਂ ਲਾਡੀ ਹੁਣੀ ਕਹਿ ਰਹੇ ਕਿ ਵੀ ਵੋਟਾਂ ਆ ਹੋਰ ਸਾਲ ਨੂੰ, 1.5 ਸਾਲ ਨੂੰ, ਉਹ ਜਦੋਂ ਜਨਤਾ ਹੀ ਨਹੀਂ ਰਹੂਗੀ ਤਾਂ ਵੋਟਾਂ ਪਾਊਗੇ ਕਿਹਨੂੰ ਜੀ? ਮਤਲਬ ਇਹ ਮੈਂ ਤਾਂ ਤੁਹਾਨੂੰ ਇਹ ਦੱਸ ਦਿੰਦਾ ਆ ਕਿ ਜੇ ਕਿਤੇ ਇੱਕ ਟਾਈਮ ਦੇ ਵਿੱਚ ਪੰਜਾਬ ਤੇ ਜਾਂ ਭਾਰਤ ਦੇ ਵਿੱਚ ਇਹ ਬਿਮਾਰੀ ਹੁੰਦੀ ਤਾਂ ਸਾਡੇ ਲੀਡਰਾਂ ਨੇ ਟਿਕਟਾਂ ਲੈ ਕੇ ਨਾ ਬਾਹਰਲੇ ਮੁਲਕਾਂ ਨੂੰ ਚਲ ਜਾਣਾ ਸੀਗਾ ਕਿ ਵੀ ਇਹ ਅਸੀਂ ਤਾਂ ਇੱਥੇ ਹੈ ਹੀ ਨਹੀਂ, ਜੇ ਬਾਹਰਲੀ ਫੇਰੀ ਤੇ ਗਏ ਹਾਂ। ਸੋ ਮਤਲਬ ਮੈਂ ਤੁਹਾਨੂੰ ਵੀ ਬੇਨਤੀ ਕਰਾਂ, ਆਪਾਂ ਇਸ ਚੇਅਰ ਤੇ ਬੈਠ ਕੇ, ਮੈਂ ਕਹਿੰਦਾ ਕਿ ਵੀ ਸ਼੍ਰੋਮਣੀ ਵਾਲੇ ਗਲਤ ਹੋਆ, ਮੈਂ ਨਹੀਂ ਕਹਿੰਦਾ ਕਿ ਅਕਾਲੀ ਦਲ ਗਲਤ ਆ, ਮੈਂ ਨਹੀਂ ਕਹਿੰਦਾ ਕਾਂਗਰਸ ਗਲਤ ਹੋਆ, ਪਰ ਮੈਂ ਇਹ ਕਹਿ ਰਿਹਾ ਹਰ ਇੱਕ ਬੰਦਾ ਰੋਟੀਆਂ ਸੇਕਣ ਨੂੰ ਸੈਲਫਿਸ਼ ਹੋਇਆ ਆ, ਮਗਰੋਂ ਗੱਲ ਕਰਦਾ ਆ। ਪਰ ਲੇਕਿਨ ਤੁਹਾਨੂੰ ਇਸ ਚੇਅਰ ਦੇ ਉੱਪਰ ਇਸ ਨਾਲ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ। ਆਪਾਂ ਨੂੰ ਵਨ ਸਾਈਡ ਗੱਲ ਨਹੀਂ ਕਰਨੀ ਚਾਹੀਦੀ। ਜੋ ਹੋ ਰਿਹਾ, ਜੋ ਹੋਇਆ ਉਹ ਦੱਸਣਾ ਪ੍ਰੋਪਰ। ਸੰਗਤਾਂ ਜਾਣ ਨੇ, ਸੰਗਤਾਂ ਸਾਨੂੰ ਜਾਣਦੀਆਂ, ਸਾਡੇ ਨਾਲ ਜ਼ਿਆਦਾ ਜਾਣਦੀਆਂ ਨੇ ਕੌਣ ਕਿੱਥੇ ਰੌਂਗ ਤੇ ਕਿੱਦਾਂ ਰਾਈਟ ਹੈਗੇ ਨੇ। ਲੀਡਰ ਵੀ ਸਾਡੇ ਤੇ ਸਾਡੀ ਪਰ ਕੈਪਟਨ ਸਰਕਾਰ ਨੇ ਹੁਣ ਤੁਸੀਂ ਇਹ ਦੇਖੋ, ਸ਼ਰਾਬ ਦੀਆਂ ਦੁਕਾਨਾਂ ਖੁੱਲੀਆਂ, ਦੁਕਾਨਾਂ ਦੇ ਉੱਪਰ ਫਰਲਾਂਗ ਦੋਨੋਂ ਸਾਈਡਾਂ ਨੂੰ ਲਾਈਨਾਂ ਲੱਗੀਆਂ ਆ, ਐਂਡ ਉੱਪਰ ਦੇ ਉੱਪਰ ਚੜੇ ਹੋਏ ਨੇ ਕਿ ਧੱਕੇ ਮਾਰ ਰਹੇ ਨੇ। ਹਾਂਜੀ, ਸੋ ਮਤਲਬ ਉਹਨਾਂ ਦੇ ਵਿੱਚ ਦੱਸੋ ਇਹ ਨੇ ਫੈਲੇਗਾ ਤਾਂ ਨਹੀਂ, ਕਿ ਕਿੱਦਾਂ ਨਹੀਂ ਫੈਲੇਗਾ? ਜਦੋਂ ਕਿ ਇਹਨਾਂ ਨੇ ਕਈ ਥਾਂ ਤੇ ਇਹਨਾਂ ਨੇ ਕਰਤਾ 7 ਤੋਂ ਲੈ ਕੇ 11 ਵਜੇ ਤੱਕ ਦੁਕਾਨਾਂ ਖੁੱਲਣਗੀਆਂ, ਅਤੇ ਕਈ ਥਾਵਾਂ ਤੇ ਕਰਤਾ 9 ਤੋਂ ਲੈ ਕੇ 1 ਵਜੇ ਤੱਕ ਦੁਕਾਨਾਂ ਖੁੱਲਣਗੀਆਂ ਸਾਰੀਆਂ ਕਹਿਤਾ। ਹਾਂਜੀ, ਹੁਣ ਚਲੋ ਜੇ ਉਹਨਾਂ ਨੇ ਆਪਣੇ ਵੱਲੋਂ ਮਤਲਬ ਜਿਸ ਸਟਰੋਂਗ ਵਾਲੀ ਗੱਲ ਵੀ ਦੱਸੀ ਆ ਬਈ 1 ਛੱਡ ਕੇ ਜਾਂ 2 ਛੱਡ ਕੇ ਜਾਂ ਉਸ ਲਾਈਨ ਦੀ ਖੁੱਲੇਗੀ ਦੁਕਾਨ, ਪਰ ਦੁਕਾਨਦਾਰ ਤਾਂ ਇਹ ਕਹਿ ਰਹੇ ਨੇ ਵੀ ਅਸੀਂ ਤਾਂ ਰੋਟੀ ਖਾਣੀ ਹੈ, ਅਸੀਂ ਤਾਂ ਖੋਲ੍ਹਣੀਆਂ ਦੁਕਾਨਾਂ। ਉਹ ਝੂਠ ਬੋਲ ਕੇ ਉਹ ਵੀ ਖੋਲ ਰਹੇ ਕਿ ਸਾਡੇ ਕੋਲ ਪਾਸ ਹੈਗਾ, ਸਾਨੂੰ ਕਿਹਾ ਗਿਆ ਹੈ ਜੀ। ਮਤਲਬ ਤੁਸੀਂ ਪੰਜਾਬ ਦੇ ਵਿੱਚ ਜਦੋਂ ਇਹ ਇੱਕ ਵਾਰੀ ਮਹਾਂਮਾਰੀ ਦਾ ਹੁਣ ਵੀ ਹੋਇਆ ਹੀ ਆ, ਮਤਲਬ ਜੇ ਕਿਤੇ ਇਟਲੀ ਵਾਲਾ ਹਾਲ ਹੋ ਗਿਆ ਤੇ ਫਿਰ ਤਾਂ ਮੈਂ ਕਹਿੰਦਾ ਕਿ ਵਾਹਿਗੁਰੂ ਰਾਖਾ, ਧਾਂਕਾਂ ਲੱਗਣਗੀਆਂ ਜੀ ਫਿਰ। ਬਿਲਕੁਲ। ਚਲੋ ਮੈਂ ਰਿਣੀ ਆ ਬਾੜਾ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਆਪਾਂ ਜਿਹੜੀ ਚੇਅਰ ਤੇ ਬੈਠੇ ਤੋਂ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ। ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਨਾ ਸਾਡੀ ਸਰਕਾਰ ਅਕਾਲੀ ਦਲ ਗਲਤ ਹੋਵੇ, ਮੈਂ ਹਮੇਸ਼ਾ ਇੱਥੋਂ ਬੈਠ ਕੇ ਕਹਿਣਾ ਕਿ ਹਾਂ ਅਕਾਲੀ ਦਲ ਦੀਆਂ ਗਲਤੀਆਂ ਸੀਗੀਆਂ, ਲੇਕਿਨ ਅੱਜ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਪਹਿਲ ਕਦਮੀ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਜਾਂ ਭਾਰਤ ਵਿੱਚ ਕਰ ਰਹੀ ਆ, ਉਹ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਸੀ ਐਂਡ ਕੇਂਦਰ ਸਰਕਾਰ ਨੂੰ ਕਰਨੀ ਚਾਹੀਦੀ। ਕੇਂਦਰ ਸਰਕਾਰ ਵੀ ਗਲਤ ਆ, ਕੇਂਦਰ ਸਰਕਾਰ ਨੇ ਵੀ ਆਪਣੀਆਂ ਗਲਤੀਆਂ ਲੁਕਾਉਣ ਦੇ ਲਈ ਉਹ ਵੀ ਪੰਜਾਬ ਸਰਕਾਰ ਆਪਣੇ ਅਲਾਮੇ ਦੇ ਰਹੀ ਆ, ਕਿਉਂਕਿ ਪਹਿਲਾਂ ਕੇਂਦਰ ਦੇ ਮੰਤਰਾਲਿਆਂ ਦਾ ਫਰਜ਼ ਬਣਦਾ ਸੀ ਕਿ ਜਦੋਂ ਮਹਾਰਾਸ਼ਟਰ ਤੋਂ ਲੋਕੀ ਸੰਗਤ ਆ ਰਹੀ ਆ, ਉਹਨਾਂ ਨੂੰ ਤੁਸੀਂ ਪੰਜਾਬ ਦੇ ਬਾਰਡਰ ਤੇ ਪਹਿਲਾਂ ਕੇਂਦਰ ਦੀ ਫੋਰਸ, ਕੇਂਦਰ ਦੇ ਅਧਿਕਾਰੀ ਤੇ ਪੰਜਾਬ ਦੇ ਅਧਿਕਾਰੀ ਚੈੱਕ ਕਰਦੇ। ਲੇਕਿਨ ਜਿਹੜੀ ਆਪਾਂ ਗੱਲ ਕਰਦੇ ਹਾਂ, ਜੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਲੀਡਰ ਮੰਡੀਆਂ 'ਚ ਜਾ ਸਕਦੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ, ਇੱਕ ਤੇ ਮਹਾਮਾਰੀ ਚੱਲ ਰਹੀ ਆ ਰੰਧਾਵਾ ਸਾਹਿਬ, ਦੂਜਾ ਵਿਚਾਰਾ ਮੀਂਹ ਨੇ ਕੰਮ ਖਰਾਬ ਕੀਤਾ। ਜੇ ਉੱਥੇ ਅਕਾਲੀ ਦਲ ਦੇ ਲੀਡਰ ਜਾ ਸਕਦੇ ਆ ਤੇ ਕਾਂਗਰਸ ਦੇ ਕਿਉਂ ਨਹੀਂ ਜਾ ਸਕਦੇ? ਰੰਧਾਵਾ ਸਾਹਿਬ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਜਿਹੜਾ ਵੀ MLA ਚੁਣਿਆ ਉਹ ਲੋਕਾਂ ਨੇ ਚੁਣਿਆ ਆਪਣੇ ਇਲਾਕੇ 'ਚ, ਚਾਹੇ ਕਿਸੇ ਨੇ ਵੋਟ ਪਾਈ ਚਾਹੇ ਨਹੀਂ ਪਾਈ, ਹਰ ਇੱਕ ਬੰਦੇ ਦੀ ਸਾਰ ਲੈਣੀ ਚਾਹੀਦੀ ਆ। ਇਹ ਨਹੀਂ ਹੋਣਾ ਚਾਹੀਦਾ ਕਿ ਤੂੰ ਮੈਨੂੰ ਵੋਟ ਨਹੀਂ ਪਾਈ ਮੈਂ ਤੈਨੂੰ ਰਾਸ਼ਨ ਨਹੀਂ ਦੇਣਾ, ਮੈਂ ਤੇਰਾ ਕਾਰਡ ਕਟਾ ਦੇਣਾ, ਮੈਂ ਤੇਰਾ ਆਹ ਕਰ ਦੇਣਾ। ਨਹੀਂ, ਪਿੰਡ ਦਾ ਸਰਪੰਚ ਬਣ ਜਾਏ, ਉਹਦੀ ਵਿਰੋਧੀ ਪਾਰਟੀ ਦੇ ਉਦੋਂ ਜ਼ਿਆਦਾ ਕੰਮ ਹੋਣੇ ਚਾਹੀਦੇ ਆ, ਕਿਉਂਕਿ ਪਤਾ ਲੱਗ ਜਾਵੇ ਗਾਂ ਫਿਰ ਵਿਰੋਧਤਾ ਨਹੀਂ ਰਹਿੰਦੀ। ਇਹ ਸਰਕਾਰ ਨੂੰ ਆਪਣੀਆਂ ਨਾਕਾਮੀਆਂ ਜਿਹੜੀਆਂ, ਤੁਸੀਂ ਹੋਰ ਦੇਖੋ ਬਾਹਰਲੇ ਸੂਬੇ ਤੋਂ ਲੇਬਰ ਕੰਮ ਕਰਕੇ ਐਂਟਰ ਹੋਣ ਲੱਗੀ ਪੰਜਾਬ ਹਰਿਆਣਾ ਦੇ ਬਾਰਡਰ, ਲੇਬਰ ਨੂੰ ਉੱਥੋਂ ਮੋੜ ਦਿੱਤਾ ਗਿਆ। ਜਦੋਂ ਲੇਬਰ ਗਈ ਹਰਿਆਣੇ ਵਾਲੇ ਬਾਰਡਰ ਤੇ, ਹਰਿਆਣੇ ਦੇ ਬਾਰਡਰ ਤੋਂ ਉਹਨਾਂ ਨੇ ਚੱਕੇ ਗੱਡੀ 'ਚ ਬਹਾਲੇ, ਇੱਕ JSP ਮੋਹਰੇ ਲਾਈ, ਇੱਕ ਪਿੱਛੇ ਲਾਈ, ਉਹਨਾਂ ਨੇ ਜਾ ਕੇ ਯੂਪੀ ਦੇ ਬਾਰਡਰ ਤੇ ਛੱਡ ਆਂਦੇ। ਅੱਛਾ, ਛੱਡ ਕੇ ਉੱਥੇ ਆ ਗਏ, ਉੱਥੋਂ ਮੁੜ ਕੇ ਉਹ ਵਿਚਾਰੇ ਤੁਰ ਕੇ ਖੇਤਾਂ ਖੂਤਾਂ 'ਚ ਡੰਡੀਆਂ ਤਾਂ ਨਹੀਂ, ਮੁੜ ਕੇ ਫੇਰ ਪੰਜਾਬ ਦੇ ਬਾਰਡਰ ਤੇ ਆਏ।
ਉਹਨਾਂ ਵਿੱਚੋਂ ਫਿਰ ਇੱਕ ਨੇ ਆਪਣੇ ਘਰ ਫੋਨ ਕੀਤਾ ਵੀ ਮਾਤਾ ਜੀ ਮੈਂ ਸਾਡੇ ਨਾਲ ਤਾਂ ਆਹ ਕੰਮ ਹੋਇਆ, ਸਾਡੇ ਪੈਰਾਂ ਦੇ ਛਾਲੇ 3 ਦਿਨ ਹੋ ਗਏ ਅਸੀਂ ਭੁੱਖੇ ਤੁਰੇ ਪਏ। ਉਹਨੇ ਫੇਰ ਕਿਤੇ ਆਮ ਆਦਮੀ ਪਾਰਟੀ ਦਾ ਸੰਗਰੂਰ ਵਾਲੀ ਸਾਈਡ ਤੇ ਆ ਕੋਈ ਮੀਤ ਹੇਰ MLA, ਉਹਨੇ ਫੋਨ ਕੀਤਾ। ਉਹ ਵਿਚਾਰਾ ਆਣ ਕੇ ਬਾਰਡਰ ਤੋਂ ਉਹਨਾਂ ਨੂੰ ਲੈ ਕੇ ਗਿਆ। ਦੱਸੋ ਪ੍ਰਸ਼ਾਸਨ ਨੂੰ ਨਹੀਂ ਚਾਹੀਦਾ ਵੀ ਉਹਨਾਂ ਦੇ ਆਧਾਰ ਕਾਰਡ ਦੇਖ ਕੇ ਉਹਨਾਂ ਨੂੰ ਐਂਟਰ ਹੋਣ ਦੇ, ਪੰਜਾਬ ਦੇ ਆ। ਜੇ ਬਾਹਲੀ ਗੱਲ ਆਧਾਰ ਕਾਰਡ ਦੇਖ ਕੇ ਇਹਨਾਂ ਨੂੰ ਟੈਸਟ ਸੈਂਟਰ ਵਿੱਚ ਭੇਜ ਦਿਓ, ਟੈਸਟ ਕਰਾ ਲਓ। ਜੇ ਪੋਜ਼ਿਟਿਵ ਆ ਤਾਂ ਰੱਖ ਲਓ, ਜੇ ਨੈਗੇਟਿਵ ਹੈ ਤਾਂ ਘਰਾਂ ਨੂੰ ਭੇਜ ਦਿਓ। ਇਦਾਂ ਦੇ ਲੋਕ ਬਹੁਤ ਜ਼ਿਆਦਾ ਖਰਾਬ ਹੋਏ ਆ। ਲੋਕਾਂ ਨੂੰ ਜਾਣੀ ਇਹਨਾਂ ਨੇ ਸਮਝਿਆ ਹੀ ਨਹੀਂ ਵੀ ਇਹ ਲੋਕ ਸਾਡੇ ਪੰਜਾਬ ਦੇ ਆ ਜਾਂ ਸਾਡੇ ਕਿੱਥੇ ਦੇ ਆ। ਤੁਸੀਂ ਇਹ ਦੇਖੋ ਕਿ ਕੱਲ ਨੂੰ ਕੋਈ ਗੱਲਬਾਤ ਹੋ ਜਵੇ ਤਾਂ ਉਥੇ ਕੌਣ ਜ਼ਿੰਮੇਵਾਰ ਆ? ਕੋਈ ਹੈ ਜ਼ਿੰਮੇਵਾਰ? ਕਿਸੇ ਨੇ ਕੋਈ ਹਾਮੀ ਨਹੀਂ ਭਰਨੀ, ਕਿਸੇ ਨੇ ਕੁਝ ਨਹੀਂ ਕਰਨਾ। ਤੁਸੀਂ ਦੂਜੇ ਪਾਸੇ ਇਹ ਦੇਖੋ, ਬਾਕੀ ਜਿੱਦਾਂ ਹੁਣ ਅਕਾਲੀਆਂ ਦੇ MLA ਮੰਡੀਆਂ 'ਚ ਤੁਰੇ ਫਿਰਦੇ ਆ, ਇਸ ਹਿਸਾਬ ਨਾਲ ਆਮ ਆਦਮੀ ਪਾਰਟੀ ਵਾਲੇ ਵੀ ਮੰਡੀਆਂ 'ਚ ਗਏ ਆ, ਉਹਨਾਂ ਨੇ ਵੀ ਲੋਕਾਂ ਦੀ ਜਾ ਕੇ ਸਾਰ ਲਈ। ਪਰ ਅਕਾਲੀ ਨਹੀਂ, ਮੈਨੂੰ ਕਾਂਗਰਸੀ ਨਹੀਂ ਮੈਨੂੰ ਕੋਈ ਵੀ ਦੱਸਿਆ। ਇੱਕ ਸਾਡੇ ਏਰੀਏ ਦਾ ਜ਼ਰੂਰ ਚੌਧਰੀ ਦਾ ਮੁੰਡਾ, ਜਿਹੜਾ ਸੰਤੋਖ ਸਿੰਘ ਚੌਧਰੀ ਦਾ ਮੁੰਡਾ, ਉਹ ਜ਼ਰੂਰ ਮੈਂ ਗਰਾਇਆ ਮੰਡੀ 'ਚ 2 ਵਾਰੀ ਦੇਖਿਆ। ਹੋਰ ਮੈਨੂੰ ਕਿਸੇ ਕਾਂਗਰਸ ਦੀ ਕਿਸੇ ਦੀ ਮੈਂ ਨਹੀਂ ਦੇਖਿਆ ਕੋਈ ਵੀ ਕਾਂਗਰਸ ਕਿਸੇ ਦੀ ਸਾਰ ਲੈਂਦਾ ਹੋਊ। ਪਰ ਇਹ ਲੋਕਾਂ ਨੂੰ ਹੁਣ ਚਾਹੀਦਾ, ਸਾਲ ਰਹਿੰਦਾ 1.5, ਆਉਣ ਵਾਲੇ ਸਮੇਂ ਲਈ ਆਪੇ ਹੀ ਹੁਣ ਤੁਹਾਡੇ ਹੱਥੇ ਹੀ ਆ। ਜਦੋਂ ਆਉਣਗੇ ਕੁੰਡਾ ਖੜਕਾਉਣ ਦਾ ਕੁੰਡਾ ਲਾ ਲਿਓ ਭਾਈ। ਇਹ ਅਸੀਂ ਉਹੋ ਹੀ ਆ ਜਿਹਨਾਂ ਨੂੰ ਕਰੋਨਾ ਹੋਇਆ ਸੀ, ਜਾਂ ਜਿਨ੍ਹਾਂ ਲਈ ਦਵਾਈਆਂ ਹੈ ਨਾ ਸੀ, ਜਾਂ ਜਿਨ੍ਹਾਂ ਲਈ ਵੈਂਟੀਲੇਟਰ ਹੈ ਨਾ ਸੀ। ਪਰ ਸਾਡੇ ਲੋਕ ਪਾਗਲ ਆ, ਜਾਂ ਸਮਝਦੇ ਨਹੀਂ, ਜਾਂ ਫਿਰ ਉਸ ਵੇਲੇ ਵਿਕ ਜਾਂਦੇ ਆ। ਇੱਕ ਬੋਤਲ ਤੇ 500 ਰੁਪਏ ਨਾਲ ਜੇ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਉਣਾ ਤਾਂ ਕੋਈ ਫਾਇਦਾ ਨਹੀਂ। 5 ਸਾਲ ਲਈ ਤੁਸੀਂ ਆਪਣੇ ਨਿਆਣਿਆਂ ਦੀ ਲਾਈਫ ਜਿਹੜੀ ਆ ਉਹ ਤੁਸੀਂ ਗਹਿਣੇ ਰੱਖ ਦਿੰਦੇ ਆ। ਰੰਧਾਵਾ ਸਾਹਿਬ, ਬਾੜਾ ਸਾਹਿਬ ਨੇ ਇਸੇ ਗੱਲ ਤੇ ਪਹਿਲਾਂ ਗੱਲ ਕਹੀ ਸੀਗੀ ਕਿ ਅਗਰ ਮਹਾਮਾਰੀ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਫੈਲ ਗਈ ਤੇ ਲਾਸ਼ਾਂ ਦੇ ਢੇਰ ਲੱਗ ਜਾਣੇ। ਇਹ 'ਚ ਕੋਈ ਅਤਕਥਨੀ ਨਹੀਂ, ਇਹ ਪੂਰੀ ਦੁਨੀਆ ਕਹਿ ਰਹੀ ਆ। ਇਹ ਪੂਰੀ ਦੁਨੀਆ ਕਹਿ ਰਹੀ ਆ। ਅਗਰ ਪੰਜਾਬ ਤੇ ਭਾਰਤ ਵਿੱਚ, ਪੂਰੇ ਭਾਰਤ ਵਿੱਚ ਇਹ ਮਹਾਮਾਰੀ ਜਿੱਦਾਂ ਅਮਰੀਕਾ 'ਚ ਫੈਲੀ, ਅਗਰ ਫੈਲ ਗਈ ਤੇ ਉੱਥੇ ਲੋਕਾਂ ਨੇ ਲਾਸ਼ਾਂ ਨਹੀਂ ਚੱਕਣੀਆਂ। ਭਰਾ ਨਹੀਂ ਜੀ, ਨਹੀਂ ਦੇ ਕੋਲ ਹੀ ਲੰਘ ਜਾਣਾ ਨਾ। ਹੋਇਆ ਹੀ ਆ ਪੰਜਾਬ 'ਚ ਇਦਾਂ ਹੋਇਆ। ਬਲਦੇਵ ਨੱਠਾ ਗਿਆ। ਤੇ ਤੁਸੀਂ ਲਾਡੀ ਭਾ ਹੋਰ ਕੀ ਕਹਿਣਾ ਚਾਹੁੰਦਾ ਅਖੀਰ ਤੇ? ਰੰਧਾਵਾ ਸਾਹਿਬ, ਮੈਂ ਇਸ ਦੇਸ਼ ਜਿਹੜਾ ਮੇਰਾ ਭਾਰਤ ਦੇਸ਼ ਮਹਾਨ ਆ, ਮੈਂ ਉਹਦੀ ਅਜੇ ਵੀ ਪ੍ਰਸ਼ੰਸਾ ਕਰਦਾ ਆ। ਜਿੱਥੇ ਕਿ ਵੋਟਾਂ ਵਾਸਤੇ ਮਸ਼ੀਨਾਂ ਨੇ, ਤੇ ਮੇਰਾ ਫਤਿਹਵੀਰ ਸੰਗਰੂਰ ਇੱਕ ਦੇ ਲਾਗੇ ਡਿੱਗ ਪਿਆ ਸੀ, ਉਹਦੇ ਕੱਢਣ ਵਾਸਤੇ ਬਾਲਟੀਆਂ ਨੇ। ਬਹੁਤ ਮਹਾਨ ਦੇਸ਼ ਆ ਮੇਰਾ। 7700 ਮੇਰਾ ਖਿਆਲ ਕੁਝ ਕਿਲੋਮੀਟਰ ਦੂਰ ਆ ਇੰਗਲੈਂਡ ਤੋਂ। ਕਿ ਮੇਰਾ ਖਿਆਲ ਹੈ ਕਿ ਸਾਡੇ ਭਾਰਤ ਦਾ, ਸਾਡੇ ਪੰਜਾਬ ਦਾ ਲੋਕ ਬਾਹਰ ਦੂਰ ਦੂਰ ਤੱਕ ਜਲੂਸ ਦੇਖ ਰਹੇ ਨੇ ਵੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਰਾਜਨੀਤੀ ਹੋ ਰਹੀ ਹੈ। ਕਦੇ ਬਾਹਰਲੇ ਦੇਸ਼ਾਂ ਦਾ ਵੀ ਸਾਡੇ ਭਾਰਤ ਵਾਲਿਆਂ ਨੇ ਜਲੂਸ ਦੇਖਿਆ। ਸਾਡੇ ਵਾਸਤੇ ਇਹ ਬਹੁਤ ਮੰਦਭਾਗੀ ਘਟਨਾ, ਸਾਡੇ ਸ਼ਰਮ ਨਾਲ ਇਹ ਘਟਨਾ ਆ। ਮੈਂ ਕਹਿੰਦਾ ਸੀ ਹਰ ਇੱਕ ਬੰਦਾ, ਹਰ ਇੱਕ ਮੀਡੀਆ ਵਾਲਾ, ਹਰ ਇੱਕ ਲੀਡਰ, ਭਾਵੇਂ ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ, ਰੋਟੀਆਂ ਸੇਕਦਾ ਆ। ਨਹੀਂ, ਰੋਟੀਆਂ ਸੇਕਣ ਦਾ ਟਾਈਮ ਨਹੀਂ ਹੈਗਾ। ਇਸ ਮਸਲੇ ਤੋਂ ਉੱਪਰ ਉੱਠ ਕੇ, ਭਾਵੇਂ ਕੋਈ ਨੇਤਾ ਆ ਭਾਵੇਂ ਨਹੀਂ ਨੇਤਾ, ਜਥੇਦਾਰ ਬਾਅਦ ਚ ਆਉਣਗੇ, ਅਸੀਂ ਫਲਾਣੀ ਪਾਰਟੀ ਜਥੇਦਾਰ, ਉਹਨਾਂ ਨੂੰ ਅੱਗੇ ਹੋ ਕੇ ਆਉਣਾ ਚਾਹੀਦਾ ਆ। ਸਾਡੇ ਮੁਲਕ ਨੂੰ ਘਾਟ ਆ ਇਸ ਵਕਤ ਕੀ ਹਸਪੀਟਲਾਂ ਦੀ। ਹੁਣ ਹਸਪੀਟਲਾਂ ਦੀ ਘਾਟ ਹਜੇ ਵੀ ਮਹਿਸੂਸ ਨਹੀਂ ਹੋਈ ਹੋਣੀ ਇਹਨਾਂ ਨੂੰ। ਸਰਕਾਰਾਂ ਹੁਣ ਨਹੀਂ, ਇਹ ਨਹੀਂ ਮੈਂ ਮੰਨਦਾ ਹੁਣ ਕਾਂਗਰਸ ਦੀ ਆ, ਗਾਂ ਅਗਲੀ ਵਾਰ ਅਕਾਲੀਆਂ ਦੀ ਆਊ, ਜਾਂ ਫਿਰ ਵੀ BJP ਦੀ ਆਊ, ਕਿਸੇ ਦੀ ਵੀ ਆਵੇ, ਅਜੇ ਵੀ ਕਹਿੰਦਾ ਕੁਝ ਸਿੱਖ ਲੈਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ ਸਾਡੇ ਮੁਲਕ ਵਾਲਿਆਂ ਨੂੰ। ਸੋ ਮੈਂ ਇਹਨਾਂ ਦੇ ਕਹਿਣ ਦਾ ਬਹੁਤ ਧੰਨਵਾਦੀ ਆ। ਮੈਂ ਜੀ ਇੱਕ ਮਿੰਟ ਮੈਂ ਗੱਲ ਦੱਸ ਜਾਵਾਂ। ਟਾਈਮ ਹੋ ਗਿਆ। USA ਦੇ ਵਿੱਚ ਇੱਕ ਸਰਦਾਰ ਪਾਲ ਸਿੰਘ ਆ, ਜਿਹਨੇ ਰਿਸਪੌਂਸਿਬਿਲਟੀ ਲਈ ਆ। ਜਿੰਨੇ ਨੰਦੇੜ ਤੋਂ ਆਏ ਆ ਉਹਨਾਂ ਨੂੰ ਹੋਟਲਾਂ 'ਚ ਰੱਖੋ, ਉਹਨਾਂ ਦਾ ਖਾਣ ਪੀਣ ਦਿਓ, ਮੈਂ ਸਾਰਾ ਚੱਕਦਾ। ਉਹਨੇ ਆਪਣਾ ਫੋਨ ਦਿੱਤਾ, ਐਡਰੈਸ ਦਿੱਤਾ ਆ। ਉਹਨੇ ਕਿਹਾ ਕੋਈ ਮੈਂ ਅਕਾਊਂਟ 'ਚ ਉੱਥੇ ਪੈਸੇ ਵੀ ਭੇਜ ਦਿਆਂਗਾ, ਤੇ ਜਦੋਂ ਮਰਜ਼ੀ ਤੁਸੀਂ ਉੱਥੇ ਜੇ ਹੋਰ ਵੀ ਜਿਹੜਾ ਲੋੜ ਬਣਦਾ, ਅਮਰੀਕਾ 'ਚੋਂ, ਕੈਲੀਫੋਰਨੀਆ 'ਚੋਂ ਭੇਜਿਆ। ਬਾਕੀ ਦੂਸਰੀ ਚੀਜ਼ ਇਹ ਆ, ਸੱਚਾਈ ਤੇ ਦਵਾਈ ਦੋਨੋਂ ਕੌੜੀਆਂ ਹੁੰਦੀਆਂ ਨੇ, ਮੰਨਣ ਨੂੰ ਸਮਝਦਾਰੀ ਚਾਹੀਦੀ ਆ। ਪਰ ਲੇਕਿਨ ਗੇਮ ਅੰਗਰ ਹੈਗਾ, ਏਦਾਂ ਨਾ ਹੋਵੇ ਕਿ ਇੰਡੀਆ ਫਾਈਨਲ 'ਚ ਪਹੁੰਚ ਕੇ ਫਿਰ ਹਾਰ ਜਾਵੇ, ਮਤਲਬ ਐਂਡ ਤੇ ਆ ਕੇ ਸਾਰਾ ਥੱਲਾ ਲੱਗ ਜਾਵੇ। ਜਿੰਨਾ ਪਿੱਛੇ ਅਸੀਂ ਕੀਤਾ ਆ ਉਹ ਪਾਣੀ ਫੇਰ ਜਾਵੇ। ਬਾੜਾ ਸਾਹਿਬ, ਓਕੇ, ਰਿਣੀ ਆ ਮੈਂ ਤੁਹਾਡਾ ਕਿ ਤੁਸੀਂ ਆਪਣੇ ਵਧੀਆ ਵਿਚਾਰ ਦਿੱਤੇ। ਰੰਧਾਵਾ ਸਾਹਿਬ ਨੇ, ਲਾਡੀ ਨੇ, ਤੁਸੀਂ ਸਾਨੂੰ ਆਪਣੇ ਘਰਾਂ 'ਚ ਬੈਠੇ ਵੇਖ ਰਹੇ ਹੋ, ਸੁਣ ਰਹੇ ਹੋ। ਸਾਡੀ ਤੇ ਗੁਰੂ ਚਰਨਾਂ 'ਚ ਇਹੀ ਅਰਦਾਸ ਆ ਕਿ ਤੁਸੀਂ, ਤੁਹਾਡਾ ਪਰਿਵਾਰ, ਤੁਹਾਡਾ ਆਲਾ ਦੁਆਲਾ, ਸਾਰੀ ਦੁਨੀਆ ਖੁਸ਼ੀ ਖੁਸ਼ੀ ਬਸੇ, ਜਿਸ ਤਰ੍ਹਾਂ ਪਹਿਲਾਂ ਬਸਦੀ ਸੀ ਆਹ ਕਰੋਨਾ ਤੋਂ ਪਹਿਲਾਂ। ਕਿਉਂਕਿ ਦੁਨੀਆ ਤੇ ਜਿਹੜਾ ਆਉਂਦਾ ਉਹਨੇ ਜਾਣਾ ਵੀ ਹੈਗਾ, ਲੇਕਿਨ ਕੋਈ ਆਪਣੀ ਮੌਤੇ ਮਰ ਜਾਵੇ ਉਹ ਵੱਖਰੀ ਗੱਲ ਹੁੰਦੀ ਆ। ਕੋਈ ਸਿਆਣਾ ਹੋ ਕੇ ਮਰੇ ਉਹ ਵੀ ਵੱਖਰੀ ਗੱਲ ਹੁੰਦੀ ਕਿ ਆਪਣੀ ਜੀਵਨ ਭੋਗ ਕੇ ਮਰਿਆ, ਆਪਣੇ ਪਰਿਵਾਰਾਂ 'ਚ ਰਹਿ ਕੇ ਮਰਿਆ। ਲੇਕਿਨ ਇਹ ਬਿਮਾਰੀ ਨਾਲ ਇਸ ਤਰ੍ਹਾਂ ਮਰ ਜਾਣਾ ਕਿ ਜਿਹਦੇ ਦਾਗਾਂ ਤੇ ਵੀ ਕੋਈ ਨਾ ਜਾ ਸਕੇ, ਜਿਹਦੇ ਘਰ ਅਫਸੋਸ ਨਾ ਕਰਨ ਕੋਈ ਜਾ ਸਕੇ,
ਜਿਹਨੂੰ ਕੋਈ ਇਹ ਨਾ ਦੇਖਣ ਜਾ ਸਕੇ ਕਿ ਅਸੀਂ ਉਹਦਾ ਮਰੇ ਦਾ ਮੂੰਹ ਹੀ ਦੇਖ ਲਈਏ। ਇਹੋ ਜੀ ਬਿਮਾਰੀ, ਇਹਦੇ ਨਾਲੋਂ ਬਿਹਤਰ ਆ ਅੱਜ ਆਪਾਂ ਉਹਨਾਂ ਚੀਜ਼ਾਂ ਨੂੰ ਅਪਣਾਈਏ ਜਿਹੜੀਆਂ ਚੀਜ਼ਾਂ ਆਪਾਂ ਨੂੰ ਡਾਕਟਰ ਦੱਸਦੇ ਨੇ, ਜਿਹੜੀਆਂ ਚੀਜ਼ਾਂ ਆਪਾਂ ਨੂੰ ਹੈਲਥ ਵਾਲੇ ਦੱਸਦੇ ਨੇ। ਇਹ ਸਿਆਸਤਾਂ, ਇਹ ਸਾਰਾ ਕੁਝ ਆਪਣੇ ਥਾਂ ਤੇ ਰਹਿ ਜਾਣਾ, ਇਹ ਸਾਰਾ ਕੁਝ ਆਪਣੇ ਨਾਲ ਚੱਲੀ ਜਾਣਾ, ਕਿਉਂਕਿ ਸਿਆਸਤ ਨੇ ਤੁਹਾਡਾ ਪਿੱਛਾ ਨਹੀਂ ਛੱਡਣਾ, ਲੇਕਿਨ ਤੇ ਬਿਮਾਰੀ ਤੁਹਾਨੂੰ ਇਸ ਦੁਨੀਆ ਤੋਂ ਲੈ ਕੇ ਉੱਪਰ ਜਾ ਸਕਦੀ ਆ। ਸੋ ਸਾਡੇ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਮੇਰੀ ਪੂਰੀ ਟੀਮ ਅਤੇ ਆਪਣੇ ਦਾਸ ਬਲਿਹਾਰ ਸਿੰਘ ਰਾਮੇਵਾਲ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ।